और तो मेरी मम्मी आई सी। की कहनी मम्मी लोहड़ी ते मम्मी की कहती सी पिछली लोहड़ी ते की कीता सी तू इन्हें भी पतंग उड़ाए सी तू भी उड़ाए सी हाँ कित्ते पिछली लोहड़ी ते कित्थे सी तू अपने मम्मी पिछली लोहड़ी ते पतंग उड़ाए सी तू हाँ किन्ने की करदा सी तू पतंग किवें उड़ाउंदा सी पुराना उड़ादा सी। पढ़ा ना उड़ाउंदे सी घरे कौन सी तेरे होर कोई भी नहीं। मम्मी मम्मी भी होती थी। सीगी मम्मी हाँ अच्छा फिर ऐसे लोहड़ी बनाई थी। लोहड़ी भी मनाई सी पिछले साल हाँ कित्थे सी तू मम्मी दे नाल। ਮੰਮੀ ਦੇ ਨਾਲ ਮਨਾਈ ਸੀ हाँ ਤੇ ਹੁਣ ਮੰਮੀ ਵੀ ਦੇਖ ਰਹੀ ਹੈ ਤੈਨੂੰ ਉੱਪਰੋਂ ਕਿਤੇ ਨਹੀਂ ਗਈ ਮੰਮੀ ਅੱਛਾ मर गई ਨਹੀਂ ਮਰੀ ਇੱਥੇ ਹੀ ਆ ਆਪਣੇ ਕੋਲ ਹੀ ਆ मर ਇੱਥੇ ਹੀ ਆ ਮਰੇ ਨਹੀਂ ਇਹ ਕਿਤੇ ਵੀ ਮਾਵਾਂ ਕਿਤੇ ਮਰਦੀਆਂ ਹੁੰਦੀਆਂ ਮਾਵਾਂ ਇੱਥੇ ਹੁੰਦੀਆਂ ਦਿਲ 'ਚ गई ਨਹੀਂ ਮਰੀ ਪੁੱਤ ਨਹੀਂ ਮਰੀ ਮਰੀ मर गई। ਤੇ ਪਿਛਲੀ ਲੋਹੜੀ ਤੇ ਪਾਪਾ ਸੀਗੇ तलाक हो गया। ਤਲਾਕ ਹੋ ਗਿਆ ਸੀ हाँ ਓ ਵਾਹਿਗੁਰੂ ਸੱਚਾ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸਾਰਾ ਪਰਿਵਾਰ ਇੱਕੋ ਸਾਡੇ ਉਸ ਪਰਿਵਾਰ ਨੂੰ ਜਿਹੜਾ ਸਾਨੂੰ ਆਨਲਾਈਨ ਦੇਖ ਰਿਹਾ ਲਾਈਵ ਦੇਖ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਬੋਲੇ ਸੋ ਨਿਹਾਲ ਸਾਰੇ ਬੱਚੇ ਇੱਥੇ ਆ ਜਾਓ ਅੱਜ ਲੋਹੜੀ ਆ ਜੀ ਕੱਲ ਨੂੰ ਹੈਗੀ ਆ ਮਾਘੀ ਉੱਥੇ ਉਧਰਲੀ ਸਾਈਡ ਖੜ ਜਾਓ ਉੱਥੇ ਖੜ ਜਾਓ ਸਾਰੇ ਜਾਣੇ ਆਪ ਐਨ ਨੂੰ ਐਂਡਾ ਕੀ ਪਵੇ ਪੁੱਤ ਇਧਰਲੇ ਪਾਸੇ ਆ ਜਾਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਧਰਲੇ ਪਾਸੇ ਖੜ ਜਾਓ ਉਹ ਲੱਕੜ ਐਨ ਨੂੰ ਐਂਡਾ ਅਮਨ ਉਰੇ ਆ ਜਾ ਪੁੱਤ ਉਹ ਚੱਕੀ ਉਹਦੇ ਕੈਲੀ ਆ ਵਿੱਚ ਨਿੱਕਾ ਜਿਹਾ ਬੱਚਾ ਕੈਲੀ ਦਾ ਕੱਢੀ ਯਾਰ ਉਹ ਸੇਕ ਲੱਗ ਰਿਹਾ ਉਹਨੂੰ ਆ ਜਾ ਭੱਜ ਕੇ ਚੱਕ ਆ ਰੇ ਪਈ ਐਂ ਮਿੱਟੀ ਚੱਕ ਲਾ ਰੇ ਪਈ ਐਂ ਚੱਕ ਲਾ ਹੱਥ ਨਾਲ ਮਿੱਟੀ ਸਣੇ ਚੱਕ ਲਾ ਬਸ ਚਲੋ ਉਹ ਵੀ ਕੱਢਦੇ ਇੱਕ ਉਹ ਲਿਆ ਕੋਈ ਕਹੀ ਕੋਈ ਲਿਆ ਚੱਕ ਕੇ ਕੋਈ ਕਹੀ ਜਾਂ ਰੰਬਾ ਲਿਆ ਚੱਕ ਕੇ ਆਰੇ ਕੈਲੀ ਬੈਠੀ ਕੱਢਦੇ ਇਹਨੂੰ ਵਿੱਚੋਂ ਆ ਮਿੱਟੀ ਦਾ ਫਿਰ ਅੱਗ 'ਚ ਨਾ ਭਜਾ ਦੀ ਆ ਉਧਰ ਰੱਖਿਆ ਚਲੋ 2 ਜੀ ਬਚਾ ਲਏ ਜੀ ਅਸੀਂ बहुत जी बचे है जी। ਤੇ ਅੱਜ ਲੋਹੜੀ ਆ ਜੀ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਆਉਣੀਆਂ ਕਿਸੇ ਦੇ ਘਰ 'ਚ ਬੇਟਾ ਹੋਇਆ ਕੋਈ ਬੇਟੇ ਦੀ ਲੋਹੜੀ ਮਨਾ ਰਿਹਾ ਕੋਈ ਬੇਟੀ ਦੀ ਵੀ ਲੋਹੜੀ ਮਨਾ ਰਿਹਾ ਹਨਾ ਪਰ ਇਹ ਵੀ ਮਾਵਾਂ ਦੇ ਪੁੱਤ ਆ ਜਿਨ੍ਹਾਂ ਦੀਆਂ ਲੋਹੜੀਆਂ ਵੀ ਮਨਾਈਆਂ ਗਈਆਂ ਅਮਨ ਦੀ ਵੀ ਲੋਹੜੀ ਮਨਾਈ ਗਈ ਸੀ ਪਰ ਅੱਜ ਅਮਨ ਨੇ ਬੜਾ ਲਾਈਵ ਹੋਣ ਤੋਂ ਪਹਿਲਾਂ ਇੱਕ ਗੱਲ ਕਰ ਰਿਹਾ ਸੀ ਅਮਨ ਨਾਲ ਕਹਿੰਦਾ ਮੈਂ ਪਿਛਲੀ ਲੋਹੜੀ ਤੇ ਆਪਣੀ ਮੰਮੀ ਦੇ ਨਾਲ ਸੀ ਪਤੰਗ ਉਡਾਏ ਸੀਗੇ ਹਨਾ ਕੋਠੇ ਤੇ ਚੜ ਕੇ ਉਡਾਏ ਸੀ नहीं ਹਾਂ ਕਿੱਥੇ ਉਡਾਏ ਸੀ ਪਤੰਗ बिल्ले उड़ाई सी। ਹੈ ਕਿੱਥੇ ਉਡਾਏ ਸੀ चुआनिया ਹਾਂ ਸੂਆ हाँ ਉੱਥੇ ਉਡਾਏ ਸੀ हाँ ਨਾਲ ਕੌਣ ਸੀ ਤੇਰੇ भरा ਭਰਾ ਸੀ ਮੰਮੀ ਵੀ ਸੀਗੀ हाँ ਤੇ ਅਸੀਂ ਲੋਹੜੀਆਂ ਮਨਾਉਂਦੇ ਆ ਗੁੜ ਵੰਡਦੇ ਆ ਖੁਸਰੇ ਨੱਚਦੇ ਆ ਖੁਸ਼ੀਆਂ ਮਨਾਉਂਦੇ ਆ ਉਹਨਾਂ ਮੁੰਡਿਆਂ ਲਈ ਕਈ ਵਾਰੀ ਉਹ ਮੁੰਡੇ ਵੀ ਮਾਂ ਪਿਓ ਨੂੰ ਘਰੋਂ ਕੱਢ ਦਿੰਦੇ ਨੇ ਕੁੱਟ ਕੇ ਮਾਰ ਕੇ ਤੇ ਕਈ ਉਹ ਭਰਾ ਆਪਣੀਆਂ ਭੈਣਾਂ ਨਾਲ ਜ਼ਿਆਦਤੀਆਂ ਕਰ ਜਾਂਦੇ ਨੇ ਕਈ ਵਾਰੀ ਉਹ ਬਜ਼ੁਰਗ ਜਿਹੜੇ ਲੋਹੜੀਆਂ ਮਨਾ ਕੇ ਆਪਦੇ ਪੁੱਤਾਂ ਦੇ ਸਿਰੇ ਬੰਨ੍ਹ ਕੇ ਖੁਸਰੇ ਨਚਾ ਕੇ ਖੁਸ਼ੀ ਮਨਾਉਂਦੇ ਨੇ ਉਹ ਆਪਣੇ ਪੁੱਤਾਂ ਨੂੰ ਵੀ ਘਰੋਂ ਕੱਢ ਦਿੰਦੇ ਨੇ ਜਾਂ ਉਹਨਾਂ ਪੁੱਤਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਵੀ ਇਹ ਉਹ ਕੰਮ ਦੇ ਨਹੀਂ ਰਹੇ ਮੰਦ ਬੁੱਧੀ ਨੇ ਜਾਂ ਕਿੱਦਾਂ ਹਨਾ ਉਹਨਾਂ ਦੇ ਵਿੱਚੋਂ ਇੱਕ ਅਮਨ ਆ ਅਮਨ ਦਾ ਡੈਡੀ ਨੇ ਤਲਾਕ ਦੇਤਾ ਸੀ ਇਹਦੀ ਮੰਮੀ ਨੂੰ ਇਹ 2 ਭੈਣ ਭਰਾ ਸੀ ਬੱਚੇ ਤੇ ब्याह हो गया। ਹਾਂ ब्याह हो गया ਇਹਦਾ मेरी बहन दा। ਭੈਣ ਦਾ ਵਿਆਹ ਹੋ ਗਿਆ ਹਾਂ ਇਹਦੀ ਭੈਣ ਦਾ ਵਿਆਹ ਕਰਤਾ ਰਿਸ਼ਤੇਦਾਰਾਂ ਨੇ ਇਹਦੀ ਮੰਮੀ ਦੀ ਡੈਥ ਹੋ ਗਈ ਡੈਡੀ ਤਾਂ ਅੱਗੇ ਚਲਿਆ ਗਿਆ ਆਪਣੀ ਜ਼ਿੰਦਗੀ 'ਚ ਇਹ ਬੱਚਿਆਂ ਦੀ ਹਟ ਜਾ ਪੁੱਤ ਕੋ ਧੱਕਾ ਨਹੀਂ ਮਾਰ ਆ ਜਾ ब्याह करा ले सी। ਇੱਧਰ ਆਇਆ ਪੁੱਤ ਹਾਂ ਕਿਹਨੇ ਕਰਾ ਲਿਆ ਵਿਆਹ ब्याह करा ले सी। ਕਿਹਨੇ मम्मी ने। ਓਕੇ
ਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬੱਚਿਆਂ ਦੀ ਦੇ ਵਿੱਚ ਕੀ ਹੋਇਆ? ਧੱਕਾ ਦੇ ਦਿੱਤਾ ਸੀ ਮੇਰੀ ਭੈਣ ਨੇ। ਕਿੱਥੇ? ਮੇਰੇ ਤੇ ਰਹਿਣ ਲੱਗ ਗਏ ਭਰਾ ਦੇ ਤੇ ਮੇਰੀ ਮੰਮੀ ਨੇ ਮੋਟੀ ਨਹੀਂ ਆ ਹਨਾ ਹਾਂ ਹਨਾ ਉਹਨਾਂ ਤੇਰਾ ਨਾਂ ਕੀ ਆ? ਅਮਨ। ਅਮਨ ਹੰਸ ਨਾ? ਹਾਂ ਅਮਨ ਹੰਸ ਕਿਹੜੀ ਕਲਾਸ ਚ ਪੜਦਾ ਸੀ ਤੂੰ ਅਮਨ? ਪਹਿਲੀ ਚ। ਪਹਿਲਾਂ ਨਹੀਂ, ਬਾਅਦ ਦੇ ਵਿੱਚ ਜਦੋਂ ਤੂੰ ਬਿਮਾਰ ਹੋਇਆ ਉਦੋਂ ਕਿਹੜੀ ਜਮਾਤ 'ਚ ਸੀਗਾ? ਚੇਤੇ ਆ ਤੈਨੂੰ? ਨਹੀਂ ਬਹੁਤ ਹੋਣਹਾਰ ਬੱਚਾ ਸੀਗਾ ਜੀ ਅਮਨ, ਪਰ ਘਰ ਦੇ ਕਲੇਸ਼ ਨੇ, ਮਾਂ ਪਿਓ ਦੇ ਬਖਰੇਵਿਆਂ ਨੇ ਇਸ ਹਾਲਾਤ 'ਚ ਲਿਆ ਕੇ ਖੜਾ ਕਰਤਾ। ਤੁਸੀਂ ਦੇਖ ਰਹੇ ਹੋ ਦਿਮਾਗੀ ਦੌਰੇ ਪੈਂਦੇ ਆ, ਮਾਂ ਦੀ ਮੌਤ ਹੋ ਗਈ, ਪਿਓ ਛੱਡ ਕੇ ਚਲਾ ਗਿਆ, ਭੈਣ ਦਾ ਵਿਆਹ ਹੋ ਗਿਆ, ਇਹ ਘਰ 'ਚ ਇਕੱਲਾ। ਮਾਂ ਦੀ ਮੌਤ ਤੋਂ ਬਾਅਦ ਭੈਣ ਦਾ ਵਿਆਹ ਰਿਸ਼ਤੇਦਾਰਾਂ ਨੇ ਕਰਤਾ ਵੀ ਇਕੱਲੀ ਕੁੜੀ ਦਾ ਕੀ ਬਣੂਗਾ ਹਨਾ। ਚੱਲ ਤੇ ਫਿਰ ਅਮਨ ਘਰ ਦੇ ਵਿੱਚ ਇਕੱਲਾ ਸੀ, ਇਹਨੂੰ ਰੋਟੀ ਕੋਈ ਦੇ ਦਿੰਦਾ ਸੀ। ਆ ਦੇਖੋ ਇਹਦਾ ਕੰਨ ਵੱਢਿਆ ਹੋਇਆ, ਆ ਕੰਨ ਇਹਦਾ ਕਿਵੇਂ ਵੱਢਿਆ ਗਿਆ ਸੀ? ਘਰ ਦੇ ਵਿੱਚ ਆਪਣੇ ਖੜਾ ਸੀ, ਖੜਾ ਦੌਰਾ ਪੈ ਜਾਂਦਾ ਇਹਨੂੰ ਖੜੇ ਨੂੰ ਹੀ, ਕਿਉਂਕਿ ਮਾਂ ਦੇ ਮੌਤ ਤੋਂ ਬਾਅਦ ਹੋਰ ਜ਼ਿਆਦਾ ਸਦਮਾ ਲੱਗ ਗਿਆ। ਪਹਿਲਾਂ ਹੀ ਬਾਪ ਦੇ ਕਰਕੇ ਬਹੁਤ ਸਦਮੇ ਸੀ ਬੱਚਾ, ਤਾਂ ਖੜੇ ਡਿੱਗ ਪਿਆ। ਤੇ ਜਿਹੜੀ ਰਸੋਈ ਦੀ ਸੈਲਫ ਹੁੰਦੀ ਆ, ਪੱਥਰ ਦੀ ਨੁੱਕਰ ਵੱਜੀ, ਇੰਨੀ ਜ਼ੋਰ ਦੀ ਉਸ ਪੱਥਰ ਦੀ ਨੁੱਕਰ ਤੇ ਵੱਜਿਆ ਤੇ ਇਹਦਾ ਕੰਨ ਹੀ ਵੱਢਿਆ ਗਿਆ, ਨਾਲ ਲਟਕਦਾ ਸੀ। ਜਦੋਂ ਇਹ ਸਾਡੇ ਕੋਲ ਲੈ ਕੇ ਆਇਆ, ਇਹਦਾ ਮਾਸੜ ਤੇ ਇਹਦੀ ਭੈਣ ਕੈਂਪ 'ਚ ਲੈ ਕੇ ਆਏ ਸੀ ਸਾਡੇ ਕੋਲ ਇੱਥੇ, ਪਰ ਇਹਦੀ ਹਾਲਤ ਦੇਖ ਕੇ ਡਾਕਟਰਾਂ ਨੇ ਤੇ ਸਾਨੂੰ ਐਂ ਲੱਗਿਆ ਵੀ ਲਿਬੜਿਆ ਤੇ ਬੜਿਆ, ਬਾਲ ਏਡੇ ਲੰਬੇ ਹੋਏ, ਗੰਦੇ ਕੱਪੜੇ ਪਾਏ, ਏਡੇ ਲੰਬੇ ਨਹੁੰ ਹੋਏ। ਤਾਂ ਫਿਰ ਇਹਨੂੰ ਹਸਪੀਟਲ ਦਾਖਲ ਕਰਾਇਆ। ਜਦੋਂ ਹਸਪੀਟਲ ਤੋਂ ਛੁੱਟੀ ਮਿਲੀ ਤੇ ਉਹ ਕਹਿੰਦੇ ਇਹਨੂੰ ਰੱਖੂ ਕੌਣ? ਭੈਣ ਕਹਿੰਦੀ ਵੀਰੇ ਮੇਰਾ ਤਾਂ ਹੁਣੇ ਹੀ ਵਿਆਹ ਹੋਇਆ, ਮੇਰੇ ਸਹੁਰੇ ਨਹੀਂ ਮੰਨਦੇ। ਮਾਸੜ ਕਹਿੰਦਾ ਮੈਂ ਨਹੀਂ ਰੱਖ ਸਕਦਾ। ਤਾਂ ਫਿਰ ਰੱਖੂ ਕੌਣ? ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਅਮਨ ਨੂੰ ਆ ਸੁਪਨਿਆਂ ਦਾ ਘਰ ਦਿੱਤਾ ਵੀ ਅਮਨ ਹੁਣ ਸਾਡੇ ਕੋਲੇ ਰਹਿੰਦਾ। ਇੱਕ ਵਾਰ ਤਾਂ ਇਹਦੇ ਹਾਲਾਤ ਇਦਾਂ ਦੇ ਸੀਗੇ ਵੀ ਬਚੂ ਕਿ ਨਹੀਂ ਬਚੂ, ਇਦਾਂ ਦੇ ਹਾਲਾਤ ਸੀ, ਪਰ ਉਹ ਵਾਹਿਗੁਰੂ ਦੀ ਮਿਹਰ ਨਾਲ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਮਨ ਠੀਕ ਹੋ ਰਿਹਾ ਅੱਗੇ ਨਾਲੋਂ। ਹੁਣ ਅਗਲੀ ਵਾਰ ਅਸੀਂ ਪਤੰਗ ਉਡਾਵਾਂਗੇ ਹਨਾ, ਅਗਲੀ ਲੋਹੜੀ ਤੇ ਪਤੰਗ ਚੜਾਵਾਂਗੇ। ਕਿੱਦਾਂ ਚੜਾਉਣਾ ਨਾ ਪਤੰਗ? ਏਦਾਂ ਕਰਕੇ ਹੈ। ਅੱਛਾ, ਤੇ ਇਦਾਂ ਹੀ ਇਹ ਬੱਚਾ, ਇਹਦਾ ਐਕਟਿਵ ਲੱਭਿਆ ਸਾਨੂੰ ਹੁਣ ਮਹੀਨਾ 2 ਮਹੀਨੇ ਪਹਿਲਾਂ ਹੀ ਗੁੜੇ ਪਿੰਡ ਤੋਂ ਹਨਾ। ਇਹਦਾ ਪਤਾ ਹੀ ਨਹੀਂ, ਮਾਂ ਬਾਪ ਨੇ ਪਤਾ ਨਹੀਂ ਕਿਉਂ ਜਾਣ ਕੇ ਛੱਡਤਾ ਜਾਂ ਕਿਵੇਂ ਆ ਹਨਾ। ਇਸੇ ਤਰ੍ਹਾਂ ਹੀ ਪਹਿਲਾਂ ਪੰਡਤ ਆ ਤੇ ਬਾਈ ਬਹਿ ਜਾਓ, ਤੁਸੀਂ ਬਾਪੂ ਜੀ ਨੂੰ ਬਿਠਾਓ। ਤੇ ਇਹਦੇ ਵੀ ਮਾਂ ਬਾਪ ਨੇ ਖੁਦ ਜਾਣ ਬੁੱਝ ਕੇ ਆਪ ਹੀ ਛੱਡਤਾ ਹਨਾ। 3 ਭੈਣਾਂ ਦਾ ਇਕੱਲਾ ਭਰਾ ਵਾ ਅਮਿਤ ਮਿਸ਼ਰਾ, ਤੇ ਇਹਨਾਂ ਦੀਆਂ ਵੀ ਲੋਹੜੀਆਂ ਮਨਾਈਆਂ ਗਈਆਂ ਹੋਣਗੀਆਂ, ਇਹਨਾਂ ਦੇ ਵੀ ਗੁੜ ਵੰਡੇ ਗਏ ਹੋਣਗੇ, ਇਹਨਾਂ ਦੀਆਂ ਵੀ ਖੁਸ਼ੀਆਂ ਮਨਾਈਆਂ ਗਈਆਂ ਹੋਣੀਆਂ। ਪਰ ਇਹਨਾਂ ਨੂੰ ਇੰਨੀ ਵੀ ਸੁੱਧ ਨਹੀਂ ਹੈਗੀ ਵੀ ਇਹ ਆਪਣਿਆਂ ਨੂੰ ਕਹਿ ਸਕਣ, ਆਪਣਿਆਂ ਨੂੰ ਯਾਦ ਕਰ ਸਕਣ। ਪੰਡਤ ਨੂੰ ਤਾਂ ਸ਼ਾਇਦ ਇੰਨੀ ਵੀ ਸੁੱਧ ਬੁੱਧ ਨਹੀਂ ਹੈਗੀ। ਅਮਨ ਤਾਂ ਯਾਦ ਵੀ ਕਰ ਰਿਹਾ ਵੀ ਮੇਰੀ ਮੰਮੀ ਪਿਛਲੇ ਵਾਰ ਜਿਉਂਦੀ ਸੀ, ਵੀ ਮੈਂ ਜਦੋਂ ਪਤੰਗ ਉਡਾਏ ਸੀ ਮੰਮੀ ਮੇਰੇ ਕੋਲੇ ਖੜੀ ਸੀਗੀ ਤੇ ਮੈਂ ਭਰਾ ਨਾਲ ਪਤੰਗ ਉਡਾਏ ਸੀ। ਐਕਟੀ ਤਾਂ ਕੋਈ ਭਰਾ ਵੀ ਨਹੀਂ ਰਿਹਾ, ਕਿਉਂਕਿ ਭਰਾ ਉਹਨਾਂ ਦੇ ਖੜਦੇ ਹੁੰਦੇ ਆ ਜਿਨ੍ਹਾਂ ਦੇ ਘਰ 'ਚ ਕੋਈ ਦੀਵਾ ਬਲਦਾ ਹੋਵੇ, ਜਿਨ੍ਹਾਂ ਦੇ ਘਰ 'ਚ ਲੋਹੜੀ ਦੀ ਧੂਣੀ ਬਲਦੀ ਹੋਵੇ। ਇਸ ਘਰ 'ਚ ਤਾਂ ਲੋਹੜੀ ਦੀ ਧੂਣੀ ਵੀ ਬਲਣੋਂ ਹਟ ਗਈ ਤੇ ਭਰਾ ਵੀ ਪਿੱਛੇ ਹਟ ਜਾਂਦੇ ਨੇ ਹਨਾ। ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੀਆਂ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਕੋਈ ਨਜ਼ਰ ਹੀ ਲੱਗ ਗਈ, ਜਿਵੇਂ ਕਹਿ ਦਈਏ। ਜਿਵੇਂ ਬਾਪੂ ਬੈਦਵਾਨ ਜੀ ਦੀ ਗੱਲ ਕਰਦੇ ਆ, ਐਡਾ ਵਧੀਆ ਹੱਸਦਾ ਵਸਦਾ ਪਰਿਵਾਰ, ਸੰਪੰਨ ਪਰਿਵਾਰ, ਪੈਸੇ ਦੀ ਕਮੀ ਨਹੀਂ, ਪੜ੍ਹਾਈ ਲਿਖਾਈ ਦੇ ਵਿੱਚ ਅੱਵਲ। ਪਰ ਕਈ ਵਾਰੀ ਕੁਛ ਵਕਤ ਦੀ ਮਾਰ ਇਸ ਤਰ੍ਹਾਂ ਦੀ ਪੈਂਦੀ ਆ। ਭੈਣ ਅਮਨਦੀਪ ਸਾਡੇ ਬੈਠੇ ਨੇ ਹੁਣ ਕੋਲੇ ਸਾਡੇ, ਇਹਨਾਂ ਦੇ ਵੀ ਘਰ ਦੇ ਵਿੱਚ ਖੁਸ਼ੀਆਂ ਸੀ, ਸਾਰਾ ਕੁਝ ਸੀ। ਸ਼ਾਇਦ ਤੁਸੀਂ ਕਹਿੰਦੇ ਹੋਵੋਗੇ ਅੱਜ ਖੁਸ਼ੀ ਦੇ ਮੌਕੇ ਤੇ ਅਸੀਂ ਫੇਰ ਉਹੀ ਗਮ ਦੀਆਂ ਗੱਲਾਂ ਕਰੀ ਜਾਂਦੇ ਆ। ਅਸੀਂ ਅਕਸਰ ਗੱਲ ਕਰਦੇ ਆ, ਸਾਡੇ ਘਰ ਦੇ ਵਿੱਚ ਗਮ ਤੇ ਖੁਸ਼ੀਆਂ ਸਾਥ ਸਫ਼ਰ ਕਰਦੀਆਂ ਵਾ। 250 ਤੋਂ ਵੱਧ ਅਸੀਂ ਉਹ ਮੈਂਬਰ ਆ ਇੱਥੇ ਜਿਹੜੇ ਬਹੁਤ ਮਾੜੇ ਹਾਲਾਤਾਂ ਚੋਂ ਨਿਕਲ ਕੇ ਆਏ ਨੇ। 300 ਦੇ ਕਰੀਬ ਅਸੀਂ ਮੈਂਬਰ ਆ ਇੱਥੇ ਸਾਰੇ, ਜਿਹੜੇ ਅਸੀਂ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ। ਚਾਹੇ ਉਹ ਲੋਹੜੀ ਆ, ਚਾਹੇ ਉਹ ਦੀਵਾਲੀ ਆ, ਚਾਹੇ ਉਹ ਦੁਸਹਿਰਾ ਵਾ, ਚਾਹੇ ਉਹ ਹੋਲੀ ਆ, ਚਾਹੇ ਉਹ ਪਿਆਰਾ ਵਾ, ਚਾਹੇ ਉਹ ਆਰਤੀ ਆ ਸਾਡੀ। ਤੇ ਇਹ ਸਾਰੇ ਆਰਤੀ ਉਰੇ ਆ ਜਾ ਪੁੱਤ,
ਆਰਤੀ ਦੀ ਅਸੀਂ ਮਨਾਉਣੀ ਹੈ ਲੋਹੜੀ ਹੈ ਨਾ। ਆਰਤੀ ਦੀ ਲੋਹੜੀ, ਆਰਤੀ ਅੱਜ ਪਾਊਗੀ ਤਿਲ। ਆਰਤੀ ਤਿਲ ਪਾਉਂਦੇ ਨੇ ਇਹਦੇ ਵਿੱਚ। ਤੂੰ ਲੋਹੜੀ ਮਨਾਈ ਸੀ ਪਿਛਲੀ ਵਾਰ? ਕਿੱਥੇ ਸੀ ਤੂੰ ਲੋਹੜੀ ਤੇ? ਤੁਹਾਡੇ ਘਰੇ ਧੂਣੀ ਬਾਲੀ ਸੀ ਪਿਛਲੀ ਵਾਰ? ਤੂੰ ਕਿੱਥੇ ਗਈ ਹੋਈ ਸੀਗੀ? ਧੂਣੀ ਤਾਂ ਬਾਲੀ ਸੀ ਜੋਗੀ ਨੇ। ਨਹੀਂ ਬਾਲੀ ਸੀ। ਲੋਹੜੀ ਮੰਗਣ ਤਾਂ ਗਏ ਸੀ ਨਾ। ਹਾਂ, ਕੀ ਕਿੱਥੇ ਕਿੱਥੇ ਮੰਗਣ ਗਏ? ਕਿਵੇਂ ਮੰਗਦੇ ਸੀਗੇ? ਲੋਹੜੀ ਦੇ ਬਈ ਲੋਹੜੀ, ਬਾਪੂ ਤੇਰੀ ਲੋਹੜੀ, ਐ ਕਹਿੰਦੇ ਹੁੰਦੇ? ਹੈ ਕੌਣ ਕਹਿੰਦਾ ਹੁੰਦਾ? ਡੈਡੀ ਮੰਮੀ ਕਹਿੰਦੇ ਸੀ। ਤੂੰ ਕੋਲੇ ਖੜੀ ਹੁੰਦੀ ਸੀ ਨਾ, ਕੋਈ ਲਿਆ ਕੇ ਸਿਓ ਦੇ ਦਿੰਦਾ, ਕੋਈ ਥੋੜੀ ਮੂੰਗਫਲੀ ਦੇ ਦਿੰਦਾ ਤੇ ਕੋਈ ਥੋੜੀਆਂ ਰਿਓੜੀਆਂ ਦੇ ਦਿੰਦਾ। ਥੋੜੀ ਪਤੰਗ ਨਾਲ ਪਤਾ ਨਹੀਂ ਕਿੰਨੇ ਲੋਕਾਂ ਦੀ ਰੋਜ਼ ਮੌਤ ਹੋ ਜਾਂਦੀ ਆ। ਹੁਣ ਥੋੜੇ ਦਿਨਾਂ ਦੇ ਵਿੱਚ ਆ ਜਾ ਧੱਕੇ ਨਾ ਮਾਰੋ ਪੁੱਤ, ਧੱਕੇ ਨਹੀਂ ਬਹਿਣਾ, ਨਹੀਂ ਬਹਿਣਾ, ਨਹੀਂ ਉੱਤੇ ਨਹੀਂ ਬਹਿਣਾ, ਮੋਢਿਆਂ ਤੇ ਨਹੀਂ ਬਹਿਣਾ। ਛੱਡੀ ਪੁੱਤ ਛੱਡ। ਤੇ ਇਹ ਬੱਚੇ ਏਦਾਂ ਹੀ ਚੁੰਬੜੀ ਜਾਂਦੇ ਆ, ਜੁੜੀ ਜਾਂਦੇ। ਕੀ ਗੱਲ ਹੋਈ, ਆਵਾਜ਼ ਨਹੀਂ ਆ ਰਹੀ? ਤੈਨੂੰ ਹੁਣ ਪਤਾ ਲੱਗਿਆ ਭਾਈ? ਨਹੀਂ ਹੁਣੇ ਹੋਈ ਹੈ। ਹੈ ਹੁਣੇ ਹੋਈ ਹੈ। ਕੀ ਹੋਈ ਆ ਹੁਣੇ? ਆਵਾਜ਼ ਬੰਦ। ਉਹ ਦੇਖ ਲਓ ਭਾਈ ਕੋ ਖੋਲ ਕੇ ਵੀਡੀਓ ਖੋਲ ਕੇ ਦੇਖ ਲਾ। ਬਾਹਰ ਫੋਨ ਤੇ ਹੀ ਲੱਗਿਆ ਰਹਿਣਾ ਸਾਰਾ ਦਿਨ। ਕੱਟ ਦੇ ਖੋਲ ਕੇ ਦੇਖ। ਇਹ ਕਹਿੰਦਾ ਆ ਨਹੀਂ ਰਹੀ। ਕਰਨ ਸਾਡੀਆਂ ਆਇਆ ਤੇਰਾ? ਨਹੀਂ ਆਇਆ ਨਹੀਂ। ਕੀ ਕਹਿੰਦਾ? ਕਹਿੰਦਾ ਸੀ ਫੋਨ ਤੇ, ਕਹਿੰਦਾ ਸੀ ਉਹਨੂੰ ਕਿ ਤੂੰ ਤਾਂ ਲੋਹੜੀ ਵਾਲੇ ਦਿਨ ਵੀ ਗੱਪੀ ਨਿਕਲ ਗਿਆ ਬੇ ਗੱਪੀਆ, ਕਿ ਲੋਹੜੀ ਵਾਲੇ ਦਿਨ ਵੀ ਗੱਪ ਮਾਰ ਗਿਆ। ਹਾਂ ਹੋਲੀ ਆਉਗੀ। ਕਿਵੇਂ ਲਾਵਾਂਗੇ ਮੂੰਹ ਤੇ? ਕਿਵੇਂ ਲਾ? ਸਾਰਾ ਮੂੰਹ ਇਹਦਾ ਹੋਲੀ ਵਾਲੇ ਰੰਗ ਨਾਲ ਭਰ ਦੇਣਾ, ਰੰਗ ਬਰੰਗਾ ਕਰ ਦੇਣਾ ਹਨਾ ਕਰ ਦੇਣਾ ਨਾ ਹੋਲੀ ਵਾਲੇ ਰੰਗ। ਐ ਅਮਨ ਇੱਧਰ ਦੇਖ, ਐ ਅਮਨ ਰੰਗ ਕਿਵੇਂ ਲਾ ਦੇਣਾ ਮੂੰਹ ਤੇ? ਹੋਰ ਫਿਰ ਆਰਤੀ, ਜਦੋਂ ਪਿਛਲੇ ਸਾਲ ਤੂੰ ਆਪਣੇ ਘਰ ਨਹੀਂ ਮਨਾਈ ਸੀ, ਕਿੱਥੇ ਗਈ? ਗਿੱਦੜ ਬਾਹੇ ਗਏ ਸੀਗੇ ਜਾਂ ਮਲੋਟ ਗਏ ਸੀਗੇ ਲੋਹੜੀ? ਕਿੱਥੇ ਚਲੇ ਜਾਂਦੇ? ਸ਼ਹਿਰ ਚ, ਮਲੋਟ ਚ ਵੀ ਸਾਰਾ ਦਿਨ ਲੋਹੜੀ ਮੰਗਦੇ ਸੀ ਹਨਾ। ਹਾਂ ਬਈ ਹੁੰਦੀ ਹੈ ਪਤਾ ਤੁਹਾਨੂੰ ਲੋਹੜੀ ਵਾਲੇ ਦਿਨ ਕੀ ਹੋਇਆ ਸੀਗਾ? ਪਤਾ ਕਿਸੇ ਨੇ ਅੱਜ ਪੜ੍ਹਿਆ? ਪਤਾ ਕਿਸੇ ਨੂੰ ਵੀ ਲੋਹੜੀ ਵਾਲੇ ਦਿਨ ਕੀ ਹੋਇਆ ਸੀ? ਪਤਾ ਕੁਛ ਨਹੀਂ ਬੋਲਦੇ ਨਹੀਂ। ਬੋਲੋ ਤਾਂ ਸਹੀ ਵੀ। ਹਾਂ ਜਾਂ ਨਾ? ਤੂੰ ਸਿਰ ਖੁਰਕਣ ਲੱਗ ਗਿਆ। ਅੱਛਾ ਹਾਂ ਵੀ ਪਤਾ ਕਿਸੇ ਨੂੰ ਲੋਹੜੀ ਵਾਲੇ ਦਿਨ ਕੀ ਹੋਇਆ ਸੀ? ਕਿਸੇ ਨੇ ਪੁੱਛਿਆ? ਹਾਂ ਤੁਹਾਡੇ ਮੈਡਮ ਉਹਨਾਂ ਨੂੰ ਵੀ ਨਹੀਂ ਪੁੱਛਿਆ ਤੁਸੀਂ ਵੀ ਮੈਡਮ ਲੋਹੜੀ ਵਾਲੇ ਦਿਨ ਕੀ? ਛੱਡ ਦੋ ਯਾਰ, ਫੜਦੇ ਕਿਉਂ ਆ? ਆਇਆ ਪੁੱਤ ਆਇਆ, ਕੋਈ ਨਾ ਕੁੱਟਾਂਗੇ। ਬਹੁਤ ਮੁਬਾਰਕਾਂ ਚੰਡੋਕ ਸਾਹਿਬ। ਦਲਿੱਦਰ ਆਵੇ, ਦਲਿੱਦਰ ਦੀ ਜਨ ਚੁੱਲ੍ਹੇ ਪਾਏ। ਹਾਂ ਵੀ ਮਤਲਬ ਦਲਿੱਦਰ ਆ ਜਿਹੜਾ ਲੋਹੜੀ ਵਾਲੇ ਦਿਨ ਆਉਂਦਾ ਸੀ ਹਨਾ। ਮਤਲਬ ਦਲਿੱਦਰ ਇਹਨੂੰ ਕਹਿੰਦੇ ਜਿਹੜਾ ਸਵੇਰੇ ਨਹਾ ਲਾਂਗੇ, ਕੱਲ ਨੂੰ ਨਹਾ ਲਾਂਗੇ, ਪਰਸੋਂ ਨੂੰ ਨਹਾ ਲਾਂਗੇ, ਏਦਾਂ ਵਾਲੇ ਦਲਿੱਦਰ ਹਨਾ। ਇੱਕ ਦੁੱਲਾ ਭੱਟੀ ਹੁੰਦਾ ਸੀ ਹਨਾ। ਦੁੱਲਾ ਭੱਟੀ। ਹਾਂਜੀ ਹਾਕਮ ਬਾਪੂ ਜੀ ਵਾਲੇ ਦਿਨ ਕੀ ਹੋਇਆ ਪਤਾ ਕੁਛ? ਹਾਂਜੀ ਬਾਪੂ ਬੈਠਾ ਆ। ਬਾਪੂ ਬੈਠਾ। ਬਾਪੂ ਜੀ ਲੋਹੜੀ ਵਾਲੇ ਦਿਨ ਕੀ ਹੋਇਆ ਸੀ ਜੀ? ਮਹਾਰਾਜ
ਭਾਜੀ ਉਹ ਮਹਾਰਾਜ ਜੀ ਸੁਖਵੰਤ ਵੀਰ ਸਿੰਘ ਜੀ ਆ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਜੈਲ ਇਹ ਕਹਿੰਦਾ ਮੈਂ ਦੱਸਦਾ ਲੈ ਆਰਤੀ ਉਧਰ ਨੂੰ ਮੂੰਹ ਕਰ ਖੜ ਜਾ ਇੱਥੇ ਨਾਲ ਹਾਂ ਹਾਂਜੀ ਪੁੱਤ ਜਾਣਕਾਰੀ ਲੈਣੇ ਬਾਪੂ ਤੋਂ ਲੋਹੜੀ ਕਾ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਸਾਰਿਆਂ ਨੇ ਦੀਵਾਲੀ ਮਨਾਈ ਸੀ ਦੀਵਾਲੀ ਮਨਾਈ, ਫਿਰ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਅੱਜ ਲੋਹੜੀ ਦਾ ਤਿਉਹਾਰ ਜਿਹੜਾ ਇਹ ਵੀ ਖੁਸ਼ੀਆਂ ਭਰਿਆ ਵਾ ਜੀ। ਖੁਸ਼ੀ ਭਰਿਆ ਸਾਰਿਆਂ ਨੂੰ, ਸਾਰੀ ਸੰਗਤ ਨੂੰ, ਸਾਰੇ ਪਰਿਵਾਰ ਨੂੰ, ਮਨੁੱਖਤਾ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਲੱਖ ਜੀ। ਮੁਬਾਰਕਾਂ ਹੋਣ ਜੀ। ਹਾਂਜੀ ਹੋਰ ਕੋਈ ਪੁੱਛਣਾ ਚਾਹੁੰਦੇ ਜੀ? ਹਾਂ ਬਾਪੂ ਜੀ ਇਹ ਪੁੱਛਣਾ ਚਾਹੁੰਦੇ ਆ ਬਾਪੂ ਜੀ ਹਾਂਜੀ ਵੀ ਉਹ ਦੀਵਾਲੀ ਦੀ ਗੱਲ ਸੀਗੀ ਤੁਹਾਨੂੰ ਭੁਲੇਖਾ ਪੈ ਗਿਆ ਆਪਾਂ ਲੋਹੜੀ ਦੀ ਗੱਲ ਕਰਦੇ ਆ ਪਰ ਬਾਪੂ ਨੇ ਦੇਖ ਲਓ ਗੱਲ ਸਾਂਭ ਲਈ ਜੀ। ਬਾਪੂ ਨੂੰ ਪਤਾ ਲੱਗ ਗਿਆ ਵੀ ਮੈਂ ਗਲਤ ਆ, ਮੈਂ ਦੀਵਾਲੀ ਦੀ ਗੱਲ ਕਰ ਰਹੀ। ਬਾਪੂ ਕਹਿੰਦਾ ਜੀ ਮੈਂ ਕਹਿੰਦਾ 14 ਸਾਲ ਬਾਅਦ ਬਨਵਾਸ ਕੱਟ ਕੇ ਰਾਮ ਜੀ ਆਏ ਤੇ ਉਹਨਾਂ ਦੀ ਖੁਸ਼ੀ ਦੇ ਆਉਣ ਦੇ ਸਾਰਿਆਂ ਦੇ ਉਹਨਾਂ ਨੂੰ ਵਧਾਈ ਦਿੱਤੀ ਔਰ ਲੋਹੜੀ ਦੀਆਂ ਵੀ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਸਾਰਿਆਂ ਨੂੰ ਮੁਬਾਰਕਾਂ। ਸ੍ਰੀ ਰਾਮਚੰਦਰ ਮਹਾਰਾਜ ਜੀ ਨੂੰ ਮੁਬਾਰਕਾਂ। ਲੋਹੜੀ ਸ੍ਰੀ ਰਾਮਚੰਦਰ ਜੀ ਮਹਾਰਾਜ ਜੀ ਨੂੰ ਲੋਹੜੀ ਦੀਆਂ ਲੱਖ ਬਹੁਤ ਲੱਖ ਬਹੁਤ ਮੁਬਾਰਕਾਂ ਮੁਬਾਰਕਾਂ। ਔਰ ਮਨੁੱਖਤਾ ਪਰਿਵਾਰ ਨੂੰ ਵੀ ਤੈਨੂੰ ਨਹੀਂ ਪਤਾ ਲੱਗਦਾ ਭਾਈ ਲੱਖ ਲੱਖ ਵਧਾਈ ਹੋਵੇ ਜੀ। दूसरा माइक मंगाए खरड़ खरड़ हो रही है। ਇਧਰ ਨੂੰ ਆ ਜਾਓ ਮੜਾ ਧੂਆਂ ਹੋ ਰਿਹਾ ਇੱਧਰ ਨੂੰ। आगे वो ਹਾਂਜੀ ਬੇਬੇ ਉਹ ਤੁਸੀਂ ਮੰਮਾ ਕੋਲ ਜਾਣਾ ਗੁਰੀ ਜਾਂ ਫਿਰ ਇੱਥੇ ਖੜ ਰਹੇ ਥੱਲੇ ਪੁੱਤ ਚੱਕ। ਹਾਂ ਬੇਬੇ ਸਤਿ ਸ੍ਰੀ ਅਕਾਲ। ਬੇਬੇ ਲੋਹੜੀ ਦੀਆਂ ਮੁਬਾਰਕਾਂ ਤੈਨੂੰ ਹੈ। ਲੋਹੜੀ ਦੀਆਂ ਮੁਬਾਰਕਾਂ ਮਾਂ। ਲੋਹੜੀ ਜਦੋਂ ਸੋਨਾ ਹੋਇਆ ਸੀ ਲੋਹੜੀ ਮਨਾਈ ਸੀ? ਸੋਨਾ ਹੋਇਆ ਸੀ ਜਦੋਂ ਮਨਾਈ ਤਾਂ ਸੀ ਲੋਹੜੀ। ਕੰਨ ਠੀਕ ਹੈ। ਕੰਨ ਠੀਕ ਹੋ ਜਾਣਾ। ਦੁਖਦਾ ਨੀ ਗਾ ਹੁਣ ਕੰਨ ਤੈਨੂੰ ਲੱਗਦਾ ਇਹਦਾ ਬੇਬੇ ਦਾ ਜੀ ਕੰਨ ਸੋਨੇ ਨੇ ਇਹਦੇ ਪੁੱਤ ਨੇ ਮਾਰ ਕੇ ਥੱਪੜ ਪੜਦਾ ਪਾੜਤਾ ਸੀਗਾ। ਪਹਿਲਾਂ ਤਾਂ ਡਾਕਟਰਾਂ ਨੇ ਜਵਾਬ ਦਿੱਤਾ ਸੀ। ਹੁਣ ਗੁਰਪ੍ਰੀਤ ਕੋਚਰ ਨੇ ਡਾਕਟਰ ENT ਦੇ ਬਹੁਤ ਚੰਗੇ ਡਾਕਟਰ ਨੇ ਉਹਨਾਂ ਨੂੰ ਚੈੱਕ ਕਰਾਇਆ ਵਾ। ਉਹਨਾਂ ਨੇ ਹੁਣ ਦਵਾਈ ਦਿੱਤੀ ਹੈ 5 ਦਿਨਾਂ ਦੀ। ਉਹ ਕਹਿੰਦੇ ਵੀ ਉਹ ਜਿਹਦੇ ਨਾਲ ਪਰਦੇ ਦੇ ਵਿੱਚ ਸਰਾਖ ਹੋ ਗਿਆ ਮਾਤਾ ਜੀ ਦੇ ਤੇ ਚੱਕਣਾ ਨਹੀਂ ਪੁੱਤ ਚੱਕਣਾ ਨਹੀਂਗਾ। ਨਹੀਂ ਪੁੱਤ ਨਹੀਂ ਚੱਕਣਾ ਨਹੀਂ ਪੁੱਤ ਥੱਲੇ ਖੜ। ਆਪਾਂ ਗੁਰੀ ਦੀ ਅੱਜ ਸਾਡੇ ਦੀ ਗੁਰੀ ਦੀ ਵੀ ਲੋਹੜੀ ਹੈ ਸਾਡੇ ਕੱਲ ਅੰਮ੍ਰਿਤਸਰ ਭੇਜੇ ਗੁਰਫਤਿਹ ਦੀ ਲੋਹੜੀ ਅਸੀਂ ਹਜੇ ਤੱਕ ਨਹੀਂ ਮਨਾਈ ਜੀ। ਕਹਿੰਦੇ ਜੀ ਜਦੋਂ ਸਾਰੇ ਜਾਣੇ ਆ ਗਏ ਇਹਦੇ ਚ ਬਾਹਰ ਨੇ ਉਹ ਕਹਿੰਦੇ ਸਾਡੇ ਆਇਆਂ ਤੋਂ ਮਨਾਇਓ। ਇੱਕ ਆਇਆ ਗਲੀ ਦੇ ਵਿੱਚ ਚਲਿਆ ਗਿਆ ਤੇ ਦੂਜਾ ਕਹਿੰਦਾ ਜਦੋਂ ਮੈਂ ਆਉਂਗਾ। ਬੇਟੀ ਬਾਹਰ ਆਉ ਕਹਿੰਦੀ ਜਦੋਂ ਮੈਂ ਆਉਂਗੀ ਉਦੋਂ ਮਨਾਉਣੀ ਆ। ਹੁਣ ਸਾਡੇ ਗੁਰੀ ਦੀ ਲੋਹੜੀ ਵੀ ਸ਼ਾਇਦ ਅਸੀਂ ਵਾਹਿਗੁਰੂ ਮਿਹਰ ਕਰਨ ਅਗਲੇ ਸਾਲ ਮਨਾ ਲਈਏ ਸਾਰੇ ਇਕੱਠੇ ਹੋ ਜਾਈਏ ਇੱਥੇ ਹਨਾ ਗੁਰੀ। ਤੇ ਇੱਧਰ ਕੀ ਕਰ ਲਿਆਓ ਵੀ ਤੇਲ ਲਿਆਓ। ਬੰਦ ਕਰਕੇ ਚਲਾ ਲਾ। ये तो चल रहा है। ਆਵਾਜ਼ ਆ ਰਹੀ ਹੁਣ ਸਹੀ ਆਉਂਦੀ ਹੈ। ਦੁੱਧ ਚੱਕਦੇ ਆ ਉਹ ਤਾਂ ਪਹਿਲਾਂ ਤਿਲ ਪਾਉਣੇ ਆਪਾਂ ਸਾਰਿਆਂ ਨੇ। ਹਾਂ ਸਾਰੇ ਜਾਣੇ ਪਾਵਾਂਗੇ ਸਾਰੇ ਜਾਣੇ ਸਾਰੇ ਮੂਰੇ ਬਾਪੂ ਜਿਹੜੇ ਮੋਹਲੀ ਲਾਈਨ 'ਚ ਬੈਠੇ ਸਾਰਿਆਂ ਨੂੰ ਥੋੜੀ ਥੋੜੀ ਦਿਓ। ਪਾਲ ਆ ਜਾਓ ਵਲੰਟੀਅਰ ਕਿੱਥੇ ਨੇ ਸਾਰੇ ਬਈ। ਦੁੱਧ ਆਪਣੇ ਇੱਕ ਵਾਢਿਓ ਪਾਓ ਇੱਕ ਵਾਢਿਓ ਲੱਗੋ ਸਾਰੇ ਜਾਣੇ। ਚੱਕ ਲੈ ਚੱਕ ਲੈ ਇੱਥੇ ਤਾਂ ਇਕੱਲੇ ਦਾ ਨਹੀਂ ਕਹਿੰਦਾ ਪਾਪਾ ਇੱਥੇ ਕਿੰਨੇ ਜਾਣਿਆਂ ਦੇ ਸਾਰੇ ਜਾਣੇ ਕਹਿੰਦੇ ਮੈਨੂੰ ਵੀ ਚੱਕ ਮੈਨੂੰ ਵੀ ਚੱਕ। ਮੈਂ ਇਕੱਲੇ ਚਲੋ ਵੀ ਚਲੋ। ਲਓ ਜੀ ਬਾਪੂ ਚੰਡੋਕ ਸਾਹਿਬ ਇੱਧਰ ਆ ਜਾ ਪੁੱਤ ਇੱਧਰ ਆ ਇੱਧਰ ਆ ਜਾ ਇੱਧਰ ਆ ਜਾ ਪੁੱਤ ਇੱਧਰ ਆ ਰੇ ਉਧਰ ਉਧਰ ਆ ਪੰਡਤ ਨੂੰ ਲਿਆ ਕੇ ਦਿਓ ਥੋੜੇ ਚੌਲ। ਆ ਕਿੱਥੇ ਤਿਲ ਆ ਲੈ ਪੰਡਤ ਆ ਲੈ ਪੁੱਤ ਫੜ ਇਹਦੇ ਵਿੱਚ ਸਿੱਟਣੇ ਬਾਬਾ ਜੀ ਦੇ।
ਸਿੱਟੋ ਬਾਪੂ ਜੀ। ਹਾਂ ਏਦਾਂ ਮਾਰੋ ਬਾਪੂ ਜੀ ਚੱਕ ਕੇ ਉੱਪਰ। ਹਾਂ ਸਾਹਮਣੇ ਤੂੰ ਥੋੜਾ ਦੂਰ ਕੋਈ ਨਾ ਬੋਲੇ ਸੋ ਨਿਹਾਲ। ਆਜੋ ਸਰਪੰਚ ਸਾਹਿਬ ਪਾਓ। ਸਰਪੰਚ ਬਾਪੂ ਗੋਪਾਲ ਲੋਹੜੀ ਦੀਆਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਬਾਪੂ ਗੋਪਾਲ ਜੀ। ਸਰਪੰਚ ਕਿੱਥੇ ਆ ਸਾਡਾ ਭਾਈ ਹੈਲਨ ਦੇ ਘਰੋਂ? ਇੱਧਰ ਬਾਪੂ ਜੀ। ਉਹ ਬੱਲੇ ਬਾਪੂ। ਹਾਂ ਦੂਈ ਪਾਉਣੇ ਚੱਲਾਂਗੇ ਥੋੜਾ ਰੋਕ ਕੇ ਚੱਲਾਂਗੇ। ਸਤਿ ਸ੍ਰੀ ਅਕਾਲ ਜੀ। ਹਾਂ ਧੰਨਵਾਦ ਜੀ ਤੁਹਾਨੂੰ ਵੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਵਧੀਆ ਬਹੁਤ ਵਧੀਆ। ਠੀਕ ਹੈ ਤੂੰ ਉਹਦੇ ਮੰਮੀ ਕੋਲ ਚੱਲ। ਤੈਨੂੰ ਮੰਮੀ ਕੋਲ ਛੱਡ ਕੇ ਆਉਣਾ ਫਿਰ ਜੇ ਉੱਪਰ ਜਾਣਾ ਫਿਰ ਤੂੰ ਥੱਲੇ ਤਾਂ ਖੜਦਾ ਨਹੀਂਗਾ ਪੁੱਤ। ਘਰੇ ਚੱਲਾਂਗੇ ਆਪਾਂ। ਆਹ ਰਿਓੜੀਆਂ ਕੱਢੀਏ। ਹਾਂ ਰਿਓੜੀਆਂ ਕੱਢੀਏ ਆਪਾਂ। ਪਾਏ ਨਹੀਂ ਗੁਰੂ ਦਾ ਕਹਿੰਦਾ ਉੱਪਰ ਜਾਣਾ। ਰੋਟੀ ਖਾ ਲਾ। ਆ ਜਾ ਉੱਥੇ ਮੰਮੀ ਕੋਲੇ। ਮੈਂ ਮਾਤਾ ਇੱਥੇ ਆ ਜਾ ਪੁੱਤ ਮੰਮੀ ਉਹਨਾਂ ਕੋਲੇ। ਨਹੀਂ ਡਿੱਗਣ ਨਹੀਂ ਦਿੰਦਾ ਮਾਂ ਡਿੱਗਣ ਨਹੀਂ ਦਿੰਦਾ ਮਾਂ। ਆ ਜਾ ਮਾਂ ਪਾਸੇ ਹੋ ਜਾ ਬਈ ਪਾਸੇ ਹੋ ਜਾ। ਬੇਬੇ ਨੇ ਆਉਣਾ ਪਾਸੇ ਹੋ ਜਾ ਪਿਆਰੇ। ਉਧਰ ਆ ਦਿਨਾ ਹੋਰ ਦਿਨਾ ਤੇਲ ਮਾਂ। ਆ ਜਾ ਅੱਗੇ ਤਾਂ ਆ ਬੇਬੇ ਨੂੰ ਤੇਲ ਦੇ ਵੀ ਹੋਰ ਤੇਜੋ ਬੇਬੇ ਨੂੰ। ਆ ਲੈ ਮਾਂ ਹੋਰ ਪਾ ਲਾ ਤੇਲ। ਹਾਂ ਹੋਰ ਲੈ ਲੈ। ਇਹ ਤੇਲ ਹੀ ਆ ਮਾਂ ਕਾਲੇ ਤੇਲ ਆ। ਹਾਂ ਪਾਸੇ ਹੋ ਜਾ ਪੁੱਤ। ਹਾਂ ਛੱਡ ਦੇ। ਦੁਬਾਰਾ ਫਿਰ ਹਾਂ ਕੀ ਕਹਿ ਦੁਬਾਰਾ ਫਿਰ ਕਹਿ ਦੇ। ਚੁੱਲ੍ਹੇ ਪਾਏ। ਬੇਬੇ ਲੋਹੜੀ ਵਾਲੇ ਦਿਨ ਦੀ ਕੀ ਮਹੱਤਤਾ ਹੁੰਦੀ ਹੈ? ਉਹਦਾ ਨਹੀਂ ਪਤਾ। ਅੱਛਾ ਇਹ ਦੁੱਲੇ ਭੱਟੀ ਦਾ ਪਤਾ? ਦੁੱਲੇ ਭੱਟੀ ਦਾ ਤਾਂ ਪਤਾ ਵੀ ਦੁੱਲਾ ਭੱਟੀ ਹੈਗਾ ਸੀ। ਹਾਂ ਕਹਿੰਦੇ ਜੀ ਉਹ ਬਹੁਤ ਵਧੀਆ ਬੰਦਾ ਸੀ। ਅਮੀਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਦਿੰਦਾ ਹੁੰਦਾ ਸੀ। ਜੁਰਮਾਨਾ ਸੀ। ਹਾਂ ਜੁਰਮਾਨਾ ਸੀ ਤਕੜਾ ਬਹੁਤ ਸੀਗਾ। ਯਾਨੀ ਦੀ ਮਾਂ ਪਿਓ ਦੇ ਵੀ ਉੱਤੋਂ ਦੀ ਸੀ। ਹਾਂ ਮਾਂ ਪਿਓ ਦੀ ਕਾਫੀ ਮਦਦ ਸੀ। ਜਿਵੇਂ ਮੇਰੀ ਬੇਬੇ ਦੇ ਪੁੱਤ ਆ ਜੁਰਮਾਨੇ ਸੁੱਖੇ ਹੋਣੀ ਚਮਕੌਰ ਹੋਣੀ ਉਹ ਵੀ ਜੁਰਮਾਨੇ ਆ ਪੂਰੇ ਹਨਾ। ਚੋਰੀ ਤਾਂ ਕਿਸੇ ਨਹੀਂ ਕਹਿੰਦਾ। ਹਾਂ ਆ ਜਾ ਮੈਨੂੰ ਕਦੋਂ ਛੱਡ ਕੇ ਆਵੇਂਗੇ? ਚੱਲਾਂਗੇ ਮਾਂ ਚੱਲਾਂਗੇ। ਚੋਰੀ ਕੋਲੇ ਆ ਦੇਖ ਬੇਬੇ ਆਈ ਹੋਈ ਮੇਰੀ ਮੰਮੀ। ਛੱਡ ਕੇ ਆਵਾਂਗੇ ਮੈਂ ਵੀ ਚੱਲੂ ਨਾਲ। ਹੈ ਚੰਗਾ। ਹਾਂ ਪਾਰੇ ਬੇਬੇ ਗੁਰਮੀਤ ਕੋਲੇ ਲੱਕੀ ਦੇ ਜਨਮ ਦਿਨ ਦੀਆਂ ਲੋਹੜੀਆਂ ਦੀ ਮੁਬਾਰਕਾਂ ਤੈਨੂੰ। ਹੈ ਆ ਕਾਕਾ ਬੇਬੇ ਨੂੰ ਬਿਠਾਓ ਆ ਕੇ। ਮੈਨੂੰ ਬਿਠਾ ਦੇ ਮੈਂ ਡਿੱਗਣਾ ਪਵਾਂ। ਸਾਰੇ ਜਾਣੇ ਗੁੰਮਿਆ ਨਾ ਕਰੋ ਪੁੱਤ। ਬਿਠਾ ਦੇ ਮੈਨੂੰ। ਇੱਧਰ ਤੇ ਸਿਰ ਦੇ ਬੇਬੇ ਪਾਲੇ। ਵਾਹਿਗੁਰੂ ਕੀ ਅਰਦਾਸ ਕਰਦੇ ਵੀ ਮੇਰੇ ਪੁੱਤ ਨੂੰ ਤੰਦਰੁਸਤ ਰੱਖੀ ਬਾਬਾ ਹੈਨਾ। ਮੇਰੇ ਪਰਿਵਾਰ ਤੇ ਮਿਹਰ ਰੱਖੀ। ਕਿਉਂ ਬੇਬੇ ਤੇਰਾ ਅਗਲੀ ਤੈਨੂੰ ਵੀ ਮਾਂ ਤੁਹਾਨੂੰ ਦੋਨਾਂ ਨੂੰ ਤੇਰਾ ਪੁੱਤ ਵੀ ਭਾਈ ਆ ਜਾਵੇ ਆ ਸਾਲ ਤੈਨੂੰ ਮਿਲਣ ਵੀ ਮੇਰੀ ਮਾਂ ਕਿੱਥੇ ਆ ਮੇਰੀ ਮਾਂ ਕਿੱਥੇ ਲੱਭਦਾ ਆ ਜਾਵੇ ਜੋਗਿੰਦਰ ਕੌਰ ਦਾ ਪੁੱਤ ਹਨਾ। ਆਊਗਾ ਇਧਰ ਬੇਬੇ ਗੁਰਮੀਤ ਕੌਰ ਦਾ ਪੁੱਤ ਵੀ ਆ ਜਾਏ। ਬੇਬੇ ਦੇਖੋ ਜੀ ਪਰਸ ਨਹੀਂ ਗਲ ਚ ਲਾਉਂਦੀ ਬੇਬੇ। ਪਰਸ ਹਮੇਸ਼ਾ ਬੇਬੇ ਦੇ ਗਲ ਚ ਹੀ ਹੁੰਦਾ ਹਨਾ ਬੇਬੇ। ਉਹ ਮੇਰੀ ਬੇਬੇ ਆ ਤਾਂ ਗੁਰਮੀਤ ਕੌਰ। ਹਾਂ ਚੱਲਾਂਗੇ ਕੋਈ ਨਾ ਮਾਂ ਠੀਕ ਹੋ ਜਾਣਾ। ਸਿਰ ਪੀੜ ਹੁੰਦਾ ਕੋਈ ਨਾ ਮਾਂ। ਚੀਕੂ ਖਵਾਦਾ ਬੇਬੇ ਬਿੰਦਰ ਆ ਫੜ ਬੈਠ। ਆ ਗਿਆ ਮਿਲਦੇ ਆ। ਗੁੜੀਆ ਹਾਂ ਮੈਂ ਭੇਜੂਗਾ ਹਜੇ ਤਾਂ ਆਪਾਂ ਦੀਵਾਲੀ ਤੇ ਆ ਗੁੜੀਆ ਰਿਓੜੀ ਖਾ ਲਓ ਹਾਂ ਚੱਲ। हाँ बापू किमें लोहड़ी की मुबारक हो। किसको? उधर सिटी लोहड़ी की मुबारक हो। तुम्हारे को भी लोहड़ी की मुबारक हो बाबा। बापू गोपाल नू लोहड़ी दियां मुबारकां। जितूगा भी जितूगा गोपाल बापू जितूगा। हाँ चोण निशान रेड़ुआ। ਇਹ ਬਾਪੂ ਸਰਪੰਚੀ 'ਚ ਫੇਰ ਖੜਨ ਨੂੰ ਕਹਿੰਦਾ ਵਾ। ਐਕਤੀ ਕਹਿੰਦਾ ਮੈਂ ਫੇਰ ਖੜਨਾ। ਮੈਂ ਕਿਹਾ ਤੇਰੀ ਸਿਹਤ ਠੀਕ ਨੀ ਗੀ। ਕਹਿੰਦਾ ਨਹੀਂ ਮੈਂ ਐਮਐਲਏ ਵੀ ਬਣੂੰਗਾ ਐਕਤੀ ਤਾਂ। ਹੁਣ ਤਾਂ ਇਹ ਕਹਿੰਦਾ ਮੈਂ ਚੰਨੀ ਦੇ ਖਿਲਾਫ ਖੜਨਾ। ਹੋਰ ਕਿਹੜੀ ਪਾਰਟੀ ਵੱਲੋਂ ਖੜਨਾ? ਪਾਰਟੀ ਤਾਂ ਬਾਪੂ
ਕਿਹੜੀ ਵੱਲੋਂ ਖੜਨਾ, ਕੋਈ ਵੀ ਨਹੀਂ ਚੰਗੇ। ਆਪਾਂ ਨੂੰ ਦੱਸ ਕਿਹੜਾ ਲੀਡਰ ਆਇਆ ਮਿਲਣ ਅੱਜ ਤੱਕ, ਕਦੇ ਆਉਂਦਾ ਕੋਈ? ਫਿਰ 6 ਸਾਲ ਹੋ ਗਏ ਆਪਾਂ ਨੂੰ, ਅੱਜ ਤੱਕ ਕਿਸੇ ਵੀ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਆ ਕੇ ਮਿਲਿਆ। ਇੱਕ ਬਾਈ ਆਇਆ ਸੀਗਾ ਐਮਐਲਏ, ਉਹ ਕੋਟਕਪੂਰੇ ਦਾ ਸੀਗਾ, ਬਾਈ ਦਾ ਨਾਮ ਪਤਾ ਨਹੀਂ ਕੀ ਸੀਗਾ, ਉਹ ਕੋਟਕਪੂਰੇ ਵਾਲੇ ਐਮਐਲਏ ਦਾ ਕੀ ਨਾਮ ਜਿਹੜਾ ਉਦੋਂ ਆਇਆ ਸੀ, ਗੁਰਪ੍ਰੀਤ ਚੰਦ ਬਾਜੇ ਉਹਨਾਂ ਨਾਲ, ਸੰਧਵਾ, ਕਲਤਾਰ ਸਿੰਘ ਸੰਧਵਾ, ਉਹ ਬਾਈ ਆ ਕੇ ਗਿਆ ਸਾਡੇ ਕੋਲੇ ਇੱਥੇ। ਤੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੇ ਬਾਕੀ ਜਿੰਨੀਆਂ ਪਾਰਟੀਆਂ ਵਾਲੇ ਇਸ ਟਾਈਮ ਸਾਰੇ ਲੜੋ ਲੜਾਈ ਕਰ ਰਹੇ ਆ, ਉਹ ਕਹਿੰਦਾ ਮੈਂ ਚੰਗਾ। ਸਾਰਿਆਂ ਨੂੰ ਰਿਓੜੀਆਂ ਤੇ ਵੰਡ ਤੋਂ ਗੱਚ ਅੱਡ ਅੱਡ ਦੇ ਦਿਓ, ਚਾਹੇ ਚਲੋ ਕੋਈ ਨਾ ਦਿਓ, 2-2 ਮੁੱਠੀਆਂ ਮੂੰਗਫਲੀ ਦੀਆਂ ਸਾਰਿਆਂ ਨੂੰ ਦੇ ਦਿਓ। ਵੈਸੇ ਤਾਂ ਹੀ ਮੂੰਗਫਲੀ ਰੋਜ਼ ਛਕਦੇ ਆ ਸਾਡੇ ਬਾਪੂ ਹੁਣੀ, ਹਨਾ। ਪਿਛਲੇ ਮਹੀਨੇ ਤੋਂ ਕਰੀਬ ਹਰ ਰੋਜ਼ ਕੋਈ ਨਾ ਕੋਈ ਮੂੰਗਫਲੀ ਰਿਓੜੀਆਂ ਦੇ ਕੇ ਜਾਂਦਾ। ਅੱਜ ਲੋਹੜੀ ਦੇ ਵਿਸ਼ੇਸ਼, ਹਾਂ ਨਾਲੇ ਮੂੰਗਫਲੀ ਖਾ ਲਾ, ਮੈਂ ਛਿਲਕ ਦਿਆਂ। ਹਾਂ ਪੰਡਤ ਦੀ ਵੀ ਲੋਹੜੀ ਇਹਦੇ ਮੰਮੀ ਨੇ ਡੈਡੀ ਨੇ ਮਨਾਈ ਹੋਊਗੀ ਜਦੋਂ ਬੱਚਾ ਹੋਇਆ ਹੋਊਗਾ, ਪਰ ਕਿੱਡੇ ਪੱਥਰ ਦੇ ਇਲਾਵਾ ਜਿਹੜਾ ਛੱਡ ਕੇ ਗਏ ਨੇ, ਹਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਸਾਡੇ ਕੋਲੇ ਆਏ ਨੇ ਜੀ, ਵਾਹਿਗੁਰੂ ਦੀ ਕਿਰਪਾ ਨਾਲ ਉੱਤਰਾਖੰਡ ਤੋਂ। ਬਾਪੂ ਨਾਨਕ ਮਤਾ ਗੁਰੂ ਘਰ ਤੋਂ। ਬਾਪੂ ਇਧਰੋਂ ਕਾਕੇ ਬਾਬੇ, ਹਾਂਜੀ ਆ ਲੈ ਫੜੋ, ਇਸਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਪਾ ਛੱਡ ਦੇ ਵਿੱਚ। ਬਾਬਾ ਜੀ ਮੇਰੇ ਬਾਪੂ ਦੀਆਂ ਅੱਖਾਂ ਦੀ ਰੋਸ਼ਨੀ ਆ ਜਾਵੇ ਵਾਪਸ, ਹਨਾ। ਮੇਰੇ ਬਾਪੂ ਨੂੰ ਦਿਖਣ ਲੱਗ ਜਾਵੇ, ਹਨਾ। ਬਾਪੂ ਰਾਮ ਸਿੰਘ ਜੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਆ ਜਾਵੇ ਵਾਪਸ। ਅਸੀਂ ਅਰਦਾਸ ਕਰਦੇ हैं बाबा जी गुरु नानक पातशाह जी को। अच्छा ठीक है, आपकी आंखों की लाइट आ जाएगी वापस। वाहिगुरु वाहिगुरु वाहिगुरु। ਤੁਹਾਡੀ ਇਧਰਲੀ ਅੱਖ ਦਾ ਆਪਰੇਸ਼ਨ ਹੋ ਜਾਣਾ, ਡਾਕਟਰ ਕਹਿੰਦੇ। वाहिगुरु ਤੁਹਾਨੂੰ ਥੋੜੇ ਦਿਨਾਂ 'ਚ ਦਿਖਣ ਲੱਗ ਜਾਣਾ। ਗੋਪਾਲ ਸਰਪੰਚ ਬਾਪੂ, वाहिगुरु ਬਾਪੂ ਬਾਬਾ ਜੀ ਨੂੰ ਦਿਖਣ ਲੱਗ ਜਾਵੇ, ਅਰਦਾਸ ਕਰੋ ਕਿ ਦਿਖਣ ਲੱਗ ਜਾਵੇ ਬਾਬੇ ਨੂੰ। खूब बेड़ा पार करेंगे ਹੈ ਲੱਗ ਜੂਗਾ ਸਰਪੰਚ ਦਿਖਣ। वाहिगुरु वाहिगुरु बन जाएगी आंख। अरे क्या बात है बापू। बापू पारे बोले सो निहाल। इत्थे बैठे साडे सारे मैंबर, साडा कोमल बैठा जी। कोमल दा साडे दा जन्म दिन भी है जी कल नूं, ਤੇ ਕੋਮਲ ਨੂੰ ਸਾਡੇ ਨੂੰ ਮਹਾਰਾਜ ਨੇ ਬੋਲਣ ਵੀ ਲਾਤਾ, ਅੱਗੇ ਨਾਲੋਂ ਬਹੁਤ ਫਰਕ ਆ ਤੇ ਤੁਰਨ ਵੀ ਲੱਗ ਗਿਆ। ਤੇ ਕੱਲ ਨੂੰ ਜਨਮ ਦਿਨ ਆ ਸਾਡੇ ਕੋਮਲ ਦਾ, ਹਨਾ। ਮੰਮੀ ਨੂੰ ਵੀ ਆਪਣੀ ਨੂੰ ਬਹੁਤ ਯਾਦ ਕਰਦਾ ਰਹਿੰਦਾ। ਘਰੇ ਗੱਲ ਕਰਾ ਦਿੰਦੇ, ਕੱਲ ਨੂੰ ਕੇਕ ਕੱਟਾਂਗੇ, ਕੇਕ ਕੱਟਣਾ ਕੱਲ ਨੂੰ, ਹਨਾ। ਹਾਂ ਤੇ ਫੋਨ ਤੇ ਵੀ ਗੱਲ ਕਰਾਉਂਗਾ ਘਰੇ। ਹਾਂ ਸਤਿ ਸ੍ਰੀ ਅਕਾਲ ਪੰਡਤ ਜੀ। ਬਾਪੂ ਸਰਬਜੀਤ ਬਾਬਾ ਜੀ, ਪਿਛਲੀ ਲੋਹੜੀ ਕਿੱਦਾਂ ਮੰਨੀ ਸੀ? ਲੋਹੜੀ ਤੇ ਘਰ ਹੀ ਬੈ ਕੇ ਬੰਨਦੇ ਸਾਂ ਬਾਬਾ ਜੀ। ਅਸੀਂ ਘਰ ਬਹਿ ਕੇ ਨਾ ਲੋਹੜੀ ਮਨਾਈ ਕਰਦੇ ਤੇ ਦੀਵਾਲੀ ਮਨਾਈ ਜਾਂਦੀ। ਹੁਣ ਬਾਪੂ ਆਪਾਂ ਲੋਹੜੀਆਂ ਵੀ ਮਨਾਇਆ ਕਰਾਂਗੇ, ਦੀਵਾਲੀ ਵੀ ਮਨਾਇਆ ਕਰਾਂਗੇ। ਕੋਈ ਗੱਲ ਤੁਹਾਡੇ ਪੁੱਤਰ ਆ, ਬਿਲਕੁਲ ਜੀ, ਪਰਮਾਤਮਾ ਨੇ ਮਿਹਰ ਕਰਤੀ, ਸੱਚੇ ਪਾਤਸ਼ਾਹ ਨੇ। ਫਿਕਰ ਨਹੀਂ ਕਰਨਾ ਹੁਣ। ਕੋਈ ਫਿਕਰ ਨਹੀਂ ਸੀ, ਹੁਣ ਫਿਕਰ ਕੋਈ ਨਹੀਂ। ਬਾਪੂ ਕਹਿੰਦਾ ਨਾ ਲੋਹੜੀ ਨਾ ਦੀਵਾਲੀ ਕਦੇ ਮਨਾਈ ਨਹੀਂ ਸੀ, ਪਰ ਅੱਜ ਬਾਪੂ ਜੀ ਹੁਣਾਂ ਨੇ ਲੋਹੜੀ ਮਨਾ ਰਹੇ ਤੇ ਦੀਵਾਲੀਆਂ ਵੀ ਮਨਾਉਣਗੇ ਬਾਪੂ ਨੇ। ਆ ਦੇਖਾ ਹਾਂ ਸਾਡੀ ਆਰਤੀ ਨੇ ਹੁਣ ਤੱਕ ਕਿੰਨੀਆਂ ਲੋਹੜੀਆਂ ਇਦਾਂ ਹੀ ਮਨਾਉਂਦੀ ਸੀ ਆਰਤੀ ਸਾਡੀ, ਜਿੱਦਾਂ ਇਹਨੇ ਦੱਸਿਆ ਵਾ। ਆ ਦੇ ਬਾਪੂ ਨੂੰ ਦੇ ਗੱਚਕ ਲੈ ਲੈ। ਤੇ ਇਸ ਵਾਰ ਸਾਡੀ ਆਰਤੀ ਬਾਪੂ ਦਾਦੇ ਆਪਦੇ ਦੇ ਕੋਲੇ ਬੈਠੀ ਆ, ਹਾਕਮ ਸਿੰਘ ਦੀ ਗੋਦੀ 'ਚ, ਕਿਉਂਕਿ ਬਾਪੂ ਇਹਨਾਂ ਦਾ ਦਾਦਾ ਵਾ। ਬਾਪੂ ਦਾਦਾ ਕਿੱਥੇ ਆ? ਇਹ ਕੌਣ? ਦੱਦਾ ਦਾਦਾ 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 ਕਿਹਦਾ ਦਾਦਾ? ਕਿਹਦਾ ਦਾਦਾ? ਇਹ ਤਾਂ ਮੇਰਾ ਵਾ, ਮੇਰਾ ਵਾ। ਨਹੀਂ 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 ਨਹੀਂ, ਇਹ ਤਾਂ ਮੇਰਾ ਵਾ, ਇਹ ਤਾਂ ਮੇਰਾ ਵਾ। ਆ ਜਾ ਆ ਜਾ, ਮੇਰਾ ਵਾ ਮੇਰਾ ਵਾ ਮੇਰਾ ਵਾ ਬਾਪੂ ਤਾਂ, ਇਹ ਤਾਂ ਮੇਰਾ ਵਾ। ਪਿਆਰੇ ਦਾ ਪਹਿਲੇ ਦਿਨ ਹੀ ਆ ਕੇ ਬਾਪੂ ਨਾਲ ਪਿਆਰ ਪੈ ਗਿਆ ਸੀਗਾ।
ਕਿਉਂਕਿ ਪਿਆਰ ਵੀ ਉੱਥੇ ਹੀ ਪੈਂਦਾ ਜਿੱਥੇ ਬੰਦਾ ਪਿਆਰ ਪਾਉਂਦਾ। ਬਾਪੂ ਵੀ ਇਹਨਾਂ ਨੂੰ ਬਹੁਤ ਪਿਆਰ ਕਰਦਾ ਤੇ ਪਿਆਰਾ ਜਦੋਂ ਪਹਿਲੇ ਦਿਨ ਆਇਆ ਸੀ ਬੜਾ ਉਦਾਸ ਸੀਗਾ ਹਨਾ, ਉੱਥੇ ਖੜਾ ਰਹਿੰਦਾ ਸੀ ਸਾਰਾ ਦਿਨ ਬਾਹਰ ਹੀ, ਫਿਰ ਇਹਨੂੰ ਫੜ ਕੇ ਲੈ ਕੇ ਜਾਣਾ, ਫਿਰ ਇਹਨੇ ਬਾਹਰ ਆ ਕੇ ਖੜ ਜਾਣਾ, ਫਿਰ ਫੜ ਕੇ ਲੈ ਕੇ ਆਉਣਾ। ਤਾਂ ਫਿਰ ਬਾਪੂ ਹਾਕਮ ਸਿੰਘ ਜੀ ਦੇ ਨਾਲ ਇਹਦੀ ਦੋਸਤੀ ਪੈ ਗਈ। ਪਹਿਲਾਂ ਤਾਂ ਬਾਪੂ ਨਾਲ ਵੀ ਖਿੱਚਦਾ ਬਹੁਤ ਸੀ, ਮਾਰਨ ਪੈਂਦਾ ਸੀਗਾ। ਫਿਰ ਅੱਜ ਹੋਰ ਕੱਲ ਹੋਰ ਹੁੰਦੇ ਹੁੰਦੇ ਬਾਪੂ ਜੀ ਦਾਦਾ ਜੀ ਬਣ ਗਏ। ਫਿਰ ਇਹਦੇ ਲੁੱਗੀ ਬਾਬੇ ਆ ਜਾ ਉਰੇ, ਉਹ ਲੁੱਗਣਾ ਓਏ ਆ ਤਿਲ ਪਾਰੇ ਥੋੜੇ ਜਿਹੇ, ਤੂੰ ਤਿਲ ਧੂਣੀ ਚ ਤਿਲ ਪਾਰੇ, ਧੂਣੀ ਚ ਲੋਹੜੀ ਅੱਜ। ਫਾਤੇ ਜੀ ਆ ਜਾ ਆ ਜਾ, ਗਾਂ ਨੂੰ ਲੈ ਆ ਥੋੜਾ ਜਿਹਾ। ਬਾਬੂਆ ਹਾਂ ਹਾਂ ਬਾਬੂਆ, ਏ ਵਾਹਿਗੁਰੂ। ਬਾਪੂ ਲੁੱਗੀ ਦੀਆਂ ਅੱਖਾਂ ਦੀ ਰੋਸ਼ਨੀ ਆ ਜਾਵੇ, ਅਸੀਂ ਅਰਦਾਸ ਕਰਦੇ ਹਾਂ ਲੁੱਗੀ ਬਾਬੇ। ਬਾਬੂ ਜੀ ਭਲਾ ਕਰ ਦਿਓ। ਕਹਾਂਗੇ ਬਾਪੂ ਰੱਬ ਨੇ ਕਰਨਾ ਭਲਾ, ਮੈਂ ਕੌਣ ਆ ਬਾਪੂ, ਮੈਂ ਤਾਂ ਕਹਿੰਦਾ ਮੇਰੀ ਅੱਖ ਕੱਢ ਕੇ ਤੇਰੇ ਪਾ ਦਈਏ। ਮੈਂ ਤਾਂ ਇੱਥੇ ਤੱਕ ਵੀ ਬਾਪੂ ਕਹਿਣਾ ਯਾਰ, ਮੇਰੀ ਇੱਕ ਅੱਖ ਦੀ ਲਾਈਟ ਥੋੜੀ ਘਟ ਜਾਵੇ, ਤੇਰੀ ਆ ਜਾਵੇ ਥੋੜੀ ਬਹੁਤੀ, ਮੈਂ ਤਾਂ ਇਹੀ ਕਹਿਣਾ ਬਾਪੂ ਹੈਨਾ। ਫਿਕਰ ਨਾ ਕਰ, ਬਾਬੇ ਅੱਗੇ ਅਰਦਾਸ ਕਰਿਆ ਕਰ, ਵਾਹਿਗੁਰੂ ਅੱਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ, ਅਕਾਲ ਪੁਰਖ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਜਦੋਂ ਗੁਰਦੁਆਰੇ ਸਾਹਿਬ ਜਾਂਦੇ ਹੋ ਨਾ ਰੋਜ਼, ਉੱਥੇ ਅਰਦਾਸ ਕਰਿਆ ਕਰ, ਮੱਥਾ ਟੇਕਿਆ ਕਰ ਰੋਜ਼। ਉਹਨੂੰ ਕਿਹਾ ਕਰ ਵੀ ਬਾਬਾ ਜੀ ਮੇਰੀਆਂ ਅੱਖਾਂ ਦੀ ਰੋਸ਼ਨੀ ਦੇ ਦੇ ਮੈਨੂੰ, ਹੈਨਾ। ਆ ਜਾ ਮੈਂ ਤੈਨੂੰ ਬਿਠਾਵਾਂ। ਅਰੇ ਬੇਟਾ ਬਾਪੂ ਜੀ ਨੂੰ ਬਿਠਾ ਦਈਏ, ਦਿਖਦਾ ਨਹੀਂ ਬਾਪੂ ਜੀ। ਅਰੇ ਬਾਪੂ ਜੀ ਨੂੰ ਬਿਠਾ ਦਈਏ, ਉਠਾ ਆ ਜਾ ਬਾਪੂ। ਆ ਚਲੇ ਜਾ ਪਾਲਣਾ ਬਾਪੂ। ਗਰਮੇਲ ਬਾਪੂ ਆਇਆ, ਉੱਠ ਖੜਾ, ਤਿਲ ਪਾਈਏ। ਆ ਜਾ ਆ ਜਾ ਆ ਥੋੜੇ ਜਿਹੇ ਹੋਰ ਪਾਉਣੇ, ਆ ਜਾ। ਉਹ ਬਾਪੂ ਆ ਜਾ, ਬਾਪੂ ਪਾਸੇ ਹੋ ਜਾ ਗੁਰੀ ਪੁੱਤ, ਬਾਪੂ ਜੀ ਨੂੰ ਤਿਲ ਪਾ ਲੈਣ ਦੇ। ਇੱਧਰਲੇ ਪਾਸੇ ਹੋ ਜਾ ਪੁੱਤ, ਬਾਪੂ ਜੀ ਡਿੱਗ ਪੈਣਗੇ ਜੇ ਪੈਰ ਚ ਵੱਜਿਆ। ਬਾਪੂ ਜੀ ਨੂੰ ਦਿਖਦਾ ਨਹੀਂ ਪੁੱਤ, ਦੇਖ ਲੈ ਬਾਪੂ ਜੀ ਨੂੰ ਦਿਖਦਾ ਨਹੀਂ ਅੱਖਾਂ ਤੋਂ। ਆ ਲੈ ਬਾਪੂ, ਆ ਜਾਓ। ਇਹ ਹੋਰ ਹੋਇਆ ਥੋੜਾ ਗਾਂ ਨੂੰ, ਹੋਰ ਹੋ ਜਾ ਬਾਪੂ ਗਿੱਲੇ ਗਾਂ ਨੂੰ। ਇਹ ਜ਼ੋਰ ਦੀ ਮਾਰ, ਜ਼ੋਰ ਦੀ ਏਦਾਂ ਬੋਲੇ ਸੋ ਨਿਹਾਲ। ਬਾਪੂ ਗੇਲੇ ਨੂੰ ਸਾਡੇ ਨੂੰ ਮਹਾਰਾਜ ਦਿਖਣ ਲਾ ਦੇਣ, ਅੱਖਾਂ ਤੋਂ ਹੀ ਰੋਸ਼ਨੀ ਆ ਜਾਵੇ ਬਾਪੂ ਗੇਲੇ ਦੀ। ਵਾਹ ਬਾਪੂ ਤੇਰੇ, ਬਹਿ ਜਾ ਬਾਪੂ, ਬਹਿ ਜਾ। ਆ ਗਈ ਕੁਰਸੀ। ਦਰਸ਼ੂ ਉਹ ਦਰਸ਼ਨਾ ਆਇਆ, ਲੋਹੜੀ ਤੇ ਤਿਲ ਪਾਈਏ। ਹਾਂ ਖੁਸ਼ ਆ, ਆ ਜਾ ਤਿਲ ਪਾਈਏ, ਉੱਠ ਖੜਾ ਹੋ। ਹਾਂ ਆ ਜਾ ਆ ਜਾ ਆ ਜਾ। ਇਹ ਬਾਪੂ ਨੂੰ ਵੀ ਦਿਖਦਾ ਨਹੀਂ ਗਾ ਦੋਰੀ। ਹਾਂ ਆਲੇ ਮੈਂ ਦਿਨਾ ਤਿਲ ਤੈਨੂੰ, ਦਿਲ ਲਿਆ ਵੀ ਤਿਲ ਕੀਮਤੀ, ਆਪਣੇ ਦਿਲਪ੍ਰੀਤ ਲਿਆ ਉਰੇ। ਆ ਲੈ ਬਾਪੂ ਤਿਲ। ਹਾਂ ਦੂਰ ਦੀ ਉਹ ਪਰੇ ਪਈ ਆ ਲੋਹੜੀ, ਐ ਸਿੱਟਦੇ ਐ ਥੋੜੇ ਹੋਰ ਦੇ ਵੀ, ਥੋੜਾ ਦੂਰ ਸਿੱਟਣਾ, ਦੂਰ ਗੇ ਨਹੀਂ ਗਏ ਉਰੇ ਸਿੱਟਦੇ ਤੂੰ ਤਾਂ। ਇਹ ਉਹ ਤਾਂ ਸਿੱਟਣੇ ਪਰੇ ਨੂੰ, ਇਹ ਉਹ ਬਾਪੂ ਏਦਾਂ ਸਿੱਟਣੇ ਅੱਗੇ। ਅਰੇ ਏਦਾਂ, ਇਹ ਮੈਂ ਹੱਥ ਕਰ, ਹੱਥ ਕਰ। ਹਾਂ ਹੁਣ ਏਦਾਂ ਮਾਰ, ਏਦਾਂ ਦੂਰ ਮਾਰਨੇ, ਦੂਰ। ਹਾਂ ਏਦਾਂ। ਇਹ ਖੜ ਜਾ, ਮੁੱਠੀ ਨਹੀਂ ਬੰਦ ਕਰਨੀ, ਮੈਂ ਪਾ ਦਿੰਦਾ। ਛੱਡ ਦੇ ਛੱਡ ਦੇ ਛੱਡ ਦੇ। ਹਾਂ ਦੂਏ ਹੱਥ ਨਾਲ ਪਾ ਦੇ ਫਿਰ। ਚੱਲ ਦੂਰ ਸਿੱਟਣੀ, ਦੂਰ ਦੂਰ ਸਿੱਟਣੇ। ਹਾਂ ਏਦਾਂ ਬੋਲੇ ਸੋ ਨਿਹਾਲ। ਇਸੇ ਧੂਣੀ ਤੋਂ ਬਾਪੂ ਅਫੈਕਟਡ ਹੋਇਆ ਵਿਚਾਰਾ। ਅੱਗ ਨੇ ਮਚਾਤਾ ਸੀ ਬਾਪੂ ਨੂੰ ਪਿਛਲੇ ਸਾਲ ਬਾਪੂ ਜੀ, ਪਿਛਲੇ ਸਾਲ ਕਿਉਂ 2018 ਦੇ ਵਿੱਚ ਬਾਪੂ ਜੀ ਨੂੰ ਅਸੀਂ ਲੱਖੇ ਤੋਂ ਲੈ ਕੇ ਆਏ ਸੀਗੇ। ਗੋਦੀ ਚੱਕਾਂ, ਤੂੰ ਤਾਂ ਵੱਡਾ ਹੋ ਗਿਆ ਯਾਰ ਗੁਰੀ, ਹੁਣ ਵੱਡਾ ਨਹੀਂ ਹੋਇਆ ਜੀ ਤੇਰੀ ਨੂੰ। ਨਹੀਂ ਵੱਡਾ, ਤੂੰ ਵੱਡਾ ਤਾਂ ਹੋ ਗਿਆ, ਵੱਡਾ ਤਾਂ ਹੋ ਗਿਆ। ਤੇ ਬਾਪੂ ਜੀ ਲੱਖੇ ਪਿੰਡ ਤੋਂ ਲੈ ਕੇ ਆਂਦਾ ਸੀ। ਬਾਪੂ ਅੱਖਾਂ ਤੋਂ ਬਲਾਈਂਡ ਆ, ਦਿਖਦਾ ਨਹੀਂ ਬਾਪੂ ਜੀ ਨੂੰ। ਤੇ ਢੂਈ ਚ ਵੀ ਨੌਕਸ਼ਾ ਕੋਬਾ ਹਨਾ, ਬਹੁਤ ਮੁਸ਼ਕਲ ਨਾਲ ਤੁਰਦੇ ਆ। ਤੇ ਬਾਪੂ ਜੀ ਘਰੇ ਚਾਹ ਬਣਾਉਣ ਲੱਗੇ, ਅੱਗ ਲਾ ਲਈ ਬਾਪੂ ਨੇ ਮੰਜੇ ਉਹਨੂੰ ਚੁੱਲ੍ਹੇ 'ਚ। ਤੇ ਬਾਪੂ ਨੇ ਜੈਕਟ ਪਾਈ ਸੀ, ਉਹਨੂੰ ਅੱਗ ਲੱਗ ਗਈ। ਸਾਰੀ ਢੂਈ ਆ ਬਾਂਹ ਸਾਰੀ ਗਲ ਸਾਰਾ ਮੱਚ ਗਿਆ ਸੀ ਬਾਪੂ ਦਾ। ਤੇ ਉੱਥੇ ਪਿੰਡ ਦੇ ਇੱਕ ਵੀਰ ਨੇ ਪੱਟੀ ਕਰਾਤੀ ਬਾਪੂ ਦੇ। ਉਸ ਤੋਂ ਬਾਅਦ ਨਾ ਤਾਂ ਬਾਪੂ ਨੇ ਪੱਟੀ ਕਰਾਈ, 20-22 ਦਿਨ ਉਸੇ ਪੱਟੀ 'ਚ ਹੀ ਘੁੰਮਦਾ ਰਿਹਾ। ਉਹ ਪੱਟੀ ਦੇ ਥੱਲੇ ਰੇਸ਼ਾ ਪੈ ਗਿਆ, ਗਲ ਗਈਆਂ ਬਾਹਾਂ ਸਾਰੀਆਂ। ਆ ਬਾਂਹ ਜੁੜ ਗਈ ਬਾਪੂ ਦੀ ਸਾਰੀ। ਹੁਣ ਜਿਹੜੀ ਉਹ ਬਾਂਹ ਨਾਲ ਏਦਾਂ ਸਿੱਟਦੇ ਸੀ ਨਾ, ਉਹ ਬਾਂਹ ਹੁਣ ਖੁੱਲਦੀ ਨਹੀਂ ਕੂਹਣੀ ਤੋਂ। ਤੇ ਹੁਣ ਉਹਦਾ ਆਪਰੇਸ਼ਨ ਹੋਣਾ ਬਾਪੂ ਜੀ ਦਾ।
ਤੇ ਅੱਖਾਂ ਦਾ ਇਲਾਜ ਹੋ ਨਹੀਂ ਸਕਦਾ। ਬੜੇ ਅਸੀਂ ਚੈੱਕਅਪ ਕਰਾਏ ਡੀਐਮਸੀ ਤੋਂ ਵੀ, ਸੀਐਮਸੀ ਤੋਂ ਵੀ, ਦੀਪਕ ਡਾਕਟਰ ਰਮਨ ਤੋਂ ਵੀ, ਆਪਣੇ ਸੌਰੀ ਡਾਕਟਰ ਰਮੇਸ਼ ਜੀ ਤੋਂ ਵੀ, ਆਈ ਹਸਪੀਟਲ ਤੋਂ। ਤੇ ਬਸ ਵਾਹਿਗੁਰੂ ਮਿਹਰ ਕਰਨ, ਸੱਚੇ ਪਾਤਸ਼ਾਹ ਬਾਪੂ ਜੀ ਹੁਣਾਂ ਦੀਆਂ ਜਿਹੜੀਆਂ ਆਉਣ ਵਾਲਾ ਜੀਵਨ ਆ ਖੁਸ਼ੀਆਂ ਭਰਿਆ ਹੋਵੇ, ਤੰਦਰੁਸਤੀ ਭਰਿਆ ਹੋਵੇ, ਹਨਾ। ਤੇ ਅਸੀਂ ਉਹ ਮੰਮੀ ਹੁਣਾਂ ਕੋਲ ਚੱਲ, ਮੈਂ ਆ ਗਿਆ। ਫਿਰ ਆ ਜਾ ਪੁੱਤ, ਆਰੇ ਦਾਦੀ ਮੈਂ ਕੋਈ ਖੜ, ਫਿਰ ਆ ਜਾ, ਫਿਰ ਚੱਕਣਾ ਨਹੀਂ ਗਾ, ਆ ਜਾ ਆ ਬਾਪੂ ਜੀ ਨੂੰ ਵੀ ਤਿਲ ਪਵਾਉਣੇ ਆ, ਬਾਪੂ ਜੀ ਤੋਂ ਵੀ ਆ ਰੇ ਪੁੱਤ, ਬਾਪੂ ਜੀ ਆ ਜਾ, ਗੋਕਲ ਬਾਬਾ ਆ ਗਿਆ, ਦਿਨਾ ਉੱਥੇ ਇੱਧਰ ਹੋਇਆ ਨੀਰਜ, ਇੱਧਰ ਆ ਜਾ ਪੁੱਤ। ਗੋਕਲ ਬਾਬਾ ਧੂਣੀ ਦੇ ਵਿੱਚ ਸੁੱਟਦੇ ਉੱਥੇ, ਉਹਦੇ ਧੂਣੀ ਚ ਜੈ ਮਾਂ, 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 ਬਾਪੂ ਸਾਡਾ ਠੀਕ ਹੋ ਗਿਆ। ਜੈ ਮਾਂ, ਜੈ ਮਾਂ, ਜੈ ਮਾਂ, ਹਾਂ ਜੈ ਮਾਂ। ਜਦੋਂ ਇਹਨੇ ਜੈ ਮਾਂ, ਬਾਪੂ ਨੇ ਏਦਾਂ ਜੈ ਮਾਂ ਕਹਿਣ ਲੱਗ ਜਾਣਾ ਮੈਨੂੰ ਦੇਖ ਕੇ, ਤੇ ਇਹਨੇ ਭੱਜ ਕੇ ਆ ਕੇ ਬਾਪੂ ਦੇ ਸਿਰ ਤੇ ਹੱਥ ਰੱਖ ਕੇ ਇਹਨੂੰ ਜੱਫੀ ਪਾ ਲੈਣੀ। ਤੇ ਬਾਪੂ ਜੀ ਨੇ ਹਮੇਸ਼ਾ ਗੁਰੂ ਘਰ ਚ ਵੀ ਸਪੀਕਰ ਦੇ ਵਿੱਚ ਜੈ ਮਾਂ ਦਾ ਹੋਕਾ ਦਿੰਦਾ ਬਾਪੂ। ਤੇ ਜਦੋਂ ਮੈਨੂੰ ਮਿਲਣਾ ਆਵਾਜ਼ ਸੁਣ ਲੈਣੀ ਬਾਪੂ ਜੀ ਨੇ, ਜੈ ਮਾਂ, ਜੈ ਮਾਂ। ਹੁਣ ਤਾਂ ਦਿਖਣ ਵੀ ਲੱਗ ਗਿਆ ਬਾਪੂ ਜੀ ਨੂੰ, ਅੱਗੇ ਨਾਲੋਂ ਬਹੁਤ ਫਰਕ ਆ, ਲੱਤ ਵੀ ਠੀਕ ਆ ਬਾਪੂ ਜੀ ਦੀ ਹੁਣ। ਬਸ ਗੋਕਲ ਬਾਪੂ ਨੂੰ ਮਹਾਰਾਜ ਠੀਕ ਹੈ ਬਾਪੂ, ਬਿਲਕੁਲ ਠੀਕ ਹੈ ਬਾਪੂ, ਹਾਂ ਠੀਕ ਹੋ ਗਿਆ, ਹਾਂ ਠੀਕ ਹੋ ਗਿਆ ਬਾਪੂ। ਜੈ ਮਾਂ, ਜੈ ਮਾਂ, ਜੈ ਮਾਂ, ਜੈ ਮਾਂ। ਉਹ ਕਾਲਾ ਕਿੱਥੇ ਆ ਬਲੈਤੀ, ਉਹ ਬਲੈਤੀਆ ਮਾਸਟਰ ਚੰਦਾ ਜੀ ਆਇਓ ਬਾਪੂ ਜੀ, ਅੱਗੇ ਤਿਲ ਪਾਈਏ। ਪਿਛਲੀ ਲੋਹੜੀ ਤੇ ਕਿੱਥੇ ਸੀ ਤੁਸੀਂ, ਕਿੱਥੇ ਸੀ ਪਿਛਲੀ ਲੋਹੜੀ ਤੇ? ਆ ਜਾਓ, ਆ ਫੜਾ ਦਿਓ, ਤਿਲ ਪਾ ਦਈਏ, ਤਿਲ ਆ ਜਾਓ, ਤਿਲ ਪਾ ਦਈਏ, ਆ ਜਾਓ ਨਹੀਂ ਆਪੇ ਪਾ ਦਿਓ, ਆ ਜਾਓ, ਆ ਦੇ ਵੀ ਤਿਲ ਦੇ ਮੁੰਡਿਆ, ਬਾਪੂ ਨੂੰ ਤਿਲ ਦੇ, ਆ ਰੇ ਬਾਪੂ ਤਿਲ ਲੈ ਲਾ। ਬਾਪੂ ਕੀ ਕਹਿੰਦੇ ਹੁੰਦੇ ਇਹਨੂੰ, ਉਹ ਦੁੱਲਾ ਭੱਟੀ ਵਾਲਾ ਹੈ ਮਾਸਟਰ ਜੀ। ਹਾਂ ਅਲੇ ਤੂੰ ਵੀ ਪਾ ਦੇ, ਫੜ ਹੱਥ ਕਰ ਪੁੱਠਾ ਕਰ, ਮਾਰ ਕੇ ਰੱਖੀ, ਹਾਂ ਚੜ ਦੇ ਵਿੱਚ ਅੱਗ ਦੇ, ਦੂਰ ਮਾਰ। ਹਾਂ ਬਲੈਤੀਆ ਕਿਵੇਂ ਆ? ਮੈਂ ਤੈਨੂੰ ਡੀਕੀ ਜਾਨਾ ਵੀ ਬਲੈਤੀਆ ਕਿੱਥੇ ਆ। ਬਲੈਤੀਆ ਦਾ ਝੋਲੀ ਭਰੀ ਫਿਰਦਾ ਮੂੰਗਫਲੀ ਦੀ ਹੈ। ਬਲੈਤੀਆ ਵੀ ਪਿਛਲੀ ਲੋਹੜੀ ਤੇ ਸਾਡੇ ਨਾਲ ਨਹੀਂ ਸੀ। ਬਲੈਤੀਆ ਪਿਛਲੀ ਲੋਹੜੀ ਕਿਵੇਂ ਮਨਾਈ ਸੀ? ਉਹਦੇ 'ਚ ਪਾਉਣੇ ਆ ਤਿਲ ਸਿੱਟ ਦੇ, ਉਹਦੇ ਵਿੱਚ ਸਿੱਟ ਦੇ ਅੱਗ ਦੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਾਪੂ ਜੋਗਿੰਦਰ ਸਿੰਘ ਜੀ ਵੀ ਸਾਡੇ ਨਾਲ ਨਹੀਂ ਸੀ ਪਿਛਲੀ ਲੋਹੜੀ। ਬਾਪੂ ਕਿੱਥੇ ਮਨਾਈ ਸੀ ਪਿਛਲੀ ਲੋਹੜੀ? ਘਰੇ ਕਿੱਥੇ? ਮਾਡਲ ਟਾਊਨ ਸੀ ਤੂੰ ਉੱਥੇ? ਹਾਂ ਉਹੀ ਘਰ ਹੀ ਆ, ਹਾਂ ਉਹੀ ਘਰ ਸੀ। ਹਾਂ ਤੂੰ ਸਿੱਟ ਦੇ ਹਾਂ ਠੀਕ। ਤੇ ਇਹ ਦੋਨੇ ਬਾਪੂ ਸਾਡੇ ਕੋਲੇ ਇਸ ਸਾਲ ਚ ਹੀ ਆਏ ਆ ਨਾ, ਪਿਛਲੇ ਮੰਨ ਲਓ 2021 ਦੇ ਵਿੱਚ ਆਏ ਸੀ, ਗਰਮੀਆਂ ਜੀਆਂ ਦੇ ਵਿੱਚ ਹੀ ਵੀਰੇ ਨੂੰ ਲੈ ਕੇ ਆਏ ਸੀ, ਕਾਲੇ ਵੀਰੇ ਨੂੰ। ਛੋਟੀਆਂ ਪਾਲਾਂ ਤੋਂ ਬਾਈ ਸੰਗਲ ਨਾਲ ਬੰਨਿਆ ਸੀ 18-19 ਸਾਲ ਤੋਂ ਘਰੇ, ਚੁੱਪਚਾਪ ਅੰਦਰ ਬੰਨਿਆ। ਬਸ ਘਰ ਦੇ ਕਹਿੰਦੇ ਜੀ ਇੱਟਾਂ ਮਾਰਦਾ ਹੈ ਤਾਂ ਮਾਰ ਦਿੰਦਾ ਬੰਦੇ ਨੂੰ, ਜੇ ਇੱਟ ਇੰਨੀ ਜ਼ੋਰ ਦੀ ਮਾਰਦਾ ਕਿੱਲਾ ਬਾੜ ਤੇ ਦੂਜੇ ਘਰੇ ਇੱਟ ਜਾ ਡਿੱਗਦੀ ਹੈ ਇੰਨੀ ਦੂਰ। ਤੇ ਪਰ ਸਾਡੇ ਕੋਲੇ ਆ ਕੇ ਨਾ ਤਾਂ ਇਹ ਗੁੱਸਾ ਕੀਤਾ ਇਹਨੇ ਕਿਸੇ ਨੇ, ਨਾ ਇਹਨੇ ਮਾਰਿਆ ਕਿਸੇ ਨੂੰ, ਨਾ ਗਾਲ ਕੱਢੀ, ਨਾ ਉੱਚਾ ਨਾ ਨੀਵਾਂ। ਉੱਥੇ ਕੱਪੜੇ ਨਹੀਂ ਸੀ ਪਾਉਂਦਾ, ਇਕੱਲੀ ਨਿੱਕਰ ਪਾਈ ਸੀ, ਉਵੇਂ ਬੈਠਾ ਸੀ, ਸੰਗਲ ਲੱਗਿਆ ਸੀ ਗੁੱਟ ਨੂੰ। ਤੇ ਇੱਥੇ ਬਾਪੂ ਕੱਪੜੇ ਪਾਉਂਦਾ, ਦਸਤਾਰ ਬੰਨ੍ਹਦੇ ਦੀ ਸਵੇਰੇ, ਜਮਾ ਲਾਉਣੀ ਨਹੀਂ ਦਸਤਾਰ ਬਾਪੂ ਨੇ, ਹਨਾ। ਦੇਖੋ ਬੂਟ ਪਾਏ ਆ, ਕੁੜਤਾ ਪਜਾਮਾ ਪਾਇਆ, ਲੋਹੀ ਲਈ ਹੋਈ ਆ, ਹਨਾ। ਤੇ ਮਸਲਾ ਇਹ ਆ ਵੀ ਕਈ ਪਤਾ ਨਹੀਂ ਤਾਂ ਉਹਨਾਂ ਤੋਂ ਹੋ ਨਹੀਂ ਸੀ ਪਾ ਰਿਹਾ ਜਾਂ ਸੰਭਾਲ ਨਹੀਂ ਸੀ ਪਾ ਰਹੇ ਉਹ, ਹਨਾ, ਬਾਪੂ ਜੀ ਨੂੰ। ਤੇ ਜਾਂ ਉਹਨਾਂ ਦੇ ਵਿੱਚ ਹੀ ਕੋਈ ਮਨ ਦੇ ਵਿੱਚ ਖੋੜ ਸੀ ਪਰਿਵਾਰ ਦੇ, ਜਿਹੜਾ ਇੰਨੇ ਸਾਲ ਇਹਨੂੰ ਬੰਨੀ ਬੈਠਾ ਰਹੇ। ਦੋ ਭਰਾ ਚੰਗੇ ਵਧੀਆ, ਬਾਪੂ ਜੀ ਦੇ ਦੋ ਭਰਾ ਦੇ ਵਿੱਚੋਂ ਇੱਕ ਭਰਾ ਤਾਂ ਬਾਹਰ ਗਿਆ ਹੋਇਆ ਸੀ। ਆ ਬਾਪੂ ਦੀਆਂ ਫੋਟੋ ਲੱਭਿਓ ਕਾਕਾ। ਤੇ
ਉਹਨਾਂ ਨੇ ਐਡੀਆਂ ਐਡੀਆਂ ਕੋਠੀਆਂ ਪਾਈਆਂ ਹੋਈਆਂ ਹਨਾ, ਤਕੜੇ ਆ ਪੂਰੇ ਬੰਦੇ, ਕੋਈ ਮਾੜੇ ਝੀੜੇ ਨਹੀਂ, ਪਰ ਪਤਾ ਨਹੀਂ ਕਿਉਂ ਉਹ ਇਹਨਾਂ ਦਾ ਇਲਾਜ ਨਹੀਂ ਕਰਵਾ ਪਾਏ ਹਨਾ। ਪਤਾ ਨਹੀਂ ਕਿਉਂ ਉਹਨਾਂ ਨੇ 18 ਸਾਲ ਆਪਣੇ ਭਰਾ ਨੂੰ ਬੰਨੀ ਰੱਖਿਆ ਹਨਾ, ਤੇ ਅੱਜ ਉਹੀ ਭਰਾ, ਅੱਜ ਉਹੀ ਵੀਰਾ ਸਾਡਾ ਕਾਲਾ ਬਾਈ ਠੀਕ ਆ। ਕਿਉਂ ਕਾਲੇ ਬਾਈ, ਐਕਤੀ ਲੋਹੜੀ ਮਨਾਈ ਆ? ਐਕਤੀ ਪਿਛਲੀ ਵਾਰੀ ਲੋਹੜੀ ਤੇ ਕਿੱਥੇ ਸੀ ਤੂੰ? ਉੱਥੇ ਹੀ ਕਮਰੇ 'ਚ ਹੀ ਸੀ ਜਿੱਥੇ ਬੰਨਿਆ ਹੋਇਆ ਸੀ ਹੈ। ਲੋਹੜੀ ਤੇ ਬਾਪੂ ਦੀਵਾਲੀ ਤੇ ਲੋਹੜੀ ਤੇ ਪਟਾਕੇ ਚਲਾਉਂਦੇ ਹੁੰਦੇ ਸੀ ਤੁਸੀਂ? ਤੇਰੇ ਕੋਲੇ ਆਉਂਦੇ ਨਹੀਂ ਸੀ ਪਟਾਕੇ ਲੈ ਕੇ ਉਹ? ਜਾਂ ਲੋਹੜੀ ਤੇ ਐ ਤਿਲ ਦੇਣ ਆਉਂਦੇ, ਮੂੰਗਫਲੀ ਰਿਓੜੀਆਂ ਵੀ ਨਹੀਂ ਦਿੰਦੇ ਸੀ? ਮੂੰਗਫਲੀ ਨਹੀਂ ਕਦੇ ਖਾਧੀ? ਵਾਹ ਜੀ ਵਾਹ, ਕਾਹਦੇ ਭਰਾ ਬਾਈ ਫਿਰ ਹੈ ਜੀ। ਬੜੇ ਦੁੱਖ ਦੀ ਗੱਲ ਆ, ਬੜੇ ਸ਼ਰਮ ਦੀ ਗੱਲ ਆ ਵੀ ਇੱਕ ਕਾਗਜ਼ਾਂ ਦੇ ਵਿੱਚ ਜੇ ਆਪਣਾ ਸਨ ਆਫ ਸੇਮ ਆ। ਹਾਂ ਲੱਭਦਾ, ਲੱਭ ਕੇ ਦਿਖਾਉਣ, ਤੈਨੂੰ ਵੀ ਦਿਖਾਊਂਗਾ ਆ ਗੋਦੀ ਜਾ ਉਹ ਤੇਰੀ ਨੂੰ। ਤੇ ਸਨ ਆਫ ਜੇ ਆਪਣਾ ਸੇਮ ਆ, ਇਹਦਾ ਮਤਲਬ ਆਪਾਂ ਭਰਾ ਨਹੀਂ ਹੈਗੇ। ਭਰਾ ਦੇ ਕੋਈ ਫਰਜ਼ ਵੀ ਹੁੰਦੇ ਆ, ਭਰਾਵਾਂ ਦੇ ਕੋਈ ਫਰਜ਼ ਵੀ ਹੁੰਦੇ ਆ। ਭਰਾ ਹੋਣਾ ਇਹੀ ਨਹੀਂ ਹੈਗਾ ਵੀ ਆਪਾਂ ਇੱਕ ਦੂਜੇ ਦੇ ਰਿਸ਼ਤੇ ਦੇ ਵਿੱਚੋਂ ਭਰਾ ਲੱਗਦੇ ਆ, ਤੇ ਰਿਸ਼ਤੇ ਦੇ ਵਿੱਚੋਂ ਲੱਗਦੇ ਭਰਾ ਵੀ 18 ਸਾਲ ਤੋਂ ਜੇ ਸੰਗਲ ਨਾਲ ਬੰਨੀ ਰੱਖਣਾ। ਚਲੋ ਉਹ ਕਹਿੰਦੇ ਜੀ ਕਮਲਾ ਸੀ, ਮਾਰਦਾ ਸੀ, ਕੁੱਟਦਾ ਸੀ ਜੀ, ਅਸੀਂ ਤਾਂ ਬੰਨਿਆ, ਇੱਟਾਂ ਮਾਰਦਾ ਸੀ, ਤਾਂ ਠੀਕ ਆ। ਪਰ ਕੋਈ ਲੋਹੜੀ, ਕੋਈ ਦੀਵਾਲੀ, ਕੋਈ ਹੋਲੀ, ਆ ਦੇਖੋ ਏਦਾਂ ਗੁੱਟ ਨੂੰ ਜਿੰਦਾ ਲੱਗਿਆ ਸੀ ਵੀਰੇ ਦੇ, ਆ ਦੇਖੋ ਗੁੱਟ ਵੀ ਕਾਲਾ ਹੋਇਆ ਪਿਆ ਸੀਗਾ, ਤੇ ਏਦਾਂ ਬਾਈ ਇਹ ਕਮਰੇ ਦੇ ਵਿੱਚ ਬੰਨਿਆ ਹੋਇਆ ਸੀ ਆਪਦੇ 'ਚ। ਆਪਦਾ ਕਾਹਦਾ ਪਸ਼ੂਆਂ ਵਾਲਾ ਕਮਰਾ ਸੀਗਾ, ਬਾਹਰ ਡੰਗਰ ਬੰਨੇ ਹੋਏ ਸੀ, ਡੰਗਰਾਂ ਵਾਲੇ ਦੇ ਵਿੱਚ ਇੱਕ ਕਮਰਾ ਪਾਇਆ ਹੋਇਆ ਸੀਗਾ, ਤੇ ਉਸ ਕਮਰੇ ਦੇ ਵਿੱਚ ਇਹ ਏਦਾਂ ਵੀਰਾ ਸੰਗਲ ਦੇ ਨਾਲ ਬੰਨਿਆ ਹੋਇਆ ਸੀਗਾ। ਤੇ ਜਿਹੜਾ ਲੋਕ ਦੱਸਦੇ ਸੀ ਵੀ ਇੰਨਾ ਸੋਹਣਾ ਸੁਨੱਖਾ ਸੀਗਾ ਵੀ ਇਹਨੂੰ ਲੋਕ ਬਲੈਤੀਆ ਕਹਿੰਦੇ ਸੀ, ਬਲੈਤੀਆ। ਇਹ ਹੈਗੀ ਹੈ ਜੀ ਜਲੰਧਰ ਫਲੋਰ 9 ਅਪ੍ਰੈਲ 2021। ਥੋੜੀ ਪੁੱਤ ਥੋੜੀ ਪਾਪਾ ਦੀ ਹੱਥਾਂ 'ਚ ਧੂਆਂ ਪੈਂਦਾ। ਆ ਦੇਖੋ ਜੀ ਏਦਾਂ ਜਿੰਦੇ ਲੱਗੇ ਸੀ ਬਾਈ ਦੇ ਗੁੱਟ ਨੂੰ, ਤੇ ਏਦਾਂ ਬਾਈ ਬੈਠਾ ਸੀ ਸਿਰ ਫੜੀ, ਸੋਚੀ ਜਾਂਦਾ ਸੀ ਮੈਂ ਕਦੋਂ ਖੁੱਲੂੰਗਾ। 18 ਸਾਲਾਂ ਬਾਅਦ ਸੰਗਲਾਂ ਤੋਂ ਆਜ਼ਾਦ ਹੋਇਆ ਵੀਰ ਜਸਪਾਲ ਸਿੰਘ ਕਾਲਾ, 50 ਸਾਲ, ਪਿੰਡ ਪਾਲਾ 9, ਛੋਟੀਆਂ ਪਾਲਾਂ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ। ਕਾਲੇ ਵੀਰ ਨੂੰ ਉਸ ਦਾ ਗਰੀਬ ਭਰਾ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਲਈ ਮਜਬੂਰ ਸੀ। ਉਹ ਕਹਿੰਦਾ ਸੀ ਮੈਂ ਗਰੀਬ ਆ, ਪਰ ਕਸੂਰਵਾਰ ਕਰਾਉਣ ਆ ਸਾਡਾ ਸਮਾਜ ਆ, ਜਾਂ ਸਾਡਾ ਸਿਸਟਮ ਆ, ਜਾਂ ਸਾਡੇ ਸਿਸਟਮ ਨੂੰ ਚਲਾਉਣ ਵਾਲੀਆਂ ਸਾਡੀਆਂ ਸਰਕਾਰਾਂ ਵਾ, ਜਾਂ ਬਾਈ ਆਪ। ਇਦਾਂ ਹੀ ਬਾਪੂ ਜੋਗਿੰਦਰ ਸਿੰਘ ਜੀ ਪਿਛਲੇ ਕਿੰਨੇ ਸਾਲਾਂ ਤੋਂ ਸਭ ਕੁਝ ਘਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਸੜਕਾਂ ਤੇ ਰਹਿੰਦਾ। ਇੱਥੇ ਧੂਆਂ ਪੈਂਦਾ, ਉਧਰ ਵੀਰੇ ਕੋਲ ਚਲੇ ਜਾ, ਪਾਲ ਕੋਲੇ ਧੂਆਂ ਪੈਂਦਾ। ਤੇ ਅੱਜ ਬਾਪੂ ਸਾਡਾ ਜੋਗਿੰਦਰ ਬਾਪੂ ਜੀ ਪਿਛਲੀ ਲੋਹੜੀ ਮੰਦਿਰ ਸੌਂਦੇ ਸੀ। ਅੱਛਾ ਮੰਦਿਰ 'ਚ ਪੈਂਦੇ, ਸੌਰੀ ਬਾਪੂ ਮੇਰੇ ਤੋਂ ਗਲਤੀ ਹੋ ਗਈ। ਬਾਪੂ ਮੰਦਿਰ ਦੇ ਵਿੱਚ ਪੈਂਦਾ ਸੀਗਾ। ਤੇ ਇਸੇ ਤਰ੍ਹਾਂ ਹੀ ਜਮਾਤੂ, ਖੜ ਜਾ ਜਮਾਤੂ ਤੋਂ ਪਵਾ ਦਈਏ, ਖੜ ਜਾ ਜਮਾਤੂ, ਆ ਜਾ ਤਿਲ ਪਾਈਏ, ਤਿਲ ਆ ਫੜਾ ਦੇ ਮੈਨੂੰ। ਉਹ ਕਾਕਾ ਜੀ ਜਾਂ ਤਾਂ ਲਿਫਾਫੇ ਬਣਾ ਦਿਓ, ਏਦਾਂ ਝੋਲੀਆਂ 'ਚ ਪਾਤੇ ਆਪਾਂ ਕੁੜਤੇ ਪਜਾਮੇ ਖਰਾਬ ਕਰਨੇ ਆ, ਜਾਂ ਲਿਫਾਫੇ ਦੇ ਦਿਓ, ਜਾਂ ਕੋਈ ਹੋਰ ਚੀਜ਼ ਦੇ ਦਿਓ, ਪਲੇਟਾਂ ਦੇ ਦਿਓ ਡਿਸਪੋਜ਼ੇਬਲ। ਆ ਫੜ ਕਾਕਾ, ਆ ਜਾ ਜਮਾਤੂ, ਛੋੜ ਦੇ, ਆ ਜਾ। ਆਲੇ ਇਹਦੇ ਤੈਲ ਪਾਉਣੇ ਜਮਾਤੂ, ਇਹਦੇ ਵਿੱਚ ਦਲਿੱਦਰ ਆ ਫੜ, ਮੁਖਤਿਆਰ ਸਿੰਘ ਸਰਪੰਚ ਸਾਹਿਬ ਆਲਾ, ਉਹਨਾਂ ਵਾਸਤੇ ਅਰਦਾਸ ਕਰਦੇ ਕਿ ਉਹਨਾਂ ਨਾਲ ਤੇਰੇ ਵਾਲੀ ਨਾ ਹੋਵੇ ਜੋ ਤੇਰੇ ਨਾਲ ਉਹਨਾਂ ਨੇ ਕੀਤੀ ਆ। ਕਹਿੰਦੇ ਹੁਣ ਉਹਨਾਂ ਦਾ ਵੀ ਮਾੜਾ ਹੀ ਹਾਲ ਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। 25 ਸਾਲ ਸਰਪੰਚ ਰਹੇ ਸਰਦਾਰ ਮੁਖਤਿਆਰ ਸਿੰਘ, ਐਕਸ ਸਰਪੰਚ ਫੇਰੂ ਸ਼ਹਿਰ ਤੋਂ। ਫਿਰੋਜ਼ਪੁਰ ਦੇ ਉਰਲੇ ਪਾਸੇ ਪਿੰਡ ਸੀਗਾ ਜੀ, ਫੇਰੂ ਸ਼ਹਿਰ ਵੀ ਕਹਿੰਦੇ ਆ ਉਹਨੂੰ, ਤੇ ਉਹਨੂੰ ਪੂਰਾ ਪਿੰਡ ਦਾ ਕੀ ਨਾਂ ਸੀ ਪਾਲ? ਫਿਰੋਜ਼ ਸ਼ਾਹ ਪਿੰਡ। ਹਾਂ ਪਾਪਾ ਜੀ ਚੱਕਦੇ ਆ, ਪਾਪਾ ਜੀ
ਤੇ ਫਿਰੋਜ਼ਸ਼ਾਹ ਪਿੰਡ 'ਚ ਜਮਾਤੂ ਛੋਟਾ ਹੁੰਦਾ ਹੀ ਗੁਲਾਮ ਸੀਗਾ। ਗੋਹਾ ਚੱਕਦਾ ਸਾਰਾ ਦਿਨ, ਬਸ ਤੂੜੀ ਦੇ ਵਿੱਚ ਸੌਂ ਜਾਂਦਾ, ਤੂੜੀ ਵਾਲੇ ਕਮਰੇ 'ਚ। ਤੇ ਰੇਹ ਵਾਲਾ ਸੌਰੀ ਜਿਹੜਾ ਸਪਰੇਅ ਵਾਲਾ ਲੀਟਰ ਹੁੰਦਾ ਸਿਲਵਰ ਦਾ 1.5 ਲੀਟਰ ਦਾ, ਉਹਨੂੰ ਵੱਢ ਕੇ ਉਹਦੇ ਵਿੱਚ ਇਹਨੂੰ ਚਾਹ ਪਾਣੀ ਦੁੱਧ ਦਿੱਤਾ ਜਾਂਦਾ ਸੀ। ਦੁੱਧ ਤਾਂ ਕਿੱਥੇ, ਚਾਹ ਚੂ ਪਾਣੀ ਪੂਣੀ ਦਿੱਤਾ ਜਾਂਦਾ ਸੀ ਹਨਾ। ਤੇ ਉਸ ਟਾਈਮ ਸੁੱਕਿਆ ਪਿਆ ਸੀ। ਇਹ ਜਨਤਾ कैसे हो? ठीक है। जनता गांव का नाम क्या है? बड़का छप्पा। बरखा छप्पा। और पिताजी, बाप का नाम क्या है पिताजी का? काका हरी मातो। हरी माथर। अम्मा अम्मा खेदनी दी। खदनदी। भाई भाई नरेना। नरैना। और गांव का नाम? रुदनी। रुदनी तो बहन का नाम है। और जिला कौन सा है? जिला हजारीबाग। ਹਜ਼ਾਰੀਬਾਗ। ਹੁਣ ਉੱਥੇ ਅਸੀਂ ਬਹੁਤ ਕੋਸ਼ਿਸ਼ ਕੀਤੀ, ਬਰਖਾ ਛੱਪਾ ਨਾਂ ਦਾ ਕੋਈ ਵੀ ਡਿਸਟ੍ਰਿਕਟ ਨਹੀਂ ਹੈਗਾ, ਸੌਰੀ ਪਿੰਡ ਨਹੀਂ ਲੱਭਿਆ ਸਾਨੂੰ ਗੂਗਲ ਦੇ ਥਰੂ। ਤੇ ਵਾਹਿਗੁਰੂ ਮਿਹਰ ਕਰਨ ਇੱਕ ਨਾ ਇੱਕ ਦਿਨ ਸ਼ਾਇਦ ਜਮਾਤੂ ਦਾ ਉਹ ਪਰਿਵਾਰ ਲੱਭ ਜਾਵੇ ਜਿਹਨੂੰ ਪਤਾ ਨਹੀਂ ਕਿਹੜੇ ਚੱਕਰਾਂ ਦੇ ਵਿੱਚ ਜੇਲ੍ਹ 'ਚ ਦੇਤਾ ਸੀ। ਤੇ ਦੱਸਦੇ ਆ ਵੀ ਇਹ ਨਿੱਕਾ ਜਿਹਾ ਜਵਾਕ ਜੇਲ੍ਹ 'ਚ ਦੇਣ ਦੀ ਬਜਾਏ ਆਪਦੇ ਰਿਸ਼ਤੇਦਾਰਾਂ ਨੂੰ ਦੇਤਾ ਸੀਗਾ। ਤੇ ਅੱਜ ਇਹ ਜਿਹੜੀ ਲੋਹੜੀ ਲੱਕੀ ਬਾਬੇ, ਓਏ ਗੁਪਤਾ ਜੀ ਆ ਜਾਓ, ਓਏ ਆ ਜਾ ਸੇਠਾ ਆ ਜਾ। ਉੱਥੇ ਰਿਓੜੀਆਂ ਵੇਚਣੀਆਂ ਸੀ, ਇੱਥੇ ਵੰਡਣੀਆਂ ਵਾ। ਉਹ ਰੋਹਨ ਬਾਈ ਆ ਗਿਆ, ਰਿਓੜੀਆਂ ਲੱਭ ਲੱਭ ਖਾਂਦਾ, ਦੇਖ ਝਾਕਦਾ ਉਧਰ ਨੂੰ, ਦੇਖ ਡੱਬਿਆਂ ਵੱਲ ਨੂੰ। ਹਾਂ ਇੱਕ ਮਿੰਟ ਕੁੱਟਦੇ ਫਿੱਟੇ ਆਪਸ ਨਹੀਂ ਦੇ ਹੋਰ ਕੁੱਟ ਗਏ। ਓਏ ਆ ਜਾ ਸੇਠਾ, ਕੀ ਹੈਪੀ ਲੋਹੜੀ ਬਾਈ ਤੈਨੂੰ, ਬਾਲੀਆਂ ਪਿਛਲੀ ਲੋਹੜੀ ਤੇ ਕਿੱਥੇ ਸੀ? ਹੈ ਕੋਟਕਪੂਰੇ ਸੀ। ਕਿੱਥੇ ਬਣਾਈ ਸੀ ਲੋਹੜੀ ਐ ਅੱਗ ਕਿੱਥੇ ਵਾਲੀ ਸੀ? ਨਹੀਂ ਮੈਂ ਕੱਲਾ ਸੀ। ਕੱਲਾ ਹੀ ਸੀ। ਹਾਂ ਰੋਕਾ ਨਾਮ ਜੁਆਈ ਕਰ ਲਿਆ ਜੀ ਗਲੀ ਦੇ ਵਿੱਚ ਕੱਲਾ ਹੀ ਸੀਗਾ। ਹੈ ਅਗਲੀ ਲੋਹੜੀ ਅਸੀਂ ਅਰਦਾਸ ਕਰਦੇ ਹਾਂ ਬਾਬਾ ਜੀ ਤੇਰੀ ਬੇਟੀ ਗ੍ਰੀਸ਼ਾ ਦੇ ਨਾਲ, ਤੇਰੀ ਵਾਈਫ ਦੇ ਨਾਲ ਤੂੰ ਮਨਾਵੇਂ ਆਪਦੇ ਘਰ ਦੇ ਵਿੱਚ, ਤੰਦਰੁਸਤੀ ਦੇ ਵਿੱਚ, ਖੁਸ਼ੀਆਂ ਦੇ ਵਿੱਚ ਤੇਰੀ ਲੋਹੜੀ ਮਨਾਈ ਜਾਵੇ। ਅਸੀਂ ਅਰਦਾਸ ਕਰਦੇ ਹਾਂ ਉਸ ਅੱਲਾ ਅੱਗੇ, ਉਸ ਰਾਮ ਅੱਗੇ, ਉਸ ਵਾਹਿਗੁਰੂ ਅੱਗੇ, ਉਸ ਭਗਵਾਨ ਅੱਗੇ ਵੀ ਸਾਡੇ ਭਰਾ ਨੂੰ ਮਹਾਰਾਜ ਤੰਦਰੁਸਤੀ ਬਖਸ਼ੇ, ਸਾਡੀ ਗ੍ਰੀਸ਼ਾ ਨੂੰ ਤੰਦਰੁਸਤੀ ਬਖਸ਼ੇ, ਸਾਡੀ ਛੋਟੀ ਭੈਣ ਨੂੰ ਸ਼ਿਲਪੀ ਨੂੰ, ਹਨਾ ਤੇਰੇ ਉੱਪਰ ਵੀ ਵਾਹਿਗੁਰੂ ਮਿਹਰ ਕਰਨ। ਹਲੇ ਪਾ ਦੇ ਦਲਿੱਦਰ ਪਾ ਦੇ, ਇੱਕ ਵਾਰੀ ਹੋਰ ਪਾ ਦੇ ਯਾਰ। ਲੱਕੀ ਬਾਈ ਕੀ ਕਹਿੰਦੇ ਹੁੰਦੇ ਆ, ਆਏ ਦਲਿੱਦਰ ਜਾਏ ਦਲਿੱਦਰ ਦੀ ਜਦ ਚੁੱਲ੍ਹੇ ਪਾ, ਪਤਾ ਨਹੀਂ ਏਦਾਂ ਕੁਝ ਕਹਿੰਦੇ ਹੁੰਦੇ ਆ ਨਾ ਬਾਈ। ਤੇ ਅਸੀਂ ਸਾਰੀ ਅੱਜ ਖੁਸ਼ੀਆਂ ਦੀ ਕਾਮਨਾ ਕਰਦੇ ਹਾਂ ਲੱਕੀ ਬਾਈ ਦੇ ਆਉਣ ਵਾਲੇ ਜੀਵਨ ਵਾਸਤੇ, ਹਨਾ। ਅਸੀਂ ਅਰਦਾਸ ਕਰਦੇ ਹਾਂ ਸਾਰੇ ਜਾਣੇ ਲੱਕੀ ਨੂੰ ਆਉਣ ਵਾਲੇ ਜੀਵਨ ਦੇ ਵਿੱਚ ਤੰਦਰੁਸਤੀ ਮਿਲੇ, ਖੁਸ਼ੀਆਂ ਮਿਲਣ। ਹੈਪੀ ਲੋਹੜੀ ਵੀਰੇ, ਹੈਪੀ ਲੋਹੜੀ। ਹੋਰ ਤੈਨੂੰ ਮੁਬਾਰਕਾਂ ਲੋਹੜੀ ਦੀਆਂ। ਸ਼ਿਮਲਾ ਭੈਣੇ ਇੱਥੇ ਆ ਮਾੜੀ ਜੀ, ਕੁੜੇ ਸ਼ਿਮਲਾ। ਕੱਲ ਨੂੰ ਭਾਜੀ ਤੂੰ ਵੀ ਜਗਦੀਪ ਭੈਣੇ ਆ ਜਾ। ਕੱਲ ਨੂੰ ਮੈਨੂੰ ਨਵਨੀਤ ਭੈਣ, ਹਾਂ ਭੇਜਾਂਗੇ। ਆ ਵੀਰ ਜੀ ਦੇਖ ਲਿਆ ਕਰੋ ਮਾੜਾ ਜਿਹਾ, ਪਾਲ ਜੀ ਸੋਣਾ ਨੀਗਾ। ਨਵਨੀਤ ਕਿੱਥੇ ਆ? ਨਵਨੀਤ ਕੋਲੇ ਆ ਜਾ ਭਾਈ, ਆ ਜਾ। ਹਾਂ ਇੱਥੇ ਆ ਜਾ ਇੱਕ ਮਿੰਟ ਮਾੜੀ ਜੀ, ਵੈਸੇ ਗੱਲ ਕਰਨੀ ਇੱਥੇ ਆ ਸ਼ਿਮਲਾ ਬੇਬੇ। ਨਵਨੀਤ ਭੈਣੇ ਵਾਹਿਗੁਰੂ ਮੇਰੀ ਭੈਣ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ। ਮੇਰੀ ਭੈਣ ਅਗਲੀ ਲੋਹੜੀ ਦੇ ਉੱਤੇ ਆਪਣੇ ਬੱਚਿਆਂ ਦੇ ਵਿੱਚ ਆਪਣੀ ਬੇਟੀ ਦੇ ਨਾਲ, ਕੀ ਨਾਮ ਆ? ਤਨਵੀ ਦੇ ਨਾਲ ਜਾ ਕੇ ਗੁਜ਼ਾਰੇ। ਸਾਡੀ ਜਗਦੀਪ ਭੈਣ, ਨਵਨੀਤ ਭੈਣ, ਇਹ ਦੋਨੋਂ ਭੈਣਾਂ ਸਾਨੂੰ, ਤੇ ਅਮਨਦੀਪ ਭੈਣ ਸਾਡੀ ਹੈ ਨਾ, ਉਹ ਬਾਪੂ ਆਪਦੇ ਡੈਡੀ ਦੇ ਨਾਲ ਚਲੇ ਗਏ, ਹੈ ਨਾ, ਬਾਪੂ ਜੀ ਚਲੇ ਗਏ ਅੰਦਰ। ਤੇ ਤਿੰਨੋਂ ਭੈਣਾਂ ਸਾਡੀਆਂ ਇਸ ਵਾਰ ਸਾਨੂੰ ਐਸੇ ਸਾਲ ਦੇ ਵਿੱਚ ਹੀ ਮਹਾਰਾਜ ਨੇ ਸਾਡੇ ਨਾਲ ਰਿਸ਼ਤਾ ਪਾਇਆ ਇਹਨਾਂ ਭੈਣਾਂ ਦਾ। ਅਸੀਂ ਸਾਰੀ ਉਮਰ ਇਹਨਾਂ ਨਾਲ ਰਿਸ਼ਤਾ ਨਿਭਾ ਸਕੀਏ, ਭੈਣ ਹੋਣ ਦਾ, ਅਸੀਂ ਆਪਣੇ ਭਰਾ ਹੋਣ ਦਾ ਫਰਜ਼ ਨਿਭਾ ਸਕੀਏ। ਤੇ ਨਾਲ ਸਾਡੀ ਬੇਬੇ, ਆ ਜਾ ਮਾਤਾ ਇੱਥੇ ਆ ਜਾ ਆਪਣੇ ਭੈਣੇ, ਇੱਕ ਵਾਰੀ ਹੋਰ ਪਾਉਣੇ ਆ। ਉਹ ਕਹਿੰਦੇ ਸੇਠਾਂ ਦੀ, ਉਹ ਸੇਠਣੀ ਤੋਂ ਕਹਿੰਦੇ ਇੱਕ ਵਾਰੀ ਹੋਰ ਪਵਾ ਦੇ। ਹਲੇ ਭੈਣੇ ਚੱਲ ਤੂੰ ਪਾ ਦੇ ਹੋਰ। ਮੈਨੂੰ ਪਤਾ ਨਹੀਂ ਲੱਗਿਆ ਕਦੋਂ ਪਾ ਗਈ ਤੂੰ ਸ਼ਿਮਲਾ ਭੈਣੇ, ਮੈਨੂੰ ਪਤਾ ਹੀ ਨਹੀਂ ਲੱਗਿਆ, ਮੈਂ ਦੇਖਿਆ ਹੀ ਨਹੀਂ। ਆ ਲੈ ਫੜ ਮਾੜੇ ਜਿਹਾ ਪਾਇਆ, ਆ ਫੜ ਲੈ, ਇਹ ਪਾਪ ਲੱਗੂ ਲੈ ਲਾ ਥੋੜੇ ਜਿਹੇ ਪਾਇਆ। ਦੁਬਾਰਾ ਨਹੀਂ ਪਾਈ? ਅੱਛਾ ਚੱਲ ਠੀਕ।
ਇੱਕ ਵਾਰੀ ਪਾਸੇ ਬੇਬੇ ਅਸੂਲਾਂ ਦੀ ਪੱਕੀ ਆ ਬੇਬੇ। ਮੁਬਾਰਕਾਂ ਤੈਨੂੰ ਭਾਈ ਲੋਹੜੀ ਦੀਆਂ ਬਹੁਤ ਬਹੁਤ। ਕੋਈ ਨਾ ਪ੍ਰਮਾਤਮਾ ਕਰੂਗਾ ਮਿਹਰ, ਸੱਚੇ ਪਾਤਸ਼ਾਹ ਮਿਹਰ ਕਰੂਗੇ ਹਨਾ। ਹਾਲੇ ਪਾਇਆ ਥੋੜੀ ਹਾਂ ਆਪ ਪਾਇਆ ਠੀਕ ਆ ਠੀਕ। ਤੂੰ ਬਈ ਫੜ ਥੋੜਾ ਇੱਕ ਵਾਰੀ ਹੋਰ। ਮੁਬਾਰਕਾਂ ਤੈਨੂੰ ਦੁਬਾਰਾ ਚੇਤੇ ਆ ਗਿਆ ਹੁਣ ਬੇਬੇ ਮੇਰੀਏ। ਤੂੰ ਤਾਂ ਹੁਣੇ ਮੁਬਾਰਕਾਂ ਕਰਕੇ ਗਈ ਸੀ ਮੈਨੂੰ। ਇਹਦੇ ਬੇਟੇ ਨੂੰ ਬੇਨਤੀ ਆ ਭਾਈ ਮਿਲ ਜਾਓ ਆ ਕੇ। ਅੱਜ ਲੋਹੜੀ ਸੀਗੀ, ਫੋਨ ਤੱਕ ਨਹੀਂ ਕੀਤਾ ਹਨਾ। ਮਾਂ ਭੈਣ ਦਾ ਬੇਟੀ ਦਾ ਫੋਨ ਆਇਆ ਸੀ। ਪਾਲ ਇਹਨਾਂ ਨੇ ਬੇਟੀ ਨਾਲ ਗੱਲ ਕਰਾਓ ਜਾਂ ਬੇਟੇ ਨਾਲ ਵੀ, ਮਾਤਾ ਗੁਰਮੀਤ ਕੌਰ ਦੇ ਬੇਟੇ ਦਾ ਆਇਆ ਬੇੜਾ ਸਗਨਾ ਦਾ। ਉਹ ਗਾਂ ਜਾ ਕੀ ਗੱਲ ਹੋ ਗਈ? ਫੂਕਾ ਮਾਰਦਾ। ਜੱਸੀ ਇੱਥੇ ਆਓ, ਸਾਰੇ ਜਾਣੇ ਇਕੱਠੇ ਖੜਦੇ। ਇੱਥੇ ਆ ਜਾਓ, ਇੱਥੇ ਸੰਦੀਪ ਬੱਚੇ ਸਾਰੇ ਇੱਥੇ ਆ ਜਾਓ। ਬੇਬੇ ਲੈ ਬੇਬੇ ਨੇ ਤਾਂ ਨਾਲ ਹੀ ਜੋੜਤੀ ਬੋਲੀ। ਦੇਖ ਲਾ ਮੰਮੀ ਆ ਜਾ ਹਾਂ। ਕਿਵੇਂ ਦੁਬਾਰਾ ਰੇਖਾ ਭੈਣੇ ਲਾ ਦੇ ਗਿੱਧਾ ਪਾ ਦੇ। ਆ ਫੜਾ ਦੇ ਸਾਨੂੰ ਗਿੱਧਾ ਪਾ ਲਵਾ। ਫੜਾ ਦੇ ਮੈਨੂੰ ਲੈ ਲਈ ਬਾਅਦ ਚ। ਆ ਰੱਖ ਫੜ ਕੇ ਰੱਖੋ ਉੱਥੇ ਪਿੱਛੇ ਪਲੇਟ ਰੱਖ ਦੋ, ਬਾਅਦ ਚ ਖਾ ਲਿਓ ਬੇਟਾ। ਲੈ ਆਈ ਬੇਬੇ। ਪਾਲ ਦਾ ਵਿਆਹ ਹੋ ਜਾਵੇ, ਪਾਲ ਦਾ ਵਿਆਹ ਅਗਲੇ ਸਾਲ। ਉਹ ਪਾਲ ਦਾ ਵਿਆਹ ਹੋ ਜਾਵੇ, ਉਹਦੇ ਪਾਲ ਦਾ। ਉਹਦੇ ਪਾਲ ਖੜਾ ਹਾਂ, ਉਹਦੇ ਪਾਲ ਦੇ ਬੋਲੇ ਸੋਨਿਹਾ। ਲਓ ਜੀ ਪਾਲ ਦੇ ਵਿਆਹ ਦਾ ਜਕਾਰਾ ਛੱਡਤਾ। ਆ ਪਾਲ ਆ ਜੀ ਸਾਡਾ ਪ੍ਰਿਤਪਾਲ ਸਿੰਘ, ਬਹੁਤ ਹੀ ਚੰਗੀ ਸੇਵਾ ਕਰਦਾ। ਵਾਹਿਗੁਰੂ ਦੀ ਕਿਰਪਾ ਬਹੁਤ ਸਾਡੇ ਛੋਟੇ ਭਰਾ ਤੇ। ਆ ਵਲੰਟੀਅਰ ਸਾਰੇ ਅੱਗੇ ਆ ਜਾਓ ਭਾਈ। ਧੰਨਵਾਦ ਇਹਨਾਂ ਵਲੰਟੀਅਰ ਵੀਰਾਂ ਦਾ ਸਾਰਿਆਂ ਦਾ। ਅੱਗੇ ਆਓ ਵਲੰਟੀਅਰ ਕਾਕੇ ਸਾਰੇ ਸਾਡੇ ਨੌਜਵਾਨ ਵੀਰ। ਅੱਜ ਵੀ ਦੇਖੋ ਡਿਊਟੀਆਂ ਤੇ ਲੱਗੇ ਹੋਏ ਨੇ। ਕੋਈ ਕੱਪੜੇ ਬਿਸਤਰੇ ਵਿਛਾ ਰਿਹਾ, ਕੋਈ ਦਵਾਈਆਂ ਦੇਣ ਦੇ ਵਾਸਤੇ ਉਧਰ ਲੱਗਿਆ ਹੋਇਆ, ਕੋਈ ਪ੍ਰਸ਼ਾਦੇ ਦੀ ਤਿਆਰੀ 'ਚ ਲੱਗੇ ਹੋਏ ਨੇ ਹਨਾ। ਸਾਰੇ ਵਲੰਟੀਅਰ ਸਾਡੇ ਟੀਮ ਦੇ ਮੈਂਬਰ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਆ। ਵਾਹਿਗੁਰੂ ਨੇ ਇਹਨਾਂ ਨੂੰ ਬੜੀ ਵੱਡੀ ਸੇਵਾ ਬਖਸ਼ੀ ਹੋਈ ਆ। ਪਤਾ ਨਹੀਂ ਕਿੰਨੇ ਕੁ ਚੰਗੇ ਕਰਮ ਕੀਤੇ ਹੋਏ ਸੀ ਸਾਡੇ ਸਾਰਿਆਂ ਦੇ ਹੀ, ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਡਿਊਟੀ ਬਖਸ਼ੀ ਆ। ਲੱਭੇ ਇੱਥੇ ਆ ਕੇਸਰ ਬਾਪੂ ਦਾ ਮੁੰਡਾ ਲੱਭਾ ਭਾਈ। ਆ ਵੀਰ ਵਾਸਤੇ ਸਾਡੇ ਵਾਸਤੇ ਅਰਦਾਸ ਕਰਿਓ ਜੀ। ਵਾਹਿਗੁਰੂ ਇਹਨੂੰ ਅਗਲੀ ਵਾਰ ਸਾਡੇ ਕੇਸੀ ਬਾਪੂ ਦੇ ਘਰੇ ਲੋਹੜੀ ਲੈ ਕੇ ਆਵੇ। ਕਿਉਂ ਬਾਪੂ? ਹਾਂ, ਚਾਹੇ ਪੋਤੀ ਹੋਵੇ ਚਾਹੇ ਪੋਤਾ ਹੋਵੇ, ਲੋਹੜੀ ਮਨਾਉਣੀ ਆ ਆਪਾਂ। ਠੀਕ ਆ ਬਈ। ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ। ਬਾਪੂ ਕੇਸੀ ਬਾਪੂ ਦੇਖ ਆਪਾਂ ਪਿਛਲੀ ਲੋਹੜੀ ਤੇ ਆ ਜਾ ਉਰੇ ਬਾਪੂ ਕੇਸਰ ਸਿੰਘ ਢਾਲੀਵਾਲ ਜੀ ਸਾਡੇ, ਤੁਸੀਂ ਸਾਰੇ ਜਾਣਦੇ ਹੋ। ਇਸ ਘਰ ਦਾ ਨੀਂਹ ਪੱਥਰ ਵੀ ਬਾਪੂ ਜੀ ਨੇ ਤੇ ਸਾਡੇ ਸ਼ੁਕਲੇ ਬਾਪੂ ਵੀਰੇ ਨੇ, ਦੋਨਾਂ ਨੇ ਰੱਖਿਆ ਹੋਇਆ ਹਨਾ। ਬਾਪੂ ਕੇਸਰ ਸਿੰਘ ਢਾਲੀਵਾਲ ਪਹਿਲੇ ਮੈਂਬਰ ਸੀ ਅਸੀਂ ਜਿਨ੍ਹਾਂ ਨੂੰ ਲੈ ਕੇ ਆਏ ਸੀ ਜਾ ਕੇ ਘਰ ਤੋਂ, ਪਿੰਡ ਤੋਂ, ਚੌਂਕੀ ਮਾਨਾ ਤੋਂ। ਬਾਪੂ ਜੀ ਦੀ ਹਾਲਤ ਬਹੁਤ ਮਾੜੀ ਸੀ। ਅਸੀਂ ਕੋਸ਼ਿਸ਼ ਕਰਿਆ ਕਰਨੀ ਆ ਹੁਣ ਅੱਗੋਂ ਵੀ ਜਦੋਂ ਅਸੀਂ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਾਉਣੇ ਹੁੰਨੇ ਆ, ਜਿਹੜੇ ਪਰਿਵਾਰ ਦੇ ਮੈਂਬਰਾਂ ਦੇ ਕੋਈ ਇਦਾਂ ਦੇ ਸੀਗੇ, ਕਿਸੇ ਦੇ ਸੱਟ ਲੱਗੀ, ਕੀੜੇ ਪਏ ਜਾਂ ਕੋਈ ਇਦਾਂ ਦੀ ਚੀਜ਼ ਜਿਹੜੀ ਬੰਦੇ ਨੂੰ ਮੂਹਰਿਓਂ ਫੀਲ ਹੋਵੇ ਵੀ ਦੁਬਾਰਾ ਯਾਦ ਨਾ ਕਰਾਈਏ ਅਸੀਂ ਉਸ ਗੱਲ ਨੂੰ। ਤੇ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਵੀ ਤੁਹਾਨੂੰ ਪੁਰਾਣੇ ਜਿਹੜੇ ਤੁਸੀਂ ਸਾਰੇ ਜੁੜੇ ਹੋਏ ਆ, ਤੁਹਾਨੂੰ ਪਤਾ ਹੀ ਆ ਕਿਹੜਾ ਕਿਹੜਾ ਬੰਦਾ ਕਿੱਦਾਂ ਆਇਆ ਹੋਇਆ ਹਨਾ। ਤੇ ਕਿਉਂਕਿ ਮੈਨੂੰ ਕਾਫੀ ਭੈਣਾਂ ਭਰਾਵਾਂ ਨੇ ਵੀ ਸਾਨੂੰ ਇਹ ਰਾਏ ਦਿੱਤੀ ਹੈ ਵੀ ਆਪਾਂ ਬਾਰ-ਬਾਰ ਇਹ ਗੱਲ ਨਾ ਕਿਹਾ ਕਰੀਏ, ਕਿਉਂਕਿ ਬੰਦੇ ਨੂੰ ਜਦੋਂ ਠੀਕ ਹੋ ਜਾਂਦਾ, ਬਿਲਕੁਲ ਨਾਰਮਲ ਹੋ ਜਾਂਦਾ ਬੰਦਾ, ਤਾਂ ਆਪਾਂ ਉਹਨੂੰ ਬਾਰ-ਬਾਰ ਉਹ ਗੱਲ ਨਹੀਂ ਯਾਦ ਕਰਾਉਣੀ ਚਾਹੀਦੀ। ਤੇ ਵਾਹਿਗੁਰੂ ਸਾਨੂੰ ਸਮੱਤ ਬੁੱਧੀ ਬਖਸ਼ੇ ਇਸ ਗੱਲ ਦੀ, ਅਸੀਂ ਕਰ ਸਕੀਏ। ਸਾਡਾ ਸ਼ੁਕਲਾ ਵੀਰਾ ਸਭ ਤੋਂ ਪਹਿਲਾ ਮੈਂਬਰ ਢਾਬੇ ਤੇ ਸੀ ਵੀਰਾ ਆਇਆ ਉੱਥੇ ਹਨਾ। ਇਹ ਬਾਈ ਨੂੰ ਮਹਾਰਾਜ ਨੇ ਪਤਾ ਨਹੀਂ ਕਿਹੜੇ ਲੋਕ ਕਹਿੰਦੇ ਤਕਲੀਫ ਸੀਗਾ, ਦੁੱਖ 'ਚ ਸੀਗਾ, ਅਸੀਂ ਕਹਿੰਦੇ ਨਹੀਂ, ਬਾਈ ਨੇ ਸੇਵਾ ਸ਼ੁਰੂ ਕਰਾਤੀ ਸਾਡੀ। ਜੇ ਇਹ ਸ਼ੁਕਲੇ ਬਾਈ ਦਾ ਜਿਹੜਾ ਭਰਾ ਸੀ ਰਿੰਕੂ ਸ਼ੁਕਲਾ,
ਜਿਹੜਾ ਇਹਨੂੰ ਦੇਖ ਕੇ ਮੁੜ ਗਿਆ ਸੀਗਾ। ਤੇ ਉਹ ਬਾਈ ਦਾ ਧੰਨਵਾਦ ਆ। ਜੇ ਉਹ ਲੈ ਜਾਂਦਾ ਤਾਂ ਸ਼ਾਇਦ ਅੱਜ ਇੱਥੇ ਨੰਬਰ ਲਿਖਿਆ ਹੋਇਆ, ਹਾਂ ਦਿਖਾਉਣਾ ਸ਼ੁਕਲਾ ਬਾਈ ਹਰੇਕ ਦੇ ਮੂਹਰੇ ਬਾਂਹ ਕਰ ਦਿੰਦਾ ਵੀ ਮੇਰਾ ਹਨਾ। ਪਹਿਲਾਂ ਬਾਈ ਨੇ ਬੜੇ ਫੋਨ ਲਵਾਉਣੇ ਉਹਨੂੰ, ਪਰ ਉਹ ਫੋਨ ਹੀ ਚੱਕਣੋਂ ਹਟ ਗਿਆ ਸੀ ਹਨਾ। ਆ ਦੇਖੋ ਉਹਨੇ ਨੰਬਰ ਲਿਖਿਆ ਹੋਇਆ ਟੈਟੂ ਕਰਵਾ ਕੇ ਇਹਦੀ ਬਾਂਹ ਦੇ ਉੱਤੇ ਸ਼ੁਕਲਾ ਲਿਖ ਕੇ। ਪਰ ਧੰਨਵਾਦ ਆ, ਜੇ ਉਹ ਲੈ ਜਾਂਦਾ ਇਹਨੂੰ ਬਾਈ ਨੂੰ ਉਦਣ ਢਾਬੇ ਤੋਂ, ਤਾਂ ਅੱਜ ਅਸੀਂ ਇੱਥੇ ਨਾ ਹੁੰਦੇ। ਇਹ ਬਾਈ ਨੂੰ ਲੈ ਕੇ ਨਹੀਂ ਗਿਆ ਤਾਂ ਸਾਨੂੰ ਪ੍ਰਮਾਤਮਾ ਨੇ ਸੇਵਾ ਬਖਸ਼ੀ ਤੇ ਅੱਜ ਅਸੀਂ ਇੱਥੇ ਤੁਹਾਡੇ ਸਾਹਮਣੇ ਏਡਾ ਵੱਡਾ ਪਰਿਵਾਰ ਲਈ ਖੜੇ ਹਾਂ। ਫਿਰ ਧੰਨਵਾਦ ਆ ਬਾਪੂ ਕੇਸਰ ਦੇ ਭਰਾਵਾਂ ਦਾ, ਉਹਨਾਂ ਭਤੀਜਿਆਂ ਦਾ, ਸਾਰਿਆਂ ਦਾ ਜਿਨ੍ਹਾਂ ਨੇ ਬਾਪੂ ਦੀ ਕੇਅਰ ਕਰਨੀ ਸੀ ਉਸ ਟਾਈਮ, ਤੇ ਬਾਪੂ ਦੀ ਉਹਨਾਂ ਨੇ ਕੇਅਰ ਨਹੀਂ ਕੀਤੀ ਤੇ ਸਾਨੂੰ ਵਾਹਿਗੁਰੂ ਨੇ ਬਾਪੂ ਦੀ ਸੇਵਾ ਬਖਸ਼ੀ ਤੇ ਬਾਪੂ ਦੇ ਰਾਹੀਂ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਤੇ ਅੱਜ ਦੋਨੇ ਸਾਡੇ ਪਰਿਵਾਰ ਦੇ ਮੈਂਬਰ ਤੇ ਮਾਤਾ ਸੁਦਰਸ਼ਨ ਕੌਰ ਜੀ ਮੇਰੇ ਤਿੰਨਾਂ ਨੇ ਇਸ ਘਰ ਦਾ ਨੀਂਹ ਪੱਥਰ ਰੱਖਿਆ ਸੀ। ਕਰਮਾਂ ਵਾਲਿਆਂ, ਮਾਂ ਨੇ ਸਾਨੂੰ ਤਾਂ ਸਾਡੀ ਨੇ ਜਨਮ ਦਿੱਤਾ, ਸਾਨੂੰ ਇਸ ਦੁਨੀਆ ਦਿਖਾਈ ਤੇ ਅੱਗੋਂ ਅਸਲ ਦੁਨੀਆ ਦਾ ਚਾਨਣ ਸਾਨੂੰ ਆ ਸਾਡੇ ਦੋ ਮੈਂਬਰਾਂ ਨੇ ਕਰਾਇਆ। ਤੇ ਅੱਗੋਂ ਤਾਂ ਹੁਣ ਸਾਡੇ ਪਰਿਵਾਰ ਦੇ ਰੱਬ ਵਰਗੇ ਮੈਂਬਰ, ਬਾਪੂ ਗੋਪਾਲ ਵਰਗੇ, ਬਾਪੂ ਰਮੇਸ਼ ਚੰਦ ਸ਼ਰਮਾ ਬੈਦਵਾਨ ਬਾਪੂ ਜੀ ਆ, ਬਾਪੂ ਸਾਡੇ ਸਰਬਜੀਤ ਸਿੰਘ ਚੰਡੋਕ ਜੀ ਆ ਗਏ, ਕਿਹਦਾ ਨਾਂ ਲਈਏ, ਗੋਕਲ ਬਾਬਾ ਜੀ ਬੈਠੇ ਨੇ, ਗਰਮੇਲ ਸਿੰਘ ਬੈਠੇ ਨੇ, ਸਾਰੇ ਬਾਪੂ ਰਾਮ ਸਿੰਘ ਜੀ ਬੈਠੇ ਨੇ, ਬਾਪੂ ਮੰਗਲਦਾਸ। ਕਿਹਦੀ ਗੱਲ ਕਰੀਏ, ਸਾਡੀਆਂ ਮਾਵਾਂ ਦੀ ਗੱਲ ਕਰੀਏ, ਮਾਤਾ ਤੇਜ ਕੌਰ ਬੈਠੇ ਨੇ, ਜੋਗਿੰਦਰ ਕੌਰ ਮਾਤਾ ਜੀ ਆ ਹਨਾ। ਕਿੰਨੇ ਸਾਡੀਆਂ ਮਾਵਾਂ ਪਿੱਛੇ, ਸਾਡੇ ਸ਼ਿਮਲਾ ਬੇਬੇ ਆ, ਬਿਮਲਾ ਬੇਬੇ ਆ, ਭੈਣ ਆ ਸਾਡੀ, ਉਧਰ ਮਾਤਾ ਸੰਧਿਆ ਦੇਵੀ ਆ। ਤੇ ਸਾਰਿਆਂ ਦੇ ਇਸ ਵੱਡੇ ਪਰਿਵਾਰ ਦੇ ਵਿੱਚ ਸਾਨੂੰ ਰਹਿਣ ਦਾ ਮੌਕਾ ਮਿਲਿਆ। ਤੇ ਇਹ ਬਾਪੂ ਦਾ ਬੇਟਾ ਵਾ ਲੱਭਾ। ਜਦੋਂ ਬਾਪੂ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਸੀ, ਬਾਪੂ ਦਾ ਇਹ ਬੇਟਾ ਆਪਣੇ ਮੰਮੀ ਦੇ ਨਾਲ ਨਾਨਕੇ ਚਲਾ ਗਿਆ ਸੀ। ਇਹ ਨਾਨਕੇ ਹੀ ਰਿਹਾ, ਨਾਨਕੇ ਹੀ ਪਲਿਆ। ਉਹਨਾਂ ਨੇ ਇਹਨੂੰ ਬਾਹਰ ਭੇਜਤਾ, ਦੁਬਈ ਗਿਆ ਸੀ ਤੂੰ, ਆਬੂ ਧਾਬੀ। ਜਦੋਂ ਬਾਪੂ ਦੇ ਹਾਲਾਤ ਵਿਗੜੇ ਹੋਏ ਸੀਗੇ, ਇਹਨੇ ਥੋੜੀ ਜਿਹੀ ਸੁਰਤ ਸੰਭਾਲੀ, ਆਬੂ ਧਾਬੀ ਚਲਾ ਗਿਆ। ਇਧਰੋਂ ਬਾਪੂ ਦੀ ਮੈਂਟਲੀ ਹਾਲਤ ਇੰਨੀ ਵਿਗੜ ਗਈ। ਦੂਜੇ ਪੁੱਤ ਨੇ ਬਾਪੂ ਦਾ, ਜਿਹੜਾ ਇੱਥੇ ਨਾਲ ਰਹਿੰਦਾ ਸੀ ਮੁੰਡਾ, ਉਹ ਨਸ਼ੇ ਦੇ ਵਿੱਚ ਇੰਨਾ ਜ਼ਿਆਦਾ ਹੋ ਗਿਆ ਸੀਗਾ। ਜਾਂ ਪਾਉਣੇ ਪੁੱਤ ਪਾਉਣੇ, ਰੁਕ ਜਾ ਤੇ ਉਹਨੂੰ ਨਸ਼ੇ ਨੇ ਇੰਨਾ ਜ਼ਿਆਦਾ ਹਾਵੀ ਹੋ ਗਿਆ ਸੀ ਉਹਦੇ ਤੇ। ਉਹਨੇ ਬਾਪੂ ਨੂੰ ਸੰਭਾਲਣ ਤਾਂ ਦੂਰ ਦੀ ਗੱਲ, ਉਹ ਆਪਦੇ ਆਪ ਨੂੰ ਵੀ ਨਹੀਂ ਸੰਭਾਲ ਪਾਉਂਦਾ ਸੀ। ਉਹਨੇ ਘਰ ਦਾ ਸਾਰਾ ਕੁਝ ਹੀ ਵੇਚਤਾ, ਨਾਲ ਕੁਝ ਆਪਣੇ ਜਿਹੜੇ ਖਾਸ ਸੀ ਉਹ ਲੱਗ ਗਏ। ਤੇ ਲੱਗ ਕੇ ਉਹਨਾਂ ਨੇ ਬਾਪੂ ਦੀ ਪਹਿਲਾਂ ਤਾਂ ਜ਼ਮੀਨ ਨੂੰ ਵਾਢਾ ਪਾਇਆ, ਜ਼ਮੀਨ ਵੇਚੀ, ਗੂਠਾ ਲਵਾ ਲੈਂਦੇ ਸੀ ਬਾਪੂ ਤੋਂ। ਝੋਟੇ ਦੇ ਸਿਰ ਵਰਗੀ ਜ਼ਮੀਨ ਸੀ, ਕਰੋੜਾਂ ਦੀ ਜ਼ਮੀਨ ਸੀ, ਜਿਹੜੀ ਕੱਖਾਂ ਦੇ ਭਾਈ ਵੇਚਤੀ। ਫਿਰ ਘਰ ਦੇ ਭਾਂਡੇ ਤੱਕ ਵੇਚਤੇ, ਸਾਰੀ ਚੀਜ਼ਾਂ, ਹਰ ਚੀਜ਼ ਜਿਹੜੀ ਵਿਕ ਸਕਦੀ ਸੀ। ਘਰ ਦਾ ਵਿਹੜਾ ਵੀ ਵਿਕ ਗਿਆ ਤੇ ਬਸ ਛੋਟਾ ਜਿਹਾ ਵਿਹੜਾ ਰਹਿ ਗਿਆ ਸੀ ਤੇ ਉੱਤੇ ਚਵਾਰਾ ਰਹਿ ਗਿਆ ਸੀਗਾ। ਤੇ ਇੱਕ ਉਸ ਘਰ ਦੇ ਵਿੱਚ ਇੱਕ ਸੰਦੂਖ ਰਹਿ ਗਿਆ ਸੀ, ਜਿਹੜਾ ਬਾਪੂ ਦੀ ਮਾਂ ਦਾ ਸੀ, ਇਹਨਾਂ ਬੱਚਿਆਂ ਦੀ ਦਾਦੀ ਦਾ ਸੰਦੂਖ ਸੀ। ਉਹ ਵਿਕ ਹੀ ਨਹੀਂ ਸਕਦਾ ਸੀ ਸ਼ਾਇਦ, ਤੇ ਉਹਨੂੰ ਖਰੀਦਣ ਵਾਲਾ ਹੀ ਨਹੀਂ ਸੀ ਕੋਈ। ਵਿਕਦਾ ਉਹ ਵੀ ਬੜਾ ਮਹਿੰਗਾ ਜਾਂਦਾ, ਕਿਉਂਕਿ ਉਹ ਯੂਨੀਕ ਚੀਜ਼ਾਂ ਵਾ, ਪਰ ਉਹਨੂੰ ਖਰੀਦਣ ਵਾਲੀ ਆਖੀ ਨਹੀਂ ਸੀਗੀ ਹਨਾ, ਜਾਂ ਉਹ ਬੰਦੇ ਦੀ ਸਮਝ ਨਹੀਂ ਸੀਗੀ, ਸ਼ਾਇਦ ਉਹ ਵੀ ਲੈ ਜਾਂਦਾ ਕੋਈ। ਤੇ ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਾਨੂੰ ਕਿਰਪਾ ਕੀਤੀ, ਸਾਨੂੰ ਹੈਪੀ ਵੀਰ ਨੇ ਫੋਨ ਕਰਕੇ ਦੱਸਿਆ। ਅੱਜ ਅਸੀਂ ਉਹ ਵੀਰ ਦਾ ਨਾਂ ਲੈਂਦੇ ਆ। ਬਾਪੂ ਉਹ ਕੀ ਨਾਮ ਬਾਈ ਦਾ? ਢਾਲੀਵਾਲ, ਕੁੰਡੇ ਢਾਲੀਵਾਲ ਦਾ ਗੋਲਡੀ ਬੇਟਾ ਹਨਾ। ਕੀ ਹੈਪੀ ਹੈ? ਗੋਲਡੀ ਉਹਦਾ ਨਾਂ? ਗੋਲਡੀ, ਹੈਪੀ ਵੀ ਕਹਿੰਦੇ ਉਹਨੂੰ, ਗੋਲਡੀ ਕਹਿੰਦੇ। ਉਹਨੇ ਵੀਰ ਨੇ ਸਾਨੂੰ ਫੋਨ ਕਰਕੇ ਦੱਸਿਆ ਸੀਗਾ ਵੀ ਮੇਰੇ ਪਿੰਡ 'ਚ ਇਦਾਂ ਬਜ਼ੁਰਗ ਆ ਹਨਾ, ਪਰ ਉਹ ਕਹਿੰਦਾ ਮੈਂ ਸਾਹਮਣੇ ਨਹੀਂ ਆਉਣਾ, ਮੇਰੇ ਪਿੰਡ 'ਚ ਦੁਸ਼ਮਣੀ ਪੈ ਜੂ, ਇਹਦੇ ਮੁੰਡੇ ਮੇਰੇ ਨਾਲ ਲੜਨਗੇ। ਤੇ ਚਲੋ ਉਹ ਬਾਈ ਸਾਹਮਣੇ ਤਾਂ ਨਹੀਂ ਆਇਆ ਸੀਗਾ, ਪਰ ਬਾਪੂ ਜੀ ਦੀ ਸੇਵਾ ਸਾਨੂੰ ਮਿਲੀ। ਜਿੱਦਣ ਬਾਪੂ ਜੀ ਨੂੰ ਲੈ ਕੇ ਆਏ, ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਨੂੰ ਵਾਹਿਗੁਰੂ ਨੇ ਬਹੁਤ ਅਕਲ ਦਿੱਤੀ ਆ, ਸਮੱਤ ਬਖਸ਼ੀ ਆ। ਉਸ ਤੋਂ ਬਾਅਦ ਫਿਰ ਬਾਪੂ ਦਾ ਬੇਟਾ ਇਹ ਬਾਹਰੋਂ ਆ ਗਿਆ, ਇਹਨੂੰ ਬਾਹਰੋਂ ਵੀ ਫੋਨ ਕਰਦਾ ਰਹਿੰਦਾ ਸੀ, ਅਸੀਂ ਇਹਨੂੰ ਫੋਨ ਕਰਦੇ ਰਹਿੰਦੇ, ਬਾਪੂ ਨਾਲ ਗੱਲ ਕਰਾਉਂਦੇ ਰਹਿੰਦੇ ਸੀ। ਬਾਪੂ ਇਹਨੂੰ ਬਹੁਤ ਯਾਦ ਕਰਦਾ ਰਹਿੰਦਾ ਸੀ। ਇਹਦਾ ਨਾਂ ਲੱਭਾ। ਬਾਪੂ ਮੈਂਟਲੀ ਅਪਸੈਟ ਸੀ, ਇਹਨੇ ਕਹਿਣਾ ਉਹ ਲੱਭੇ ਨੂੰ ਸਾਰਾ ਦਿਨ ਯਾਦ ਕਰੀ ਜਾਂਦਾ ਰਹਿੰਦਾ ਸੀ। ਦੂਜਾ ਪੁੱਤ ਸੀ ਬਾਪੂ ਦਾ, ਜਿਹੜਾ ਬਿੱਲਾ ਸੀ ਉਹਦਾ ਨਾਂ ਹਨਾ, ਤੇ ਉਹਨੇ ਪਤਾ ਨਹੀਂ ਸੀ, ਇਹ ਦੇਖਣਾ ਨਹੀਂ ਸੀ ਸਭ ਕੁਛ ਹਨਾ ਹੁੰਦਿਆਂ। ਤੇ ਹੁਣ ਉਸ ਤੋਂ ਫਿਰ ਬਾਅਦ ਲੱਭਾ ਵੀ ਆ ਗਿਆ, ਜਿਹੜਾ ਬਾਪੂ ਦਾ ਦੂਜਾ ਮੁੰਡਾ। ਉਹ ਨਸ਼ੇ ਬਹੁਤ ਜ਼ਿਆਦਾ ਕਰਦਾ। ਇੱਕ ਦਿਨ ਉਹਦੇ ਸਰੰਜ ਸੂਈ ਲੱਗੀ ਹੋਈ ਰਹਿ ਗਈ ਬਾਂਹ ਦੇ ਵਿੱਚ ਹੀ, ਉਹਦੀ ਮੌਤ ਹੋ ਗਈ ਓਵਰਡੋਜ਼ ਦੇ ਨਾਲ। ਪਿੰਡ ਗਏ, ਸੰਸਕਾਰ ਕਰਕੇ ਆਏ। ਪਿੰਡ ਨੂੰ ਵੀ ਕਿਹਾ ਵੀ ਭਾਈ ਹੁਣ ਆਵਾਜ਼ ਚੱਕੀਏ ਆਪਾਂ, ਕਿੰਨੇ ਮੁੰਡੇ ਪਿੰਡ 'ਚ ਮਰ ਗਿਆ, ਪਰ ਆਵਾਜ਼ ਤਾਂ ਕਿਹਨੇ ਚੱਕਣੀ ਸੀਗੀ।
ਬਾਪੂ ਦਾ ਪੁੱਤ ਮਰ ਗਿਆ। ਬਾਪੂ ਦੇ 8 ਭਰਾ ਵਾ। ਹਾਂ ਬਹਿ ਜਾ ਵੀਰੇ। 8 ਭਰਾਵਾਂ ਦੇ ਵਿੱਚੋਂ ਕਿਸੇ ਨੇ ਵੀ ਆ ਕੇ ਇੱਕ ਵਾਰੀ ਵੀ ਬਾਪੂ ਦੇ ਮੋਢੇ ਤੇ ਹੱਥ ਰੱਖ ਕੇ ਨਹੀਂ ਕਿਹਾ ਵੀ ਕੇਸਰ ਸਿੰਘ ਕੋਈ ਨਾ ਚੱਲ ਚਲਿਆ ਗਿਆ, ਫਿਕਰ ਕਰ ਨਾ, ਤੂੰ ਹੌਸਲਾ ਰੱਖ, ਤੇਰੇ ਮੇਰੇ ਸਾਡੇ ਪੁੱਤ ਵੀ ਤੇਰੇ ਹੀ ਆ। ਕਿਸੇ ਨੇ ਵੀ, ਇੱਕ ਬੰਦੇ ਨੇ ਵੀ, ਭਰਾ ਨੇ ਆ ਕੇ ਬਾਪੂ ਦੇ ਮੋਢੇ ਤੇ ਹੱਥ ਨਹੀਂ ਰੱਖਿਆ। ਹਾਲਾਂਕਿ ਸਾਨੂੰ ਜ਼ਰੂਰ ਬਾਹਰ ਖੜਿਆਂ ਨੂੰ ਮਿਲੇ ਗੁਰਦੁਆਰਾ ਸਾਹਿਬ ਦੇ, ਜਿੱਦਣ ਅਸੀਂ ਸੰਸਕਾਰ ਕਰਕੇ ਆਏ ਆ ਜਾਂ ਭੋਗ ਤੇ ਆਏ। ਤਾਂ ਫਿਰ ਸਮਾਂ ਬੀਤਿਆ। ਉਸ ਤੋਂ ਬਾਅਦ ਫਿਰ ਇਹਦਾ ਬਾਪੂ ਦਾ ਬੇਟਾ ਇਹ ਵੀ ਥੋੜਾ ਜਿਹਾ ਵਿਗੜ ਗਿਆ ਸੀ, ਮਾੜਾ ਜਿਹਾ, ਪਰ ਨਸ਼ਾ ਨਹੀਂ ਸੀ ਕਰਦਾ ਕੋਈ ਇਦਾਂ ਦਾ। ਪਰ ਪੰਜਾਬ ਦੇ ਵਿੱਚ ਥਾਂ ਥਾਂ ਤੇ ਠੇਕੇ ਖੋਲੇ ਹੋਏ ਆ, ਹਰ ਥਾਂ ਤੇ ਨੌਜਵਾਨਾਂ ਨੂੰ ਜੇ ਹੋਰ ਕੋਈ ਨਸ਼ਾ ਨਹੀਂ ਕਰਦੇ ਤਾਂ ਸ਼ਰਾਬ ਵੱਲ ਨੂੰ ਤਾਂ ਪ੍ਰੋਤਸਾਹਿਤ ਸਾਡੀਆਂ ਸਰਕਾਰਾਂ ਖੁਦ ਹੀ ਕਰਦੀਆਂ ਵੀ ਸਾਨੂੰ ਵੱਧ ਤੋਂ ਵੱਧ ਰੈਵਨਿਊ ਆਵੇ, ਹੈ ਨਾ। ਤਾਂ ਫਿਰ ਚਲੋ ਇਹਨੂੰ ਵੀਰੇ ਨੂੰ ਸਮਝਾਇਆ, ਇਹ ਵੀ ਇਹਨੇ ਆਪ ਵੀ ਮੁੰਡੇ ਨੇ ਫਿਰ ਬੜੀ ਜ਼ਿੰਮੇਵਾਰੀ ਨਾਲ ਹੰਭਲਾ ਮਾਰਿਆ। ਚਲੋ ਵਾਹਿਗੁਰੂ ਨੇ ਮਿਹਰ ਕੀਤੀ, ਇਹਦਾ ਵਿਆਹ ਹੋ ਗਿਆ। ਵਿਆਹ ਵੀ ਇੱਥੇ ਸ਼ਗਨ ਪਾਇਆ ਸੀ ਸੰਸਥਾ ਦੇ ਵਿੱਚ ਹੀ। ਉਸ ਤੋਂ ਬਾਅਦ ਇਹਦਾ ਘਰ ਹੈ ਨਹੀਂ ਸੀ, ਕਿਉਂਕਿ ਘਰ ਤਾਂ ਸਾਰਾ ਖਾਲੀ ਪਿਆ ਸੀ, ਖੋਲਾ ਹੋਇਆ ਪਿਆ ਸੀਗਾ। ਫਿਰ ਉਹ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਬਾਪੂ ਕੇਸਰ ਸਿੰਘ ਜੀ ਦਾ ਉਹ ਘਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ। ਟਾਇਲਟ, ਬਾਥਰੂਮ, ਕਿਚਨ ਬਣਾਇਆ, ਬਰਾਂਡਾ ਬਣਾਇਆ ਮੂਹਰੇ ਪੱਕਾ, ਕਿਉਂਕਿ ਕੱਚਾ ਸੀ, ਚਾਹੁੰਦਾ ਸੀ ਪਹਿਲਾਂ, ਉਹ ਦੂਜਾ ਸੀਗਾ ਗਾਡਰ ਵਾਲਿਆਂ ਵਾਲਾ। ਤੇ ਫਿਰ ਵਿਹੜਾ ਹੁਣ ਪੂਰਾ ਫਰਸ਼ ਲਾ ਕੇ, ਟਾਈਲਾਂ ਲਾ ਕੇ ਪੂਰਾ ਵਧੀਆ ਇੱਕ ਘਰ ਬਣ ਗਿਆ। ਤੇ ਹੁਣ ਵਾਹਿਗੁਰੂ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ, ਇਹ ਦੋਨੋਂ ਹਸਬੈਂਡ ਵਾਈਫ ਉੱਥੇ ਰਹਿੰਦੇ ਨੇ। ਉਸ ਘਰ ਦਾ ਦੀਵਾ ਜਗਦਾ ਹੋ ਗਿਆ। ਬਾਪੂ ਦੇ ਘਰ ਦੇ ਵਿੱਚ ਅਸੀਂ, ਪਰਮਾਤਮਾ ਨੂੰ ਪਤਾ, ਜਿੱਦਣ ਅਸੀਂ ਬਾਪੂ ਦੇ ਘਰ 'ਚ ਪਹਿਲੀ ਵਾਰੀ ਦੇਖਣ ਗਏ ਸੀ ਨਾ, ਜਦੋਂ ਬਾਪੂ ਜੀ ਨੂੰ ਲੈ ਕੇ ਆਏ ਸੀ, ਉਸ ਤੋਂ ਕਾਫੀ ਟਾਈਮ ਬਾਅਦ ਇੱਕ ਦਿਨ ਪਿੰਡ 'ਚ ਗਏ ਅਸੀਂ। ਨਿੱਕੂ ਦੇ ਘਰ ਦੇ ਬਾਰੇ ਪਤਾ ਲੱਗਿਆ ਕਿ ਇੱਕ ਪਰਿਵਾਰ 'ਚ 3 ਮੈਂਬਰ ਮੈਂਟਲੀ ਅਪਸੈਟ ਸੀ, 4। ਜਦੋਂ ਅਸੀਂ ਉੱਥੇ ਗਏ ਤਾਂ ਬਾਪੂ ਦੇ ਘਰੇ ਗੇੜਾ ਮਾਰ ਕੇ ਆਏ ਤੇ ਉਹ ਖੋਲਾ ਬਣਿਆ ਹੋਇਆ ਘਰ ਦੇਖ ਕੇ ਆਏ। ਤਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਸੀ, ਸੱਚਾ ਪਾਤਸ਼ਾਹ ਇੱਕ ਦਿਨ ਇਸ ਘਰ ਦੇ ਵਿੱਚ ਵੀ ਦੀਵਾ ਜਗਾ ਦੀ। ਤੇ ਉਹ ਵਾਹਿਗੁਰੂ ਨੇ ਸੁਣੀ ਆ, ਉਹ ਸੱਚੇ ਪਾਤਸ਼ਾਹ ਨੇ ਸਾਡਾ ਸਾਥ ਦਿੱਤਾ। ਅੱਜ ਉਸ ਘਰ ਦਾ ਦੀਵਾ ਜਗਦਾ ਹੋ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਉਸ ਘਰ 'ਚ ਖੁਸ਼ੀਆਂ ਆਉਣ, ਉਸ ਘਰ ਦੀ ਜੜ ਲੱਗੇ। ਇਹ ਲੱਭਾ ਹੁਣ ਸਾਡੇ ਕੋਲੇ ਕੰਮ ਕਰਦਾ ਸੀ, ਇਹਨੂੰ ਕਿਹਾ ਵੀ ਤੂੰ ਬਾਹਰ ਨਹੀਂ ਕਿਤੇ ਕੰਮ ਕਰਨਾ। ਬਾਹਰ ਕਰਦਾ ਸੀ, ਟਰੈਕਟਰ ਚਲਾਉਂਦਾ ਸੀ। ਫਿਰ ਉੱਥੇ ਤੁਹਾਨੂੰ ਪਤਾ ਉਹੀ ਕੁਛ ਆ, ਸਾਰਾ ਦਿਨ ਕੰਮ ਕਰਨਾ, ਜ਼ੋਰ ਲਾਉਣਾ। ਸਿਸਟਮ ਸਾਡੇ ਪੰਜਾਬ 'ਚ ਕਿੱਦਾਂ ਦਾ ਬਣਿਆ ਪਿਆ ਵਾ ਸਾਰਿਆਂ ਨੂੰ ਪਤਾ। ਫਿਰ ਲੱਭੇ ਵੀਰੇ ਨੂੰ ਅਸੀਂ ਇੱਥੇ ਰੱਖ ਲਿਆ। ਹੁਣ ਇਹ ਸਾਡੇ ਨਾਲ ਕੰਮ ਕਰਾਉਂਦਾ, ਸੇਵਾ ਕਰਾਉਂਦਾ, ਟਰੈਕਟਰ ਚਲਾ ਲੈਂਦਾ। ਇੱਥੇ ਕੋਈ ਸਮਾਨ ਲੈ ਕੇ ਆਉਣਾ, ਛੱਡ ਕੇ ਆਉਣਾ, ਬਾਹਰ ਕੋਈ ਟੈਂਟ ਲਵਾਉਣਾ, ਕਿਸੇ ਬਜ਼ੁਰਗ ਨਾਲ ਸੇਵਾ, ਅੰਦਰ ਇਸ਼ਨਾਨ ਕਰਾਉਣਾ, ਸਾਰੇ ਦਿਨ ਸੇਵਾ ਕਰਾਉਂਦਾ, ਸਾਡੇ ਕੋਲ ਹੀ ਰਹਿੰਦਾ ਹੈ। ਤੇ ਘਰੇ ਚਲੇ ਜਾਂਦਾ ਸ਼ਾਮ ਨੂੰ। ਹੁਣ ਉਸ ਘਰ ਦੀਆਂ ਉਹ ਖੁਸ਼ੀਆਂ ਵਾਪਸ ਆ ਰਹੀਆਂ। ਹੁਣ ਬਾਪੂ ਦੇ ਘਰ ਦੇ ਵਿੱਚ ਅੱਗੇ ਜਕਾਰਾ ਲਾ ਕੇ ਹਟਿਆ ਸਾਰੇ ਵੀ ਬਾਪੂ ਦੇ ਘਰ ਦੇ ਵਿੱਚ ਚਾਹੇ ਪੋਤਾ ਹੋਵੇ ਚਾਹੇ ਪੋਤੀ ਹੋਵੇ, ਉਹ ਘਰ ਦੇ ਵਿੱਚ ਖੁਸ਼ੀਆਂ ਆਉਣ। ਤੁਸੀਂ ਵੀ ਅਰਦਾਸ ਕਰਿਓ ਵੀ ਅਗਲੇ ਸਾਲ ਅਸੀਂ ਲੋਹੜੀ ਬਾਪੂ ਦੇ ਘਰ 'ਚ ਵਿਹੜੇ 'ਚ ਜਾ ਕੇ ਮਨਾਈਏ। ਬਾਂਗਲਾ ਸੱਚੇ ਪਾਤਸ਼ਾਹ ਬਾਪੂ ਕੇਸਰ ਸਿੰਘ ਦੇ ਘਰ ਦੀ ਜੜ ਲਾਵੇ, ਪਰਿਵਾਰ ਦੀ ਜੜ ਲਾਵੇ। ਯਾਨੀ ਕਿ ਜਿੱਥੇ ਲੱਖ ਕੋਸ਼ਿਸ਼ਾਂ ਕਰ ਲਵੇ ਦੁਨੀਆ, ਜਿੰਨਾ ਚਿਰ ਉਹਦੀ ਨਿਗਾਹ ਸਿੱਧੀ ਆ ਕੁਛ ਨਹੀਂ ਹੁੰਦਾ। ਆਪਣਿਆਂ ਨੇ ਹੋਰਾਂ ਨੇ ਰਲ ਕੇ ਜ਼ਮੀਨਾਂ ਜਾਇਦਾਦਾਂ ਵੀ ਖਾ ਲੀਆਂ, ਉਹ ਵੀ ਨਹੀਂ ਬਚੇ, ਉਹਨਾਂ ਕੋਲੇ ਵੀ ਨਹੀਂ ਬਚਿਆ ਜ਼ਮੀਨਾਂ ਜਾਇਦਾਦਾਂ। ਤੇ ਪਰ ਜੇ ਬਾਪੂ ਦੇ ਘਰ ਦੀ ਜੜ ਨਹੀਂ ਮਿਟਾ ਸਕਿਆ ਕੋਈ, ਫਿਰ ਵੀ ਚਾਹੇ ਕਮਲਾ ਹੋ ਗਿਆ, ਆਪਦੇ ਪਿੰਡ 'ਚ ਹੀ 8 ਸਾਲ ਕਮਲਾ ਹੋ ਕੇ ਘੁੰਮਦਾ ਰਿਹਾ। ਲੋਕ ਮਜ਼ਾਕ ਬਣਾਉਂਦੇ ਰਹੇ, ਕੀੜੇ ਪੈ ਗਏ, ਆਪਦੇ ਪਿੰਡ 'ਚ ਹੀ ਘੁੰਮਦਾ ਰਿਹਾ। ਆਪਦੇ ਪਿੰਡ ਦੇ ਗੁਰੂ ਘਰ ਦੇ ਵਿੱਚ ਹੀ ਚਲਿਆ ਗਿਆ। ਉਹਨੇ ਵੀ ਸਿਰ 'ਚ ਗ੍ਰਾਂਥੀ ਸਿੰਘ ਨੇ ਬਾਲਾ ਮਾਰਿਆ, 18 ਟਾਂਕੇ ਲੱਗੇ। ਜੋ ਗ੍ਰਾਂਥੀ ਸਿੰਘ ਵੀ ਪਿੰਡ ਵਾਲੇ ਦੱਸਦੇ ਸੀਗੇ, ਪਤਾ ਨਹੀਂ ਰੱਬ ਦੀ ਕਿਹੜੀ ਰਜਾ ਹੁੰਦੀ, ਉਹ ਵੀ ਮੰਜੇ ਤੇ ਪਿਆ, ਬੁਰੇ ਹਾਲ ਆ ਕਹਿੰਦੇ ਉਹਦੇ ਵੀ। ਯਾਨੀ ਕਿ ਜਿਹੜਾ ਬੰਦਾ ਕਰਦਾ ਉਹਨੂੰ ਉਹ ਇੱਥੇ ਹੀ ਭਰਦਾ ਭਾਈ। ਅਸੀਂ ਕਈ ਵਾਰੀ ਅੱਖੋਂ ਓਲੇ ਜੱਗ ਮਰੇ ਵਾਲੀ ਗੱਲ ਕਰਦੇ ਆ, ਪਰ ਨਹੀਂ, ਇਹ ਸਾਡੇ ਨਾਲ ਭੋਗਣੀਆਂ ਪੈਣੀਆਂ ਸਾਨੂੰ। ਜੋ ਅਸੀਂ ਕਰਦੇ ਆ, ਜੋ ਅਸੀਂ ਅੱਜ ਬੀਜ ਰਹੇ ਆ, ਉਹ ਸਾਨੂੰ ਵੱਢਣਾ ਪੈਣਾ। ਹਮੇਸ਼ਾ ਭਾਣੇ 'ਚ ਰਹੀਦਾ, ਹਮੇਸ਼ਾ ਉਹਦੇ ਡਰ 'ਚ ਰਹੀਦਾ ਵੀ ਕਿਤੇ ਗਲਤੀ, ਕੋਈ ਗੁਸਤਾਖੀ ਨਾ ਹੋ ਜਾਵੇ। ਕਿਤੇ ਸੱਚਾ ਪਾਤਸ਼ਾਹ ਵਾਹਿਗੁਰੂ, ਤੁਸੀਂ ਐਡੀ ਵੱਡੀ ਡਿਊਟੀ ਜਿਹੜੀ ਤੁਸੀਂ ਲਾਈ ਆ, ਕਰਾਉਂਦੇ ਤੁਸੀਂ ਆਪ ਹੀ ਹੋ, ਕਰਦੇ ਇਹ ਰੱਬੀ ਰੂਹਾਂ ਨੇ ਸਾਰੀਆਂ ਸੇਵਾ ਇੱਥੇ। ਸਾਡਾ ਤਾਂ ਇੱਕ ਸਰੀਰ ਵਰਤਿਆ ਜਾ ਰਿਹਾ, ਨਾ ਅਸੀਂ ਇੰਨੇ ਔਕਾਤ ਦੇ ਮਾਲਕ ਸੀਗੇ। ਹਾਂ ਬਾਬਾ ਜੀ, ਤੇ ਇਹ ਰੱਬ ਵਰਗੇ ਸਾਡੇ ਪਰਿਵਾਰ ਦੇ ਮੈਂਬਰ, ਜਿਹੜੇ ਬੱਚੇ ਸਾਡੇ, ਦੇਖੋ ਕਿੰਨੇ ਬੱਚੇ ਨੇ ਖੜੇ ਇੱਥੇ, ਮਹਾਰਾਜ ਨੇ ਭੇਜਿਆ ਇਹਨਾਂ ਨੂੰ, ਸਾਡੇ ਪਰਿਵਾਰ ਦਾ ਹਿੱਸਾ ਬਣਾਇਆ। ਕਿੰਨੇ ਬਜ਼ੁਰਗ ਆ, ਕਿੰਨੀਆਂ ਮਾਵਾਂ, ਕਿੰਨੀਆਂ ਭੈਣਾਂ, ਖੁਦ ਸਾਡਾ ਪਰਿਵਾਰ, ਮੇਰੀ ਮਾਤਾ ਜੀ, ਬੱਚੇ, ਵਾਈਫ, ਸਾਰੇ। ਜੇ ਸਾਰਿਆਂ ਦੀ ਸਪੋਰਟ ਆ, ਵਲੰਟੀਅਰ ਸਾਡੇ ਟੀਮ ਦੇ ਮੈਂਬਰ ਆ, ਜਿਹੜੇ ਸਾਰਾ ਦਿਨ ਸਾਡੇ ਨਾਲ, ਦਿਨ ਪੂਰ ਰਾਤ 12-12 1-1 ਵੱਜ ਜਾਂਦਾ ਸਾਨੂੰ ਸੇਵਾ ਕਰਦੇ ਆ। ਤੜਕਿਓਂ ਫਿਰ ਅਸੀਂ 5 ਵਜੇ 5:30 ਵਜੇ ਸਟਾਰਟ ਹੋ ਜਾਈਦਾ।
ਤੇ ਇਹ ਸਾਰਾ ਕੁਝ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਰਿਹਾ। ਤੇ ਇਹ ਰੱਬ ਨੇ ਇਹ ਰੂਹਾਂ ਸਾਰੀਆਂ ਜੋੜੀਆਂ। ਹਾਂਜੀ 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 ਕੀ ਕਹਿੰਦਾ ਕ੍ਰੈਡਿਟ ਚੜ ਜਾ ਗੇੜਾ ਦੇ ਲੈ ਝੂਟੇ ਲੈ ਲਾ ਝੂਟੇ ਲੈ ਲਾ ਅਰੇ ਤੱਤਾ ਤੱਤਾ ਘੋੜਿਆ ਤੱਤਾ ਤੱਤਾ ਘੋੜਿਆ। ਤੇ ਇਹ ਸਾਡੀਆਂ ਜਜ਼ਬਾਤੀ ਗੱਲਾਂ ਖਤਮ ਨਹੀਂ ਹੋਣੀਆਂ ਗੀਆਂ। ਤੁਸੀਂ ਵੀ ਸਾਰਿਆਂ ਨੇ ਲੋਹੜੀ ਮਨਾਉਣੀ ਹੋਣੀ ਆ। ਤੁਹਾਨੂੰ ਲੋਹੜੀ ਦੀਆਂ ਮੁਬਾਰਕਾਂ। ਜਿਨ੍ਹਾਂ ਨੇ ਧੂਣੀ ਵਾਲ ਲਈ ਆ ਉਹਨਾਂ ਨੂੰ ਵੀ, ਜਿਨ੍ਹਾਂ ਨੇ ਨਹੀਂ ਵਾਲੀ ਸਾਨੂੰ ਇਸ ਵੀਡੀਓ ਰਾਹੀਂ ਦੇਖ ਰਹੇ ਉਹਨਾਂ ਨੂੰ ਵੀ ਬੇਨਤੀ ਆ ਵੀ ਜ਼ਰੂਰ ਇਹ ਖੁਸ਼ੀਆਂ ਮਨਾਓ। ਇਹ ਤਿਉਹਾਰ ਇਹ ਛੋਟੇ ਛੋਟੇ ਇਹ ਮਹੱਤਤਾ ਰੱਖਦੇ ਆ, ਇਹ ਮਤਲਬ ਰੱਖਦੇ ਆ ਸਾਡੀ ਜ਼ਿੰਦਗੀ ਦੇ ਵਿੱਚ। ਇਹਨਾਂ ਦੀਆਂ ਆ ਛੋਟੀ ਜੀ ਇੱਕ ਧੂਣੀ 4 ਲੱਕੜਾਂ ਦੀ ਇਹ ਸਾਡੀ ਜ਼ਿੰਦਗੀ 'ਚ ਸਾਡੇ ਸਮਾਜ ਦੇ ਵਿੱਚ ਆਪਣੇ ਪਣ ਦੀ ਇੱਕ ਮਿਸਾਲ ਆ। ਚਾਹੇ ਉਹ ਦੀਵਾਲੀ ਆ, ਚਾਹੇ ਉਹ ਲੋਹੜੀ ਆ, ਚਾਹੇ ਉਹ ਦੁਸਹਿਰਾ ਵਾ, ਚਾਹੇ ਉਹ ਹੋਲੀ ਆ। ਸਾਨੂੰ ਹੁਣ ਧਰਮਾਂ ਦੇ ਹਿਸਾਬ ਨਾਲ ਵੀ ਵੰਡਿਆ ਵੀ ਇਹ ਸਾਡਾ ਨਹੀਂ ਜੀ ਉਹਨਾਂ ਦਾ ਇਹ ਇਹਨਾਂ ਦਾ ਨਹੀਂ। ਅਸੀਂ ਆਪਣੇਪਣ ਦਾ ਇੱਕ ਸੁਨੇਹਾ ਲੈ ਕੇ ਆਉਂਦੇ ਆ। ਸਾਨੂੰ ਤਿਉਹਾਰ ਇੱਕ ਦੂਸਰੇ ਨਾਲ ਜੋੜਦੇ ਨੇ। ਆ ਜਿੰਨੇ ਚਿਹਰੇ ਤੁਸੀਂ ਦੇਖਦੇ ਹੋ ਬੈਠੇ ਇਹਨਾਂ ਦੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਸ਼ਾਇਦ ਅੱਜ ਲੋਹੜੀ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹੋਣੀ, ਪਰ ਇਹ ਵੀ ਸਾਡੇ ਪਰਿਵਾਰ ਦਾ ਇੱਕ ਹਿੱਸਾ ਵਾ। ਅਸੀਂ ਇੱਥੇ ਮਨਾ ਰਹੇ ਹਾਂ। ਉਹ ਘਰੇ 2 ਜਾਣੇ ਹੋਣਗੇ 3 ਹੋਣਗੇ, ਪਰ ਅਸੀਂ ਇੱਥੇ 300 ਮੈਂਬਰ ਰਲ ਕੇ ਲੋਹੜੀ ਮਨਾ ਰਹੇ ਹਾਂ ਨਾ। ਇੱਥੇ ਸਾਡਾ ਵਾਹਿਗੁਰੂ ਵਾਹਿਗੁਰੂ ਕੀ ਹਾਲ ਨੇ? ਸਤਿ ਸ਼੍ਰੀ ਅਕਾਲ। ਮੁਬਾਰਕਾਂ ਲੋਹੜੀ ਦੀਆਂ ਮੁਬਾਰਕਾਂ ਵਾਹਿਗੁਰੂ ਵੀਰੇ। ਇਹ ਸਾਡਾ ਵਾਹਿਗੁਰੂ ਵੀਰਾ ਜੀ ਨਾ ਵਾਹਿਗੁਰੂ ਸਿੰਘ ਜਦੋਂ ਲੋਹੜੀ ਬਣਾਈ ਹੋਊ ਵਾਹਿਗੁਰੂ ਦੀ ਗੁੜ ਵੰਡਿਆ ਹੋ। ਮੈਂ ਹਮੇਸ਼ਾ ਇਹ ਗੱਲ ਕਰਦਾ ਰਹਿਣਾ ਹਨਾ। ਸਾਡਾ ਸੋਨੂ ਆ, ਮੁਬਾਰਕਾਂ ਪੁੱਤ ਤੈਨੂੰ। ਸੋਨੂ ਨੂੰ ਵੀ ਜਦੋਂ ਇਹਦਾ ਬਾਪੂ ਝੋਲੀ ਪਾ ਕੇ ਲੈ ਕੇ ਆਇਆ ਸੀ 3-4 ਦਿਨਾਂ ਦਾ ਸੀ ਸੋਨੂ, ਥੋੜਾ ਛੋਟਾ ਜਿਹਾ ਸੀ, ਤੇ ਉਹਨੇ ਵੀ ਘਰੇ ਆ ਕੇ ਗੁੜ ਵੰਡਿਆ ਸੀ, ਲੋਹੜੀ ਮਨਾਈ ਸੀ। 3 ਧੀਆਂ ਦੇ ਉੱਤੋਂ ਦੀ ਇੱਕ ਪੁੱਤ ਮਿਲਿਆ ਸੀ। ਪਰ ਜਦੋਂ ਉਹਨੂੰ ਪਤਾ ਲੱਗਿਆ ਮੇਰਾ ਪੁੱਤ ਚੱਲ ਫਿਰ ਨਹੀਂ ਸਕਦਾ ਤੇ ਉਹ ਵੀ ਮਜਬੂਰ ਹੋ ਗਿਆ। ਤੇ ਧੀਆਂ ਨੇ ਤੇ ਜਵਾਈਆਂ ਨੇ ਰਲ ਕੇ ਸੋਨੂ ਨੂੰ ਇਸ ਹਾਲਾਤ 'ਚ ਖੜਾ ਕਰਤਾ। ਅੱਜ ਸਾਡੇ ਪਰਿਵਾਰ ਦਾ ਹਿੱਸਾ ਵਾ ਸੋਨੂ। ਅੱਜ ਦੇ ਦਿਨ ਡੈਥ ਹੋਈ ਸੀ ਮੇਰੇ ਕੋਲ। ਅੱਛਾ ਅੱਜ ਦੇ ਦਿਨ ਡੈਥ ਹੋਈ ਸੀ। ਪਰ ਇਹ ਇੰਨਾ ਪਿਆਰ ਕਰਦਾ ਆਪਦੇ ਬਾਪੂ ਨੂੰ, ਫਿਰ ਵੀ ਸਾਨੂੰ ਉਹਨਾਂ ਨੇ ਦੱਸਿਆ ਤੱਕ ਨਹੀਂ ਮੌਤ ਤੋਂ ਬਾਅਦ ਵੀ ਕਈ ਮਹੀਨੇ ਬਾਅਦ ਪਤਾ ਲੱਗਿਆ ਸੀਗਾ। ਪਰ ਫਿਰ ਵੀ ਇਹ ਸਾਡੇ ਵੀਰ ਦੀ ਛੋਟੇ ਭਰਾ ਦੀ ਮਹਾਰਾਜ ਨੇ ਬੜੀ ਸੁਣੀ ਹੈ। ਪੈਰਾਂ ਤੇ ਤੁਰਨ ਲੱਗ ਗਿਆ ਆਪਣਿਆਂ ਤੇ, ਤੰਦਰੁਸਤ ਤਕੜਾ ਵਾ। ਤੇ ਅੱਜ ਦੇ ਦਿਨ ਹੀ ਸਾਡਾ ਇੱਕ ਹੋਰ ਹੋਣਹਾਰ ਪਰਿਵਾਰ ਦਾ ਮੈਂਬਰ ਚਲਾ ਗਿਆ ਸੀਗਾ, ਰਾਜਵੀਰ, ਜਿਹਨੇ 골ਡ ਮੈਡਲ ਜਿੱਤੇ ਸੀ ਇੰਡੀਆ ਦੀ ਖਾਤਰ। 3 골ਡ ਮੈਡਲ ਜਿੱਤ ਕੇ ਲੈ ਕੇ ਆਇਆ ਸੀ ਉਹ ਬੱਚਾ ਅਮਰੀਕਾ ਚੋਂ, ਲਾਸ ਐਂਜਲਸ ਦੇ ਵਿੱਚੋਂ, ਸਾਈਕਲਿੰਗ ਦੇ ਵਿੱਚੋਂ, ਮੰਦਬੁੱਧੀ ਬੱਚਿਆਂ ਦੀ ਰੇਸ ਦੇ ਵਿੱਚ, ਪੈਰਾ ਸਪੈਸ਼ਲ ਬੱਚਿਆਂ ਦੀ 올림픽 'ਚ। ਅੱਜ ਦੇ ਦਿਨ ਉਹ ਸਰਕਾਰ ਦੀ ਸਿਸਟਮ ਦੀ ਨਲਾਇਕੀ ਦੇ ਕਰਕੇ ਉਹ ਬੱਚਾ ਇਸ ਦੁਨੀਆ ਤੋਂ ਕੂਚ ਕਰ ਗਿਆ ਸੀ। ਗਰੀਬ ਮਾਂ-ਬਾਪ ਦਾ ਪੁੱਤ, ਮਿਸਤਰੀ ਮਜ਼ਦੂਰੀ ਕਰਨ ਵਾਲਾ ਉਹਦਾ ਬਲਵੀਰ ਸਿੰਘ ਬਾਪ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਅੱਜ ਦੇ ਦਿਨ। ਤਾਂ ਹੀ ਅਸੀਂ ਦੱਸਦੇ ਰਹਿੰਦੇ ਹਾਂ ਵੀ ਸਾਡੀਆਂ ਖੁਸ਼ੀਆਂ ਤੇ ਸਾਡੇ ਗਮ ਇੱਕੋ ਸਮੇਂ ਸਫ਼ਰ ਤੈਅ ਕਰਦੇ ਨੇ। ਤੇ ਅਸੀਂ ਅੱਜ ਤੁਹਾਨੂੰ ਸਾਰਿਆਂ ਨੂੰ ਲੋਹੜੀ ਮੁਬਾਰਕ। ਕੱਲ ਨੂੰ ਮਾਘੀ ਦਾ ਦਿਹਾੜਾ ਵਾ। ਅਸੀਂ ਹਰ ਸਾਲ ਦੀ ਵਾਂਗ ਕੱਲ ਨੂੰ ਤੜਕਿਓਂ 3 ਵਜੇ ਸ਼ੁਰੂ ਕਰਕੇ ਉੱਠ ਕੇ ਪਰਿਵਾਰ ਦੇ ਮੈਂਬਰ ਸਾਡੇ ਸਾਰਿਆਂ ਗਰਮ ਕਰਨੇ ਆ ਪਾਣੀ। ਹਰ ਇੱਕ ਮੈਂਬਰ ਨੂੰ ਕੇਸੀ ਇਸ਼ਨਾਨ ਕਰਾਉਣਾ, ਚਾਹੇ ਉਹ ਮੰਜੇ ਤੇ ਪਿਆ ਵਾ, ਚਾਹੇ ਉਹ ਠੀਕ ਆ, ਚਾਹੇ ਉਹ ਪਿਆਰਾ ਵਾ ਸਾਡਾ ਬਾਪੂ ਦਾਦੇ ਨੂੰ ਆਪਦੇ ਨੂੰ ਜੱਫੀਆਂ ਪਾਈ ਜਾਂਦਾ ਘੁੱਟ-ਘੁੱਟ ਕੇ। ਸਾਰੇ ਮੈਂਬਰ ਬੱਚੇ ਤੋਂ ਵੱਡੇ ਬਜ਼ੁਰਗਾਂ ਤੋਂ ਲੈ ਕੇ ਸਾਰੇ ਮੈਂਬਰ, ਭੈਣਾਂ, ਮਾਵਾਂ, ਸਾਰੇ ਜਾਣੇ ਕੇਸੀ ਇਸ਼ਨਾਨ ਕਰਕੇ ਕੱਲ ਨੂੰ ਮਾਘੀ ਦਾ ਦਿਨ ਸ਼ੁਰੂ ਹੋਊਗਾ। ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਪੂਰਾ ਮਾਘੀ ਦਾ ਮਹੀਨਾ ਸਾਡਾ ਪਰਿਵਾਰ ਗੁਰੂ ਦੇ ਭਾਣੇ 'ਚ ਤਾਂ ਅਸੀਂ ਹਰ ਟਾਈਮ ਹੀ ਆ। ਪਾਠ ਤਾਂ ਦੋਨੋਂ ਟਾਈਮ ਹੁੰਦਾ ਹੀ ਆ, ਰਹਿਰਾਸ ਸਾਹਿਬ ਵੀ ਹੁੰਦਾ ਵਾ, ਨਿਤਨੇਮ ਵੀ ਹੁੰਦਾ ਵਾ। ਪਰ ਮਾਘੀ ਦੇ ਮਹੀਨੇ 'ਚ ਅਸੀਂ ਅੱਜ ਤੋਂ 3 ਸਾਲ ਪਹਿਲਾਂ 2 ਸਾਲ ਪਹਿਲਾਂ ਸੁਖਮਨੀ ਸਾਹਿਬ ਸ਼ੁਰੂ ਕੀਤਾ ਸੀ ਨਾ ਜੀ ਆਪਾਂ। ਪਿਛਲੇ ਸਾਲ ਕੀਤਾ ਸੀ ਨਾ ਆਪਾਂ ਮਾਘੀ ਤੇ ਬਾਪੂ ਹਨਾ, ਪਿਛਲੇ ਸਾਲ ਕੀਤਾ ਸੀ ਸ਼ਾਇਦ। ਤੇ ਅੱਜ ਪ੍ਰਮਾਤਮਾ ਦੀ ਕਿਰਪਾ ਸਾਡੇ ਕੋਲੇ ਵਾਹਿਗੁਰੂ ਨੇ ਗੁਰਬਾਣੀ ਵਾਸਤੇ ਵੀ ਸਾਡੇ ਮਾਤਾ ਹਰਭਜਨ ਕੌਰ ਵਰਗੇ ਮੇਰੇ ਮਾਤਾ ਜੀ, ਸਾਡੇ ਪਰਿਵਾਰ ਦੇ ਮੈਂਬਰ ਸਾਰੇ ਆ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ। ਹਰ ਰੋਜ਼ ਇਸ ਘਰ ਦੇ ਵਿੱਚ ਖੁਸ਼ੀਆਂ ਦੇ ਵਿੱਚ ਵਾਧਾ ਹੋ ਰਿਹਾ।
ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਨਾਲ ਅਸੀਂ ਸਾਰਾ ਪਰਿਵਾਰ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਰਹੇ ਹਾਂ। ਤੇ ਅੱਜ ਸਾਡੇ ਬਾਪੂ ਗੁਜਰਾਜ ਸਿੰਘ ਜੀ ਦਾ ਭੋਗ ਵੀ ਸੀਗਾ, ਉਹਨਾਂ ਦੀ ਅੱਜ ਅੰਤਿਮ ਅਰਦਾਸ ਵੀ ਸੀਗੀ। ਬਾਪੂ ਗੁਜਰਾਜ ਸਿੰਘ ਜੀ ਸਾਨੂੰ ਸ਼ੁਰੂ ਦੇ ਵਿੱਚ 2016 ਦੇ ਵਿੱਚ ਮਿਲੇ ਸੀ, ਪ੍ਰਤਾਪ ਸਿੰਘ ਵਾਲਾ ਮੰਡੀ ਦੇ ਵਿੱਚ ਪਏ ਸੀ, ਬੜੀ ਮਾੜੀ ਹਾਲਤ ਲੁਧਿਆਣੇ ਤੋਂ। ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ, ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਵੀ ਅਰਦਾਸ ਕਰਿਓ। ਲੋਹੜੀ ਦੀਆਂ ਮੁਬਾਰਕਾਂ, ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਵੀ ਮੁਬਾਰਕਾਂ ਐਡਵਾਂਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਨੂੰ ਸਾਡੇ ਕੋਮਲ ਦਾ ਜਨਮ ਦਿਨ, ਪੱਗ ਸੋਹਣੀ ਬੰਨ ਕੇ ਕੱਲ ਨੂੰ ਇਹ ਰੰਗ ਦੀ, ਹਾਂ ਠੀਕ ਹੈ, ਇਸ ਰੰਗ ਦੀ ਬੰਨ ਦਾਂਗੇ ਪੱਗ। ਸਤਿ ਸ੍ਰੀ ਅਕਾਲ, ਹੈਲੋ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।